हाँ जी दोस्तों, ਸਿਰਜਣਾਤਮਕ ਸਿੱਖਿਆ ਸੰਸਾਰ ਦੇ ਇਸ ਪਲੇਟਫਾਰਮ ਤੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਆਓ ਗੱਲਾਂ ਕਰੀਏ ਦੀ 46ਵੀਂ ਲੜੀ ਦੇ ਵਿੱਚ ਅੱਜ ਸਾਡੇ ਨਾਲ ਨੇ ਸਾਡੇ ਬਹੁਤ ਖੂਬਸੂਰਤ ਅਧਿਆਪਕ ਆਗੂ, ਚਿੰਤਕ ਤੇ ਹੁਣ ਕਿਸਾਨ ਆਗੂ ਦਵਿੰਦਰ ਪੂਨੀਆ ਜੀ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਿਰਜਣਾਤਮਕ ਸਿੱਖਿਆ ਸੰਸਾਰ ਅਧਿਆਪਕਾਂ ਦੇ ਅੰਦਰ ਸਿਰਜਣਾਤਮਕ ਤੇ ਚਿੰਤਨ ਦੇ ਪੱਧਰ ਦੀਆਂ ਰੁਚੀਆਂ ਪੈਦਾ ਕਰਨ ਲਈ ਲਗਾਤਾਰ ਸਰਗਰਮ ਹੈ। ਇਹ ਇੱਕ ਗੈਰ ਸਰਕਾਰੀ ਪਲੇਟਫਾਰਮ ਹੈ ਜਿਹਦੇ ਵਿੱਚ ਬਹੁਤ ਸਾਰੇ ਅਧਿਆਪਕ ਸਿਰਜਣਾਤਮਕ ਸਰਗਰਮੀਆਂ ਕਰਦੇ ਨੇ ਤੇ ਸ਼ਨੀਵਾਰ ਦਾ ਦਿਨ ਸਾਡੇ ਲਈ ਬਹੁਤ ਅਹਿਮ ਹੁੰਦਾ ਹੈ, ਜਿਹਦੇ ਵਿੱਚ ਅਸੀਂ ਲਾਈਵ ਕਰਦੇ ਹਾਂ ਹਰ ਸ਼ਨੀਵਾਰ। ਉਹਦੇ ਵਿੱਚ ਚਾਹੇ ਅਸੀਂ ਪੈਨਲ ਡਿਸਕਸ਼ਨ ਕਰੀਏ, ਚਾਹੇ ਕੋਈ ਕਵੀ ਦਰਬਾਰ ਕਰੀਏ, ਚਾਹੇ ਕਿਸੇ ਵਿਅਕਤੀ ਨਾਲ ਰੂਬਰੂ ਕਰੀਏ, ਚਾਹੇ ਕਿਸੇ ਸਕੂਲ ਦੀਆਂ ਜਾਂ ਕਿਸੇ ਟੀਚਰ ਦੀਆਂ ਪ੍ਰਾਪਤੀਆਂ ਦੀਆਂ ਗੱਲਾਂ ਕਰੀਏ, ਤੇ ਚਾਹੇ ਕਿਸੇ ਮੁੱਦੇ ਤੇ ਗੱਲਬਾਤ ਕਰੀਏ। ਤੇ ਅੱਜ ਇਸੇ ਲੜੀ ਦੇ ਤਹਿਤ ਅਸੀਂ ਦਵਿੰਦਰ ਪੂਨੀਆ ਹੋਰਾਂ ਨਾਲ ਗੱਲਬਾਤ ਕਰ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਸਿਰਜਣਾਤਮਕ ਸਿੱਖਿਆ ਸੰਸਾਰ ਦੀ ਸਮੁੱਚੀ ਐਡਮਿਨ ਟੀਮ ਵੱਲੋਂ ਦਵਿੰਦਰ ਪੂਨੀਆ ਜੀ ਦਾ ਬਹੁਤ-ਬਹੁਤ ਸਵਾਗਤ ਕਰਦਾ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪੂਨੀਆ ਸਾਹਿਬ। ਆਪਣਾ ਮਾਈਕ ਔਨ ਕਰ ਲਓ ਸਰ, ਤੁਹਾਡਾ ਮਾਈਕ ਬੰਦ ਹੈ, ਮਾਈਕ ਖੋਲ ਲਓ ਪਲੀਜ਼। ਬਹੁਤ-ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਜੀ। ਦੋਸਤੋ, ਦਵਿੰਦਰ ਪੂਨੀਆ ਜੀ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਪਰ ਫਿਰ ਵੀ ਇਹਨਾਂ ਦੀ ਸ਼ਖਸੀਅਤ ਬਾਰੇ ਆਪਾਂ ਕੁਝ ਗੱਲਾਂ ਕਰਦੇ ਹਾਂ। ਪੂਨੀਆ ਸਾਹਿਬ 30/9/2020 ਨੂੰ ਬਤੌਰ ਮੁੱਖ ਅਧਿਆਪਕ ਸਰਕਾਰੀ ਸੇਵਾ ਤੋਂ ਸੇਵਾ ਮੁਕਤ ਹੋਏ ਨੇ। ਲਗਭਗ ਜੀਵਨ ਦੇ 60 ਬਸੰਤ ਹੰਢਾ ਚੁੱਕੇ ਦਵਿੰਦਰ ਪੂਨੀਆ ਜੀ ਨੇ ਆਪਣਾ ਸਫ਼ਰ ਹੈ ਜਿਹੜਾ ਉਹ ਸਰਕਾਰੀ ਸਕੂਲਾਂ ਤੋਂ ਸ਼ੁਰੂ ਕੀਤਾ। ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਕੀਤੀ, BSc ਕੀਤੀ ਤੇ ਉਸ ਤੋਂ ਬਾਅਦ B.Ed ਕਰਕੇ ਸਾਇੰਸ ਮਾਸਟਰ ਲੱਗੇ ਤੇ ਉਸ ਤੋਂ ਬਾਅਦ ਟ੍ਰੇਡ ਯੂਨੀਅਨ ਫਰੰਟ ਤੇ ਆਏ ਤੇ ਟ੍ਰੇਡ ਯੂਨੀਅਨ ਫਰੰਟ ਤੇ ਲੰਮਾ ਸਮਾਂ ਕੰਮ ਕਰਕੇ ਅਧਿਆਪਕ ਆਗੂ ਦੇ ਤੌਰ ਤੇ ਮੁੱਖ ਅਧਿਆਪਕ ਦੇ ਤੌਰ ਤੇ ਰਿਟਾਇਰ ਹੋਏ ਤੇ ਉਸ ਤੋਂ ਬਾਅਦ ਅੱਜ ਦੇ ਸਭ ਤੋਂ ਵੱਧ ਭਖਦੇ ਮੁੱਦੇ ਕਿਸਾਨੀ ਦੇ ਵਿੱਚ ਸਰਗਰਮ ਨੇ, ਕਿਸਾਨ ਆਗੂ ਦੇ ਤੌਰ ਤੇ ਭੂਮਿਕਾ ਨਿਭਾ ਰਹੇ ਨੇ। ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮਿੱਥਾਂ ਤੋੜੀਆਂ ਨੇ। ਮੈਂ ਉਹਨਾਂ ਕੁਝ ਮਿੱਥਾਂ ਦੀ ਗੱਲ ਕਰਦਾ। ਪਹਿਲੀ ਮਿੱਥ ਇਹ ਤੋੜੀ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚੋਂ ਪੜ੍ਹ ਕੇ, ਜਿਨ੍ਹਾਂ ਬਾਰੇ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਕੋਈ ਪੜ੍ਹਾਈ ਨਹੀਂ ਹੁੰਦੀ, ਉੱਥੋਂ ਪੜ੍ਹ ਕੇ BSc B.Ed ਕਰਕੇ ਸਾਇੰਸ ਮਾਸਟਰ ਲੱਗੇ ਉਹਨਾਂ ਸਮਿਆਂ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਪਹਿਲੀ ਮਿੱਥ ਦਾ ਭੰਜਨ ਇਹਨਾਂ ਨੇ ਕੀਤਾ। ਇਹਦੇ ਨਾਲ ਹੀ ਦੂਜੀ ਮਿੱਥ ਜੁੜਦੀ ਹੈ ਕਿ ਜਿਹੜੇ ਸਾਇੰਸ ਮਾਸਟਰ ਬਣ ਜਾਂਦੇ ਨੇ ਉਹ ਆਮ ਤੌਰ ਤੇ ਪੜ੍ਹਾਕੂ ਪੁੱਤ ਹੁੰਦੇ ਨੇ, ਉਹਨਾਂ ਦਾ ਸਮਾਜਿਕ ਸਰੋਕਾਰਾਂ ਨਾਲ ਬਹੁਤਾ ਸੰਬੰਧ ਨਹੀਂ ਹੁੰਦਾ ਹੈਗਾ। ਇਹ ਇੱਕ ਧਾਰਨਾ ਬਣੀ ਹੋਈ ਹੈ ਤੇ ਇਹਨਾਂ ਨੇ ਉਸ ਧਾਰਨਾ ਨੂੰ ਵੀ ਤੋੜਿਆ। ਸਾਇੰਸ ਮਾਸਟਰ ਬਣਨ ਤੋਂ ਬਾਅਦ ਇਹ ਅਧਿਆਪਕ ਯੂਨੀਅਨ ਦੇ ਫਰੰਟ ਤੇ ਆਏ ਤੇ DTF ਦੇ ਵਿੱਚ ਹੇਠਲੇ ਪੱਧਰ ਦੇ ਵਰਕਰ ਤੋਂ ਲੈ ਕੇ ਸੂਬਾ ਸਕੱਤਰ ਤੱਕ ਤੇ ਸੂਬੇ ਦੀ ਪ੍ਰਧਾਨਗੀ ਤੱਕ ਦਾ ਜਿਹੜਾ ਵੱਡਾ ਕਾਰਜ ਹੈ ਉਹ ਨਿਭਾਇਆ। ਇਹ ਇਹਨਾਂ ਨੇ ਦੂਜੀ ਮਿੱਥ ਤੋੜੀ। ਤੀਜੀ ਮਿੱਥ ਇਹ ਤੋੜੀ ਕਿ ਆਮ ਤੌਰ ਤੇ ਜਦੋਂ ਯੂਨੀਅਨ ਦੇ ਫਰੰਟ ਤੇ ਅਧਿਆਪਕ ਕੰਮ ਕਰਦੇ ਨੇ, ਉਹਨਾਂ ਤੇ ਅਕਸਰ ਇੱਕ ਇਲਜ਼ਾਮ ਲੱਗ ਜਾਂਦਾ ਕਿ ਉਹ ਸਕੂਲਾਂ 'ਚ ਕੰਮ ਕਰਨੋਂ ਹਟ ਜਾਂਦੇ ਨੇ। ਇਹਨਾਂ ਨੇ ਉਹ ਮਿੱਥ ਵੀ ਤੋੜੀ। ਇਹਨਾਂ ਨੇ ਬਤੌਰ ਸਾਇੰਸ ਅਧਿਆਪਕ ਬੜਾ ਇਹ ਚੁਣੌਤੀਪੂਰਨ ਵਿਸ਼ਾ ਸੀ, ਇਸ ਵਿਸ਼ੇ ਦੇ ਵਿੱਚ ਵਿਗਿਆਨ ਦੇ ਖੇਤਰ ਦੇ ਵਿੱਚ ਕੌਮੀ ਪੱਧਰ ਤੱਕ ਦੀਆਂ ਪ੍ਰਾਪਤੀਆਂ ਕੀਤੀਆਂ। ਚਾਹੇ ਉਹ ਸਿੱਕਮ, ਚਾਹੇ ਉੜੀਸਾ, ਚਾਹੇ ਮਹਾਰਾਸ਼ਟਰ, ਇਹਨਾਂ ਸਾਰੀਆਂ ਥਾਵਾਂ ਤੇ ਜਿੰਨੀਆਂ ਵੀ ਸਾਇੰਸ ਨਾਲ ਸੰਬੰਧਿਤ ਕੌਮੀ ਪੱਧਰ ਦੀਆਂ ਐਕਟੀਵਿਟੀਜ਼ ਹੋਈਆਂ, ਉਹਨਾਂ ਦੇ ਵਿੱਚ ਇਹ ਲਗਾਤਾਰ ਸ਼ਮੂਲੀਅਤ ਕਰਦੇ ਰਹੇ। ਸਰਬ ਭਾਰਤੀ ਵਿਗਿਆਨ ਕੌਂਸਲ ਦੇ ਡੈਲੀਗੇਟ ਦੇ ਰੂਪ ਦੇ ਵਿੱਚ ਉੱਤਰੀ ਜ਼ੋਨ ਤੇ ਰਾਸ਼ਟਰੀ ਪੱਧਰ ਤੱਕ ਦੀ ਨੁਮਾਇੰਦਗੀ ਕਰਦੇ ਰਹੇ। ਇੱਕ ਹੋਰ ਮਿੱਥ ਜਿਹੜੀ ਇਹਨਾਂ ਨੇ ਤੋੜੀ ਕਿ ਆਮ ਤੌਰ ਤੇ ਜਦੋਂ ਬੰਦੇ ਅਧਿਆਪਕ ਤੋਂ ਮੁੱਖ ਅਧਿਆਪਕ ਜਾਂ ਪ੍ਰਿੰਸੀਪਲ ਬਣ ਜਾਂਦੇ ਨੇ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਅਸੀਂ ਇੱਕ ਰੁਤਬੇ ਤੇ ਪਹੁੰਚ ਗਏ ਤੇ ਹੁਣ ਅਸੀਂ ਜਥੇਬੰਦੀਆਂ 'ਚ ਕੰਮ ਨਹੀਂ ਕਰਨਾ ਹੈਗਾ। ਇਹਨਾਂ ਨੇ ਮੁੱਖ ਅਧਿਆਪਕ ਦੇ ਹੁੰਦੇ ਹੋਏ ਵੀ ਸਟੇਟ ਪੱਧਰ ਦੀ DTF ਦੇ ਮੁਖੀ ਦੇ ਤੌਰ ਤੇ ਕੰਮ ਕੀਤਾ, ਸਗੋਂ ਜ਼ਿਆਦਾ ਚੁਣੌਤੀਪੂਰਨ ਅਹੁਦਿਆਂ ਤੇ ਕੰਮ ਕੀਤਾ। ਇਹ ਵੀ ਇੱਕ ਮਿੱਥ ਇਹਨਾਂ ਨੇ ਤੋੜੀ। ਯਾਰਾਂ ਦੇ ਯਾਰ ਨੇ ਦਵਿੰਦਰ ਪੂਨੀਆ, ਅਧਿਆਪਕਾਂ ਦੇ ਵਿੱਚ ਅਧਿਆਪਕ ਨੇ ਦਵਿੰਦਰ ਪੂਨੀਆ, ਚਿੰਤਕਾਂ ਦੇ ਵਿੱਚ ਚਿੰਤਕ ਨੇ ਦਵਿੰਦਰ ਪੂਨੀਆ,
ਤੇ ਟ੍ਰੇਡ ਯੂਨੀਅਨ ਫਰੰਟ ਤੇ ਜਦੋਂ ਜਾਂਦੇ ਨੇ ਉਦੋਂ ਇੱਕ ਨਿਧੜਕ ਜਰਨੈਲ ਤੇ ਯੋਧੇ ਨੇ ਦਵਿੰਦਰ ਪੂਨੀਆ, ਜ਼ੁਬਾਨ ਦੇ ਧਨੀ ਨੇ ਤੇ ਬਹੁਤ ਦਬਾਵਾਂ ਦੇ ਵਿੱਚ ਸ਼ਾਂਤ ਰਹਿਣ ਵਾਲੇ ਵਿਅਕਤਿਤਵ ਨੇ, ਸਾਹਿਤਕ ਤੇ ਸੱਭਿਆਚਾਰਕ ਖੇਤਰ ਦੇ ਵਿੱਚ ਲਗਾਤਾਰ ਸਰਗਰਮ ਨੇ। ਕਹਿਣ ਦਾ ਭਾਵ ਬਹੁਤ ਸਾਰੀਆਂ ਜਿਹੜੀਆਂ ਯੋਗਤਾਵਾਂ ਇੱਕ ਇਨਸਾਨ ਦੇ ਵਿੱਚ ਜਿੰਨੀਆਂ ਕਿ ਸੰਭਵ ਯੋਗਤਾਵਾਂ ਹੋ ਸਕਦੀਆਂ ਨੇ, ਮੈਨੂੰ ਲੱਗਦਾ ਹੈ ਕਿ ਉਹ ਦਵਿੰਦਰ ਪੂਨੀਆ ਦੇ ਵਿੱਚ ਬਤੌਰ ਇਨਸਾਨ, ਇੱਕ ਕਾਬਲ ਇਨਸਾਨ, ਉਹ ਯੋਗਤਾਵਾਂ ਦੇਖੀਆਂ ਜਾ ਸਕਦੀਆਂ ਨੇ ਤੇ ਅਸੀਂ ਮਾਣ ਕਰ ਸਕਦੇ ਹਾਂ ਦਵਿੰਦਰ ਪੂਨੀਆ ਹੋਰਾਂ ਵਰਗੀ ਸ਼ਖਸੀਅਤ ਦੇ ਉੱਤੇ। ਅੱਜ ਸਾਡੇ ਨਾਲ ਨੇ ਦਵਿੰਦਰ ਪੂਨੀਆ ਜੀ। ਇੱਕ ਵਾਰੀ ਫਿਰ ਮੈਂ ਐਡਮਿਨ ਟੀਮ ਵੱਲੋਂ ਮੇਰੇ ਨਾਲ ਨਵਨੀਤ ਕੁਮਾਰ ਸਾਡੇ ਐਡਮਿਨ, ਮੈਡਮ ਮਨਜਿੰਦਰ ਕੌਰ ਸਾਡੇ ਐਡਮਿਨ, ਗੁਰਨੈਮ ਮੰਘਾਣੀਆਂ, ਮੈਡਮ ਰੁਪਿੰਦਰ ਕੌਰ, ਡਾਕਟਰ ਇੰਦਰਪ੍ਰੀਤ ਧਾਮੀ, ਇਹ ਸਾਰੇ ਐਡਮਿਨ ਟੀਮ ਕੁਝ ਫੇਸਬੁੱਕ ਤੇ ਸਾਡੇ ਨਾਲ ਜੁੜੇ ਹੋਏ ਨੇ ਤੇ ਕੁਝ ਜ਼ੂਮ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ। ਤੇ ਜਿੰਨੇ ਕੁ ਅਧਿਆਪਕ ਸਾਡੇ ਨਾਲ ਫੇਸਬੁੱਕ ਇੱਥੇ ਜ਼ੂਮ ਤੇ ਇਸ ਵੇਲੇ ਜੁੜੇ ਹੋਏ ਨੇ, ਜਿਨ੍ਹਾਂ ਦੇ ਨਾਮ ਮੈਂ ਪੜ੍ਹ ਰਿਹਾ, ਮੈਡਮ ਸਰਬਜੀਤ ਕੌਰ, ਸੁਖਬੀਰ ਸਿੰਘ, ਰਾਜ ਰਾਣੀ, ਲਖਵਿੰਦਰ ਸਿੰਘ, ਜਸਪ੍ਰੀਤ ਕੌਰ, ਗੁਰਪ੍ਰੀਤ ਕੌਰ, ਬਲਵੰਤ ਬੰਟੀ, ਗੁਰਪਿਆਰ ਸਿੰਘ, ਅਸੀਂ ਇਹਨਾਂ ਸਾਰਿਆਂ ਦਾ ਵੀ ਨਾਲੋਂ ਨਾਲ ਸਵਾਗਤ ਕਰਦੇ ਹਾਂ। ਤੇ ਮੈਂ ਅੱਜ ਦੇ ਇਸ ਜੋ ਟੌਪਿਕ ਹੈ ਕਿ ਅੱਜ ਦੇ ਦੌਰ ਦੇ ਵਿੱਚ ਅਧਿਆਪਕਾਂ ਨੂੰ ਕੀ ਚੁਣੌਤੀਆਂ ਨੇ, ਬਿਨਾਂ ਸ਼ੱਕ ਅਧਿਆਪਕ ਬਹੁਤ ਗੌਰਵ ਵਾਲਾ ਕਿੱਤਾ ਹੈ, ਪਰ ਹਰ ਦੌਰ ਦੇ ਵਿੱਚ ਅਧਿਆਪਕ ਦੀ ਭੂਮਿਕਾ ਬਦਲਦੀ ਹੈ ਤੇ ਇਸ ਬਦਲੀ ਹੋਈ ਭੂਮਿਕਾ ਦੇ ਸੰਦਰਭ ਦੇ ਵਿੱਚ ਅੱਜ ਦੇ ਅਧਿਆਪਕ ਨੂੰ ਕਿਹੋ ਜਿਹੀਆਂ ਚੁਣੌਤੀਆਂ ਨੇ, ਇਸ ਵਿਸ਼ੇ ਤੇ ਅਸੀਂ ਦਵਿੰਦਰ ਪੂਨੀਆ ਹੋਰਾਂ ਨਾਲ ਗੱਲਬਾਤ ਕਰਾਂਗੇ। ਪੂਨੀਆ ਸਾਹਿਬ, ਮੈਂ ਗੱਲਬਾਤ ਦਾ ਆਗਾਜ਼ ਇੱਥੋਂ ਹੀ ਕਰੂੰਗਾ ਕਿ ਇਹ ਆਪਾਂ ਸਾਰੇ ਮੰਨਦੇ ਹਾਂ ਤੇ ਕਿਹਾ ਜਾਂਦਾ ਹੈ ਕਿ ਅਧਿਆਪਕ ਹੋਣਾ ਆਪਣੇ ਆਪ ਦੇ ਵਿੱਚ ਗੌਰਵ ਦੀ ਗੱਲ ਹੈ, ਤੇ ਤੁਸੀਂ ਨਿੱਜੀ ਤੌਰ ਤੇ ਬਹੁਤ ਲੰਮਾ ਸਮਾਂ ਇਸ ਗੌਰਵ ਨੂੰ ਮਾਣਿਆ ਹੈ। ਥੋੜਾ ਜਿਹਾ ਆਪਣੇ ਅਧਿਆਪਕ ਸਫ਼ਰ ਤੇ ਚਾਨਣਾ ਪਾਓ। ਭਾਵੇਂ ਮੈਂ ਤੁਹਾਡੇ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ, ਪਰ ਕੁਝ ਗੱਲਾਂ ਜੋ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਇਸ ਗੌਰਵ ਦੇ ਵਿੱਚੋਂ, ਅਧਿਆਪਕ ਹੋਣ ਦੇ ਗੌਰਵ ਦੇ ਵਿੱਚੋਂ, ਉਹ ਗੱਲਾਂ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀਆਂ ਕਰੋ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਇਹ ਮੌਕਾ ਦਿੱਤਾ। ਤੇ ਜਿੱਥੋਂ ਤੱਕ ਅਧਿਆਪਨ ਕੀਤਾ ਤੇ ਮੇਰਾ ਅਧਿਆਪਕ ਹੋਣ ਦੇ ਨਾਤੇ ਥੋੜਾ ਬਹੁਤ ਕੰਮ ਕਰਨਾ ਔਰ ਇਸ ਰੁਤਬੇ ਦੇ ਗੌਰਵ ਨੂੰ ਮਾਨਣਾ ਉਹ ਮੇਰੇ ਹਿੱਸੇ 'ਚ ਆਇਆ। ਮੈਨੂੰ ਬਿਨਾਂ ਸ਼ੱਕ ਇਸ ਗੱਲ ਦਾ ਬਹੁਤ ਮਾਣ ਹੈ, ਮੈਨੂੰ ਬਹੁਤ ਇਸ ਗੱਲ ਦੀ ਖੁਸ਼ੀ ਹੈ, ਮੈਨੂੰ ਫਖਰ ਹੈਗਾ, ਕਿਉਂਕਿ ਦੁਨੀਆ ਭਰ ਦੇ ਵਿੱਚ ਅਧਿਆਪਕ ਹੀ ਉਹ ਰੁਤਬਾ ਹੈ ਜਿਹੜਾ ਬਾਕੀ ਸਾਰੇ ਖੇਤਰਾਂ ਨਾਲੋਂ, ਸਾਰੇ ਰੁਤਬਿਆਂ ਨਾਲੋਂ ਉੱਚਾ ਵੀ ਹੈ ਤੇ ਸੁੱਚਾ ਵੀ ਹੈ। ਜਦੋਂ ਵੀ ਕੋਈ ਵੀ ਕਿਤੇ ਕਿਸੇ ਵੀ ਖੇਤਰ ਦੇ ਵਿੱਚ ਜਾਂਦਾ ਹੈ ਤੇ ਜਾਂ ਕੋਈ ਪ੍ਰਾਪਤੀ ਕਰਦਾ, ਤਾਂ ਉਹਦੇ ਪਿੱਛੇ ਉਸ ਦੇ ਕਿਸੇ ਨਾ ਕਿਸੇ ਅਧਿਆਪਕ ਦਾ ਜਾਂ ਅਧਿਆਪਕਾਂ ਦੀ ਟੀਮ ਦਾ ਵੱਡਾ ਹੱਥ ਜਿਹੜਾ ਹੁੰਦਾ ਹੈ। ਤੇ ਮੈਂ ਜਨਵਰੀ 1988 ਦੇ ਵਿੱਚ ਸਿੱਖਿਆ ਖੇਤਰ ਦੇ ਵਿੱਚ ਬਤੌਰ ਸਾਇੰਸ ਅਧਿਆਪਕ ਜਿਹੜਾ ਆਇਆ ਸੀਗਾ, ਤੇ ਇਸ ਸਮੇਂ ਦੇ ਦੌਰਾਨ ਮੈਂ ਬਿਨਾਂ ਸ਼ੱਕ ਮੇਰੇ ਅੰਦਰ ਸੀ ਕਿ ਅਧਿਆਪਕ ਦਾ ਕੰਮ ਪੜ੍ਹਾਉਣਾ, ਤੇ ਮੈਂ ਉਸ ਨੂੰ ਨਿਸ਼ਚੇ ਨਾਲ ਹੀ ਕੰਮ ਕਰਦਾ ਸੀ ਜੀ। ਮੈਂ ਕਦੇ ਕਹਾਇਆ ਨਹੀਂ ਸੀ ਕਿ ਪੜ੍ਹਾਉਣਾ ਹੈ, ਮੈਂ ਕਹਿੰਦਾ ਜ਼ਰੂਰ ਸੀ ਕਿ ਮੈਨੂੰ ਬਹੁਤ ਸਾਰੇ ਲੋਕਾਂ ਨੂੰ ਕਹਿਣਾ ਪੈਂਦਾ ਸੀਗਾ, ਦੂਸਰਿਆਂ ਨੂੰ, ਤੀਸਰਿਆਂ ਨੂੰ, ਖਾਸ ਕਰਕੇ ਯੂਨੀਵਰਸਿਟੀਆਂ ਨੂੰ, ਤਾਂ ਮੈਨੂੰ ਬਲਕਿ ਉਲਾਂਭੇ ਵੀ ਮੈਨੂੰ ਮਿਲੇ ਕਿ ਤੁਸੀਂ ਇਹ ਕਿਉਂ ਬੋਲਦੇ ਹੋ ਕਿ ਸਾਨੂੰ ਪੜ੍ਹਾਉਣਾ ਚਾਹੀਦਾ। ਮੈਨੂੰ ਲੱਗਦਾ ਸੀ ਕਿ ਜਿਹੜਾ ਅਧਿਆਪਕ ਆਪਣੇ ਕਿੱਤੇ ਦੇ ਵਿੱਚ ਠੀਕ ਨਹੀਂ ਹੈ, ਪੂਰਾ ਨਹੀਂ ਹੈ, ਤਾਂ ਫਿਰ ਉਹ ਅਧਿਆਪਕ ਲਹਿਰ ਦੇ ਲਈ, ਅਧਿਆਪਕਾਂ ਲਈ ਤੇ ਟ੍ਰੇਡ ਯੂਨੀਅਨ ਦੇ ਅੰਦਰ ਠੀਕ ਸਹੀ ਇਮਾਨਦਾਰੀ ਨਾਲ ਕੰਮ ਕਿਵੇਂ ਕਰ ਸਕਦਾ ਜੀ। ਮੈਂ ਸਰਕਾਰੀ ਮਿਡਲ ਸਕੂਲ ਉਸ ਵੇਲੇ ਦਾ ਚਨਾਰਥਲ ਖੁਰਦ, ਜਿਹੜਾ ਉਦੋਂ ਜ਼ਿਲ੍ਹਾ ਪਟਿਆਲਾ ਸੀ, ਅੱਜ ਕੱਲ੍ਹ ਫਤਿਹਗੜ੍ਹ ਸਾਹਿਬ ਹੈ, ਤੇ ਉੱਥੇ ਜੁਆਇਨ ਕੀਤਾ ਸੀ। ਤੇ ਕੁਝ ਮਹੀਨਿਆਂ ਦੇ ਅੰਦਰ ਹੀ ਸਥਿਤੀ ਇਹ ਸੀ ਕਿ ਵਿਦਿਆਰਥੀ ਮੈਨੂੰ ਬਹੁਤ ਚਾਹੁੰਦੇ ਸੀਗੇ, ਉਹਨਾਂ ਦੇ ਮਾਪੇ ਮੇਰੇ ਤੋਂ ਬੜੇ ਖੁਸ਼ ਹੁੰਦੇ ਸੀਗੇ। ਉਸ ਵੇਲੇ ਦੇ ਹੈਡਮਾਸਟਰ ਸਾਹਿਬ, ਜਦੋਂ ਮੈਂ ਉੱਥੋਂ ਬਦਲੀ ਲਈ 3.5 ਸਾਲਾਂ ਬਾਅਦ, ਤਾਂ ਮੈਨੂੰ ਉਹਨਾਂ ਦੇ ਸ਼ਬਦ ਯਾਦ ਹੈ ਕਿ ਦਵਿੰਦਰ ਸਿੰਘ ਸਾਡੇ ਸਕੂਲ ਦਾ ਧੁਰਾ ਸੀ ਜਿਹੜਾ ਅੱਜ ਜਾ ਰਿਹਾ। ਮੈਂ ਭਾਵੇਂ ਕਿ ਉਦੋਂ ਦੂਸਰੀ ਜ਼ਿੰਮੇਵਾਰੀ 'ਚ ਸੀਗਾ, ਦੂਜੇ ਨੰਬਰ ਤੇ ਸੀਗਾ। ਤੇ ਉਸ ਤੋਂ ਬਾਅਦ 3.5 ਸਾਲਾਂ ਬਾਅਦ ਹੀ ਮੈਂ ਟ੍ਰੇਡ ਯੂਨੀਅਨ ਦੇ ਫਰੰਟ ਦੇ ਉੱਤੇ ਡੈਮੋਕ੍ਰੇਟਿਕ ਟੀਚਰ ਫਰੰਟ ਦੇ ਵਿੱਚ ਬਲਾਕ ਪ੍ਰਧਾਨ ਚੁਣਿਆ ਗਿਆ ਸਰਬਸੰਮਤੀ ਨਾਲ, ਤੇ ਨਾਲ ਹੀ ਮੈਂ ਸਰਕਾਰੀ ਹਾਈ ਸਕੂਲ ਬੜੈਚ, ਜਿੱਥੇ ਮੇਰੀ 19 ਸਾਲ ਤੋਂ ਬਾਅਦ ਤਕਰੀਬਨ 20 ਸਾਲ ਦੇ ਕਰੀਬ ਜਿਹੜੀ ਹੈ ਠਹਿਰ ਰਹੀ ਹੈ ਮੇਰੇ ਪਿੰਡ ਦੇ ਲਾਗੇ, ਤੇ ਉੱਥੇ ਮੈਂ ਹੋਰ ਵੀ ਜ਼ਿਆਦਾ ਕੰਮ ਕੀਤਾ। ਤੇ ਉਹ ਵਿਗਿਆਨ ਦੇ ਖੇਤਰ ਦੇ ਵਿੱਚ, ਬਿਨਾਂ ਸ਼ੱਕ ਤੁਸੀਂ ਠੀਕ ਕਿਹਾ ਕਿ ਕੌਮੀ ਪੱਧਰ ਦੇ ਉੱਤੇ, ਤੇ ਨਾਲ ਦੀ ਨਾਲ ਬੱਚਿਆਂ ਨੂੰ ਗੀਤ, ਗਾਇਕੀ, ਕਵਿਤਾ
ਐਕਟਿੰਗ, ਇਸ ਕਿਸਮ ਦੀਆਂ ਜਿਹੜੀਆਂ ਗਤੀਵਿਧੀਆਂ ਤੇ ਉਹਦੇ 'ਚ ਵੀ ਜਿੰਨਾ ਕੁ ਮੈਂ ਕਰ ਸਕਦਾ, ਜਿੰਨਾ ਮੈਂ ਸਹਿਯੋਗ ਕਰਦਾ ਤੇ ਉਹ ਕਰਦਾ ਰਹਿੰਦਾ ਸੀਗਾ। ਨਾਲ ਹੀ ਮੈਨੂੰ ਹੁੰਦਾ ਸੀ ਕਿ ਬੱਚਿਆਂ ਦੇ ਟੂਰ ਲੈ ਕੇ ਜਾਣੇ, ਉਹ ਇਤਿਹਾਸਕ ਥਾਵਾਂ ਦੇ ਉੱਤੇ, ਹੂੰ ਸ਼ਹੀਦਾਂ ਦੇ ਪਿੰਡ, ਤੇ ਉਹਦੇ 'ਚ ਮੁੱਖ ਤੌਰ ਤੇ ਅਨੰਦਪੁਰ ਸਾਹਿਬ, ਖਟਕੜ ਕਲਾਂ, ਜਿਹੜਾ ਸਰਾਭਾ, ਤੇ ਜਾਂ ਇਸ ਤੋਂ ਬਿਨਾਂ ਦਿੱਲੀ, ਆਗਰਾ, ਫਿਰ ਉੱਤਰਾਖੰਡ ਦੇ ਵਿੱਚ ਮੈਸੂਰੀ, ਦੇਹਰਾਦੂਨ, ਹਰਿਦੁਆਰ, ਇਸ ਕਿਸਮ ਦੇ ਟੂਰ ਜਿਹੜੇ ਬੱਚਿਆਂ ਨੂੰ ਕਰਵਾਉਣੇ। ਕਿਉਂਕਿ ਮੈਂ ਇਹ ਸਮਝ ਰੱਖਦਾ ਸੀਗਾ ਕਿ ਟੂਰ ਜਿਹੜਾ ਉਹ ਇੱਕ ਬਹੁਤ ਅੱਛੀ ਜਿਹੜੀ ਚੰਗੀ ਸਿੱਖਿਆ ਦਾ ਸਾਧਨ ਹੈ। ਤੇ ਉਸ ਤੋਂ ਮੈਂ ਬਾਅਦ ਜਿਹੜਾ ਅਸੀਂ ਬਦਲੀ ਕਰਾ ਕੇ ਸਰਕਾਰੀ ਹਾਈ ਸਕੂਲ ਬਦੋਸ਼ੀ ਆਇਆ, ਤੇ ਉੱਥੇ 3 ਕੁ ਸਾਲ ਰਿਹਾ, ਤੇ ਉੱਥੇ ਵੀ ਮੈਂ ਵਿਗਿਆਨ ਦਾ, ਸਾਹਿਤ ਦਾ ਤੇ ਜਾਂ ਟੂਰ ਜਿਹੜੀ ਇਸ ਕਿਸਮ ਦੇ ਵਿਦਿਆਰਥੀਆਂ ਦੇ ਲਈ ਮੈਂ ਥੋੜਾ ਉਹਦੇ ਲਈ ਕੰਮ ਕਰਦਾ ਰਿਹਾ। 3 ਸਾਲਾਂ ਬਾਅਦ ਮੈਂ ਸਰਕਾਰੀ ਹਾਈ ਸਕੂਲ ਬਾਲਪੁਰ ਗਿਆ, ਤੇ ਉੱਥੇ 3 ਸਾਲ ਰਹਿਣ ਤੇ ਵੀ ਇਹ ਸਾਰੀਆਂ ਗਤੀਵਿਧੀਆਂ ਕਰਦੇ ਹੋਏ ਮੇਰੀ ਉੱਥੋਂ ਤਰੱਕੀ ਹੋਈ ਮਈ 2016 ਦੇ ਵਿੱਚ, ਤੇ ਮੈਂ ਸਰਕਾਰੀ ਹਾਈ ਸਕੂਲ ਜਿਹੜਾ ਮੇਰਾ ਜੁਆਇਨਿੰਗ ਸਕੂਲ ਸੀਗਾ, ਉਹਦੇ ਵਿੱਚ ਬਤੌਰ ਮੁੱਖ ਅਧਿਆਪਕ ਜੁਆਇਨ ਕੀਤਾ। ਤੇ ਮੁੱਖ ਅਧਿਆਪਕ ਹੁੰਦੇ ਹੋਏ ਚਨਾਰਥਲ ਖੁਰਦ ਦੇ ਵਿੱਚ ਵਿਗਿਆਨ, ਖੇਡਾਂ, ਸਾਹਿਤਿਕ ਤੇ ਹੋਰ ਇਸ ਕਿਸਮ ਦੀਆਂ ਸਾਰੀਆਂ ਗਤੀਵਿਧੀਆਂ ਜਿਹੜੀਆਂ ਸੀਗੀਆਂ, ਉਹ ਮੈਂ ਮੇਰੀ ਟੀਮ ਦੇ ਨਾਲ ਰਲ ਕੇ, ਸਟਾਫ ਮੈਂਬਰਸ ਦੇ ਸਹਿਯੋਗ ਦੇ ਨਾਲ ਰਲ ਕੇ ਕਰਾਉਂਦਾ ਰਿਹਾ। ਤੇ ਨਾਲ ਦੀ ਨਾਲ ਦੱਸਣਯੋਗ ਹੈ ਕਿ ਬੜੈਚ ਸਕੂਲ ਦੇ ਵਿੱਚ ਵੀ 2007 ਤੋਂ 2010 ਤੱਕ ਮੇਰੇ ਕੋਲੇ ਜਿਹੜੀਆਂ ਸੀ ਆਫੀਸ਼ੀਏਟਿੰਗ ਡੀਡੀਓ ਪਾਵਰ ਸੀਗੀਆਂ ਸਰਕਾਰੀ ਹਾਈ ਸਕੂਲ ਬੜੈਚ, ਤੇ ਉੱਥੇ ਵੀ ਮੇਰੀ ਟੀਮ ਜਿਹੜੀ ਸੀ ਉਹਨਾਂ ਨੇ ਖੇਡਾਂ ਦੇ ਵਿੱਚ ਰਾਜ ਪੱਧਰ ਦੀਆਂ ਪ੍ਰਾਪਤੀਆਂ ਜਿਹੜੀਆਂ ਕੀਤੀਆਂ। ਜੀ ਤੇ ਮੇਰੇ ਖਾਤੇ 'ਚ ਇਹ ਗੱਲ ਰਹੀ ਸ਼ੁਰੂ ਤੋਂ ਲੈ ਕੇ ਰਿਟਾਇਰਮੈਂਟ ਤੱਕ, ਮੈਂ ਕਦੇ ਕਲਾਸ ਨਹੀਂ ਸੀ ਛੱਡਦਾ। ਤੇ ਹਾਂ, ਵੱਧ ਟਾਈਮ ਦੂਸਰੇ ਪੀਰੀਅਡ ਦਾ ਜਾਂ ਰਿਸੈਸ ਦਾ ਤੇ ਜਾਂ ਕੋਈ ਖਾਲੀ ਪੀਰੀਅਡ ਮੈਂ ਆਪਣੇ ਆਪ ਹੀ ਬਹੁਤ ਵਾਰੀ ਜ਼ਿਆਦਾ ਐਡਜਸਟ ਕਰ ਲੈਂਦਾ ਸੀਗਾ, ਤੇ ਬੱਚੇ ਮੈਨੂੰ ਸਕੂਲ 'ਚ ਉਡੀਕਦੇ ਸੀ ਤੇ ਕਲਾਸ ਦੇ ਵਿੱਚ ਮੇਰੀ ਉਡੀਕ ਹੁੰਦੀ ਸੀ। ਤੇ ਛੋਟੀਆਂ ਕਲਾਸਾਂ ਤਾਂ ਮੈਨੂੰ ਕਈ ਵਾਰੀ ਬਾਹੋਂ ਫੜ ਕੇ ਤੇ ਜਾਂ ਦਫ਼ਤਰੋਂ ਬੈਠੇ ਨੂੰ ਆ ਕੇ ਲੈ ਜਾਂਦੇ ਕਿ ਜੀ 1 ਮਿੰਟ ਵੀ ਮੈਂ ਜਿਹੜਾ ਪਛੜ ਰਿਹਾ ਤਾਂ। ਜੀ ਜੀ ਮੇਰੇ ਖਾਤੇ 'ਚ ਇਹ ਵੀ ਰਿਹਾ ਕਿ ਮੇਰਾ ਸਟਾਫ ਜਾਂ ਮੇਰੇ ਜਿਹੜੇ ਸਾਥੀ ਅਧਿਆਪਕ ਸੀਗੇ ਉਹ ਵੀ ਮੇਰੀ ਉਡੀਕ ਕਰਦੇ ਸੀ, ਜਾਂ ਜਿਸ ਦਿਨ ਛੁੱਟੀ ਲੈਣੀ ਕਈ ਵਾਰੀ ਤਾਂ ਉਹਨਾਂ ਨੇ ਕਹਿਣਾ ਕਿ ਕੱਲ ਸਾਡਾ ਦਿਲ ਨਹੀਂ ਲੱਗਿਆ। ਤੇ ਹੂੰ ਬੱਚੇ ਵੀ ਇਸ ਤਰ੍ਹਾਂ ਬੋਲਦੇ ਸੀ ਤੇ ਅਧਿਆਪਕ ਵੀ ਇਸ ਤਰ੍ਹਾਂ। ਜੀ ਬਹੁਤ ਅੱਛੀ ਗੱਲ ਹੈ ਸਰ, ਤੁਸੀਂ ਬਹੁਤ ਮਾਣਮੱਤੀਆਂ ਪ੍ਰਾਪਤੀਆਂ ਦੀ ਗੱਲ ਕੀਤੀ ਹੈ। ਤੇ ਮੈਂ ਜਦੋਂ ਸਟੱਡੀ ਕਰ ਰਿਹਾ ਸੀ ਤੁਹਾਡੀ ਲਾਈਫ ਨੂੰ, ਮੈਨੂੰ ਕੁਝ ਗੱਲਾਂ ਹੋਰ ਕਮਾਲ ਦੀਆਂ ਲੱਭੀਆਂ ਤੁਹਾਡੀ ਲਾਈਫ ਦੇ ਵਿੱਚੋਂ। ਇੱਕ ਤਾਂ ਇਹ ਸੀ ਕਿ ਕਿਸਾਨ ਪਰਿਵਾਰ ਤੋਂ ਸ਼ੁਰੂ ਹੋ ਕੇ ਵਾਇਆ ਮੈਡੀਕਲ ਦੀ ਸਟੱਡੀ, ਤੇ ਉਸ ਤੋਂ ਬਾਅਦ ਸਾਇੰਸ ਮਾਸਟਰ ਤੋਂ ਬਾਅਦ ਦੁਬਾਰਾ ਫਿਰ ਕਿਸਾਨ ਮੁੱਦਿਆਂ ਤੇ ਲੜਾਈ ਲੜਨ ਲੱਗੇ। ਇਹਦਾ ਮਤਲਬ ਜਿਸ ਮੋਰੀ ਦੀ ਇੱਟ ਸੀ ਉਸ ਮੋਰੀ ਦੇ ਵਿੱਚ ਦੁਬਾਰਾ ਫਿੱਟ ਹੋ ਗਈ। ਇਹ ਮੈਨੂੰ ਬਹੁਤ ਚੰਗਾ ਲੱਗਦਾ ਹੈ ਕਿ ਹੁਣ ਤੁਸੀਂ ਕਿਸਾਨ ਮੋਰਚੇ ਤੇ ਦੁਬਾਰਾ ਕੰਮ ਕਰ ਰਹੇ ਹੋ। ਐਸੇ ਤਰ੍ਹਾਂ ਹੀ ਤੁਸੀਂ ਚਨਾਰਥਲ ਤੋਂ ਸ਼ੁਰੂ ਕਰਕੇ ਚਨਾਰਥਲ ਤੋਂ ਹੀ ਰਿਟਾਇਰ ਹੋਏ ਹੋ, ਭਾਵੇਂ ਬਹੁਤ ਥਾਵਾਂ ਤੇ ਹੋਰ ਜਾ ਕੇ ਆਏ ਹੋ, ਇਹ ਵੀ ਬੜੀ ਕਮਾਲ ਦੀ ਗੱਲ ਹੈ। ਇਹ ਸਾਈਕਲ ਵੀ ਬਹੁਤ ਕਮਾਲ ਦਾ ਹੈ। ਸੋ ਇਹ ਇਹੋ ਜਿਹੇ ਬਹੁਤ ਸਾਰੇ ਕਮਾਲ ਤੁਹਾਡੀ ਲਾਈਫ ਦੇ ਨਾਲ ਜੁੜੇ ਹੋਏ ਨੇ। ਤੇ ਆਪਾਂ ਹੁਣ ਆਪਾਂ ਮੁੱਦੇ ਵੱਲ ਆਉਂਦੇ ਹਾਂ। ਸਵਾਲ ਪੂਰੀਆਂ ਸਭ ਬਹੁਤ ਸਾਰੇ ਨੇ ਤੇ ਆਪਾਂ ਕੋਸ਼ਿਸ਼ ਕਰਾਂਗੇ ਤੁਸੀਂ ਵੀ ਕਿ ਸੰਖੇਪ ਤੁਸੀਂ ਜਵਾਬ ਦਿਓ। ਕੁਝ ਸਵਾਲ ਆਪਾਂ ਬਾਅਦ ਦੇ ਵਿੱਚ ਆਡੀਅנס ਵੱਲੋਂ ਵੀ ਲਵਾਂਗੇ, ਜਿਹੜੇ ਸਾਥੀ ਕੁਝ ਪੁੱਛਣਾ ਚਾਹਣਗੇ। ਤੇ ਮੈਂ ਪਹਿਲਾ ਸਵਾਲ ਸਰ ਥੋੜਾ ਜਿਹਾ ਪਿਛੋਕੜ ਵੱਲ ਜਾਣਾ ਚਾਹੁੰਦਾ ਕਿ ਇੱਕ ਸਾਡਾ ਰੂਹਾਨੀਅਤ ਦਾ ਦੌਰ ਸੀ ਜਿਹਦੇ ਵਿੱਚ ਅਧਿਆਪਕ ਨੂੰ ਗੁਰੂ ਦਾ ਦਰਜਾ ਪ੍ਰਾਪਤ ਸੀ, ਤੇ ਗੁਰੂ ਵੀ ਰੱਬ ਤੋਂ ਵੱਡਾ। ਕੀ ਤੁਹਾਨੂੰ ਲੱਗਦਾ ਹੈ ਕਿ ਅੱਜ ਦੇ ਦੌਰ ਦੇ ਵਿੱਚ ਵੀ ਜਿਹੜਾ ਅਧਿਆਪਕ ਨੂੰ ਉਸੇ ਸਤਿਕਾਰ ਨਾਲ ਦੇਖਿਆ ਜਾਂਦਾ ਹੈ, ਜਾਂ ਅੱਜ ਦੇ ਦੌਰ ਦੇ ਵਿੱਚ ਅਧਿਆਪਕ ਨੂੰ ਦੇਖਣ ਦੇ ਪੈਮਾਨੇ ਕੁਝ ਬਦਲੇ ਹੋਏ ਨੇ? ਸੁਨੀਏ ਸਾਹਿਬ, ਤੁਹਾਡੀ ਵੀਡੀਓ ਬੰਦ ਹੋ ਗਈ ਸਰ। ਇੱਕ ਮਿੰਟ ਹਾਂ। जी पूनिया साहब, हाँ जी हाँ जी 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 आ रही आवाज? हाँ बिल्कुल आ रही है सर, बिल्कुल बिल्कुल आ रही है। ਜਿਹੜਾ ਤੁਸੀਂ ਇਹ ਕਿਹਾ ਕਿ ਹੈਲੋ, हाँ जी हाँ जी हाँ जी हाँ जी ਤਾਂ ਇਹ ਜਿਹੜਾ ਸਾਡਾ ਅਧਿਆਪਕ ਦਾ ਜਿਹੜਾ ਹੈ ਰੁਤਬਾ ਜਿਹੜਾ ਸੀਗਾ, ਤੋਂ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਉਹ ਰੱਬ ਉੱਪਰ ਸੀਗਾ जी।
ਲੇਕਿਨ ਜਿਵੇਂ ਜਿਵੇਂ ਪੂੰਜੀ ਦਾ ਦੌਰ ਆਉਂਦਾ ਤਾਂ ਵਿੱਦਿਆ ਜਿਹੜੀ ਆ ਉਹ ਵਪਾਰ ਬਣਦੀ ਆ ਜੀ ਤੇ ਵਪਾਰ ਦੇ ਵਿੱਚ ਜਦੋਂ ਸਿੱਖਿਆ ਸਿੱਧੇ ਤੇ ਅਸਿੱਧੇ ਰੂਪ ਦੇ ਵਿੱਚ ਇਸ ਦੀ ਵੱਟ ਹੋ ਗਈ ਜਾਨੀ ਇਹਨੂੰ ਇੱਕ ਜਿੱਤ ਮੰਨ ਲਵੇ ਕਿ ਲੋਕ ਵੇਚਣ ਵਾਲੇ ਆ ਤੇ ਉਹ ਪ੍ਰਾਈਵੇਟ ਖੇਤਰ ਦੇ ਅੰਦਰ ਤੇ ਜਾਂ ਰਾਜ ਦੇ ਬੈਕ ਦੇ ਉੱਤੇ ਕਾਰਪੋਰੇਟਸ ਜਿਹੜਾ ਤਾਂ ਫਿਰ ਉਹ ਵਪਾਰ ਕਰਦਾ। ਜਦੋਂ ਵਪਾਰ ਹੋ ਜਾਂਦਾ ਤਾਂ ਫਿਰ ਜਿਹੜਾ ਹੈ ਸਾਡਾ ਰੁਤਬਾ ਜਿਹੜਾ ਹੈ ਉਹ ਅਧਿਆਪਕ ਦਾ ਉਸ ਕਿਸਮ ਦਾ ਨਹੀਂ ਰਹਿੰਦਾ ਹੈਗਾ। ਤੇ ਜਦੋਂ ਰਾਜੇ ਉਹਨਾਂ ਦੀਆਂ ਨੀਤੀਆਂ ਤੇ ਉਹ ਆਪਣੇ ਹਿੱਤਾਂ ਦੇ ਲਈ ਹੋਣ ਤਾਂ ਫਿਰ ਉਹ ਕਾਰ ਨਹੀਂ ਕਰਦੇ ਤੇ ਅਧਿਆਪਕ ਨੂੰ ਜਿਹੜਾ ਉਹ ਆਪਣੇ ਮੁਤਾਬਕ ਜਿਹੜਾ ਢਾਲਦੇ ਹੈ ਤੇ ਉਹ ਆਸ ਕਰਦੇ ਆ ਕਿ ਅਧਿਆਪਕ ਸਾਡੇ ਅਨੁਸਾਰ ਹੀ ਹੋਵੇ ਜੀ। ਤੇ ਉਹਦੇ ਵਿੱਚ ਸੁਭਾਵਿਕ ਹੈ ਕਿ ਅਧਿਆਪਕ ਦਾ ਸਤਿਕਾਰ ਜਿਹੜਾ ਨਾ ਉਹ ਨਹੀਂ ਰਹਿੰਦਾ ਜੀ। ਇਹ ਵੱਡਾ ਖਤਰਾ ਹੋਇਆ ਇਸ ਵੇਲੇ ਤੇ ਬਹੁਤ ਕਿਸਮ ਦੀ ਸਥਿਤੀ ਬਣੀ ਹੈਗੀ ਆ ਕਿ ਅਧਿਆਪਕ ਦਾ ਮਾਨ ਸਨਮਾਨ ਜਿਹੜਾ ਉਹ ਘਟਿਆ। ਅਧਿਆਪਕ ਦਾ ਵਿਦਿਆਰਥੀ ਦਾ ਜਿਹੜਾ ਭਵਿੱਖ ਹੈ ਉਹ ਧੁੰਦਲਾ ਹੋਇਆ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਿਹੜੀਆਂ ਸੰਭਾਵਨਾਵਾਂ ਇਸ ਤਰ੍ਹਾਂ ਦੀਆਂ ਬਣ ਜੀ। ਥੋੜਾ ਜਿਹਾ ਨੈਟਵਰਕ ਦੀ ਕਿਤੇ ਮੈਨੂੰ ਥੋੜੀ ਜਿਹੀ ਪ੍ਰੋਬਲਮ ਲੱਗਦੀ ਹੈ। ਥੋੜਾ ਜਿਹਾ ਇੱਕ ਤਾਂ ਹੱਥ ਆਪਣਾ ਕੈਮਰੇ ਦੇ ਅੱਗੇ ਨਾ ਕਰੋ, ਉਹ ਵਿੱਚ ਫਿਰ ਸਾਹਮਣੇ ਜਿਹੜਾ ਵਿਜ਼ਨ ਹੈ ਉਹ ਕਲੀਅਰ ਨਹੀਂ ਹੁੰਦਾ ਹੈਗਾ। ਆਪਾਂ ਅਗਲੇ ਸਵਾਲ ਵੱਲ ਆਉਣੇ ਆ ਸਰ। ਅੱਜ ਕੱਲ ਆਪਾਂ ਇੱਕ ਬਹੁਤ ਅਚਨਚੇਤ ਆਫਤ ਦੇ ਦੌਰ ਚੋਂ ਲੰਘ ਰਹੇ ਹਾਂ, ਕਰੋਨਾ ਮਹਾਮਾਰੀ ਦੇ ਦੌਰ ਦੇ ਵਿੱਚ। ਤੇ ਇਸ ਕਰੋਨਾ ਮਹਾਮਾਰੀ ਦਾ ਜੇ ਆਪਾਂ ਕਹਿ ਲਈਏ ਕਿ ਕੁਝ ਲੋਕ ਤਾਂ ਉਹ ਨੇ ਜਿਨ੍ਹਾਂ ਦਾ ਸਿੱਧਾ ਨੁਕਸਾਨ ਹੋਇਆ, ਮੌਤਾਂ ਹੋਈਆਂ ਬਹੁਤ ਸਾਰੀਆਂ। ਤੇ ਮੈਨੂੰ ਲੱਗਦਾ ਕਿ ਉਹਨਾਂ ਮੌਤਾਂ ਤੋਂ ਬਾਅਦ ਜੇ ਆਪਾਂ ਦੇਖੀਏ ਤਾਂ ਸਭ ਤੋਂ ਵੱਧ ਨੁਕਸਾਨ ਐਜੂਕੇਸ਼ਨ ਸੈਕਟਰ ਦਾ ਕੀਤਾ ਕਰੋਨਾ ਨੇ। ਤੇ ਅੱਜ ਦੇ ਦੌਰ ਦੇ ਵਿੱਚ ਅਧਿਆਪਕ ਤੇ ਵਿਦਿਆਰਥੀਆਂ ਦੇ ਵਿੱਚ ਸਿੱਧਾ ਸੰਪਰਕ ਨਹੀਂ ਹੈਗਾ। ਤੇ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ, ਕਿਉਂਕਿ ਤੁਸੀਂ ਇਸ ਦੌਰ ਦੇ ਵਿੱਚ ਵਿਚਰ ਰਹੇ ਹੋ ਚਿੰਤਕ ਦੇ ਤੌਰ ਤੇ, ਇਸ ਆਨਲਾਈਨ ਸਿੱਖਿਆ ਦੇ ਦੌਰ ਦੇ ਵਿੱਚ ਅਧਿਆਪਕ ਸਿੱਖਿਆ ਦੇ ਕੇਂਦਰ ਦੇ ਵਿੱਚ ਜ਼ਿਆਦਾ ਆਇਆ ਜਾਂ ਅਧਿਆਪਕ ਹਾਸ਼ੀਏ ਤੇ ਚਲਾ ਗਿਆ? ਕੀ ਮਹਿਸੂਸ ਕਰਦੇ ਹੋ ਤੁਸੀਂ? ਡਾਕਟਰ ਸਾਹਿਬ ਇਹ ਹੈ ਕਿ ਜਿਹੜਾ ਕਰੋਨਾ ਕਾਲ ਹੈ ਜੀ, ਇਹ ਬੱਚਿਆਂ ਲਈ, ਸਿੱਖਿਆ ਲਈ ਤੇ ਅਧਿਆਪਕਾਂ ਲਈ ਵੀ ਸਰਾਪ ਹੋਇਆ ਜੀ। ਤੇ ਅਧਿਆਪਕ ਬੱਚਿਆਂ ਦਾ ਤੇ ਸਿੱਖਿਆ ਦਾ ਨੁਕਸਾਨ ਹੋਇਆ ਇਹਦੇ ਚ ਬਹੁਤ ਜ਼ਿਆਦਾ, ਜਿਹਦੀ ਕੋਈ ਵੀ ਅਸੀਂ ਗਿਣਤੀ ਮਿਣਤੀ ਨਹੀਂ ਕਰ ਸਕਦੇ, ਸੀਮਾ ਰਹਿਤ ਹੈ ਜੀ। ਕਿਉਂਕਿ ਸਿੱਖਿਆ ਜਿਹੜੀ ਹੈ ਇਹ ਗਿਆਨ ਦਾ ਪ੍ਰਵਾਹ ਹੈ ਤੇ ਇਹ ਲੈਣ ਦੇਣ ਹੁੰਦਾ। ਜਦੋਂ ਅਧਿਆਪਕ ਪੜ੍ਹਾ ਰਿਹਾ ਹੁੰਦਾ ਜਾਂ ਮੈਂ ਆਖਾਂ ਕਿ ਸਿਖਾ ਰਿਹਾ ਹੁੰਦਾ ਉਸੇ ਵੇਲੇ ਅਧਿਆਪਕ ਸਿੱਖ ਵੀ ਰਿਹਾ ਹੁੰਦਾ। ਇਹਦੇ ਚ ਬਹੁਤ ਸਾਰਾ ਪਿਆਰਾ ਸਾਡੇ ਕੋਲ ਕਮਾਲ ਦਾ ਮਾਡਲ ਹੈ ਕਿ ਅਧਿਆਪਕ ਹਮੇਸ਼ਾ ਗੁਰੂ ਨਹੀਂ ਹੁੰਦਾ। ਜਿਸ ਵੇਲੇ ਉਹ ਗੁਰੂ ਹੈ ਉਸੇ ਵੇਲੇ ਉਹ ਆਪ ਵੀ ਵਿਦਿਆਰਥੀ ਹੁੰਦਾ। ਬਿਲਕੁਲ। ਇਹ ਸਾਡੇ ਕੋਲ ਮਾਡਲ ਗੁਰੂ ਗੋਬਿੰਦ ਸਿੰਘ ਜੀ ਦਾ ਹੈ ਕਿ ਜੇ ਉਹ ਪੰਜ ਪਿਆਰਿਆਂ ਦੇ ਗੁਰੂ ਜਿਹੜੇ ਆ ਉਹ ਪ੍ਰਵਾਨ ਹੁੰਦੇ ਆ ਤਾਂ ਉਸੇ ਵੇਲੇ ਪੰਜਾਂ ਪਿਆਰਿਆਂ ਨੂੰ ਜਿਹੜੇ ਆ ਉਹ ਗੁਰੂ ਪ੍ਰਵਾਨ ਕਰਦੇ। ਮੈਨੂੰ ਲੱਗਦਾ ਕਿ ਸਿੱਖਿਆ ਦਾ ਇਹ ਮਾਡਲ ਬਹੁਤ ਕਮਾਲ ਹੈ ਤੇ ਬਹੁਤ ਅੱਛਾ ਪਿਆਰਾ ਸੋਹਣਾ ਹੈਗਾ। ਤੇ ਜਦੋਂ ਕਾਰਪੋਰੇਟਸ ਤੇ ਸਰਮਾਏਦਾਰੀ, ਕਰੋਨਾ ਸਮੱਸਿਆ ਹੈਗੀ ਆ, ਬਿਮਾਰੀ ਹੈਗੀ ਆ, ਲੇਕਿਨ ਸਾਡੀ ਸਿਧਾਂਤਕ ਸਮਝ ਇਹਦੇ ਤੇ ਇਹ ਹੈਗੀ ਆ ਕਿ ਇਸ ਸਮੱਸਿਆ ਨੂੰ ਥ੍ਰੈਟ ਦੇ ਰੂਪ ਚ ਵਰਤਿਆ ਗਿਆ। ਸਦਮਾ ਸਿਧਾਂਤ ਤਹਿਤ ਜਿਹੜਾ ਲਿਆ ਕੇ ਆਂਦਾ ਗਿਆ ਔਰ ਇਸ ਵੇਲੇ ਸਕੂਲ ਜਿਹੜੇ ਆ ਉਹਨਾਂ ਨੂੰ ਬੰਦ ਰੱਖਣਾ, ਫਿਰ ਆਨਲਾਈਨ ਜਿਹੜੀ ਆ ਉਹ ਪੜ੍ਹਾਈ ਕਰਨੀ ਤੇ ਉਹਦੇ ਨਾਲ ਜਿੰਨਾ ਅਧਿਆਪਕ ਸਿੱਖਿਆ ਤੋਂ ਪਰੇ ਹੋਇਆ ਤੇ ਬੱਚਾ ਜਿਹੜਾ ਪਰੇ ਹੋਇਆ ਉਹਦੇ ਚ ਅਧਿਆਪਕ ਤੇ ਬੱਚਿਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ। ਤੇ ਮੈਂ ਸਮਝਦਾ ਕਿ ਰਾਜਿਆਂ ਦੀ ਤੇ ਕਾਰਪੋਰੇਟਸ ਦੀ ਸਭ ਦੀ ਰਲੀ ਮਿਲੀ ਜਿਹੜੀ ਆ ਸੋਚੀ ਸਮਝੀ ਚਾਲ ਕਰਕੇ ਹੋਇਆ। ਤੋਂ ਇਹਦੇ ਚ ਅਧਿਆਪਕ ਦਾ ਤੇ ਵਿਦਿਆਰਥੀਆਂ ਦਾ ਤੇ ਸਿੱਖਿਆ ਦਾ ਬਹੁਤ ਨਾ ਪੂਰਿਆ ਜਾਣ ਵਾਲਾ ਜਿਹੜਾ ਘਾਟਾ। ਜੀ ਪੁਰੀਆ ਸਾਹਿਬ, ਮੈਨੂੰ ਇਹ ਲੱਗਦਾ ਕਿ ਉਹ ਦੌਰ ਨਾ ਸਭ ਤੋਂ ਵੱਧ ਬਦਕਿਸਮਤ ਦੌਰ ਹੁੰਦਾ ਹੈ ਜਦੋਂ ਅਧਿਆਪਕ ਸਕੂਲਾਂ ਦੀ ਬਜਾਏ ਸੜਕਾਂ ਤੇ ਹੁੰਦਾ ਹੈ। ਵੈਸੇ ਤਾਂ ਇਹ ਬਹੁਤ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ ਹੈ, ਸੰਘਰਸ਼ ਦਾ ਜਿਹੜਾ ਦੌਰ ਹੈ ਉਹ ਕਦੇ ਮੁੱਕਦਾ ਨਹੀਂ ਹੁੰਦਾ। ਪਰ ਅੱਜ ਦੇ ਦੌਰ ਦੇ ਵਿੱਚ ਤੁਸੀਂ ਬਹੁਤ ਵੱਡੇ ਪੱਧਰ ਤੇ ਇਸ ਵਰਤਾਰੇ ਦਾ ਹਿੱਸਾ ਰਹੇ ਹੋ ਕਿ ਅਧਿਆਪਕ ਸਕੂਲਾਂ ਦੇ ਵਿੱਚ ਘੱਟ ਹੈ, ਸੜਕਾਂ ਤੇ ਵੱਧ ਹੈ।
ਇਹਦੇ ਵਿੱਚ ਕਈ ਲੋਕਾਂ ਨੂੰ ਇਹ ਲੱਗਦਾ ਹੈ ਕਿ ਅਧਿਆਪਕਾਂ ਦੀਆਂ ਇੱਛਾਵਾਂ ਜ਼ਿਆਦਾ ਵੱਧ ਗਈਆਂ, ਉਹ ਸ਼ਾਇਦ ਤਾਂ ਸੜਕਾਂ ਦੇ ਉੱਤੇ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਅਧਿਆਪਕਾਂ ਦੀਆਂ ਇੱਛਾਵਾਂ ਵੱਧ ਗਈਆਂ ਜਾਂ ਅਧਿਆਪਕਾਂ ਦੇ ਸੰਕਟ ਵੱਧ ਗਏ? ਇਹ ਅਸਲ ਦੇ ਵਿੱਚ ਜੀ ਇਸ ਤਰ੍ਹਾਂ ਦਾ ਐਵੇਂ ਨਹੀਂ ਹੈ। ਜੀ ਅਧਿਆਪਕਾਂ ਦਾ ਸੜਕਾਂ ਤੇ ਆਉਣਾ ਕੋਈ ਸ਼ੌਕ ਨਹੀਂ ਹੈ। ਜੀ ਰਾਜਿਆਂ ਦੀਆਂ ਗਲਤ ਨੀਤੀਆਂ ਨੇ। ਹੂੰ ਤੇ ਅਸਲ ਦੇ ਵਿੱਚ ਸਰਮਾਏਦਾਰ ਪ੍ਰਬੰਧ ਦੇ ਅੰਦਰ ਜਦੋਂ ਰਾਜ ਨੂੰ ਕਾਰਪੋਰੇਟਸ ਚਲਾਉਂਦਾ ਹੋਵੇ ਹੂੰ ਤਾਂ ਸਾਡੀ ਸਮਝ ਇੰਨੀ ਕੁ ਬਣੀ ਆ ਕਿ ਰਾਜ ਦਾ ਚੰਗੀ ਤੇ ਸਿਹਤਮੰਦ ਅਸਾਰੂ ਸਿੱਖਿਆ ਦੇਣ ਦਾ ਕੋਈ ਏਜੰਡਾ ਨਹੀਂ ਹੈ। ਹੂੰ ਤੇ ਇਸ ਦੌਰ ਦੇ ਅੰਦਰ ਜਦੋਂ ਪੂੰਜੀਵਾਦ ਜਿਹੜਾ ਫੈਲਾਅ ਕਰਦਾ ਹੈ, ਜਦੋਂ ਉਹ ਪਸਰਦਾ, ਤਾਂ ਕੁਝ ਇੱਕ ਹਿੱਸਾ ਜਿਹੜਾ ਅਧਿਆਪਕਾਂ ਦਾ ਵੀ ਇਹਦੇ ਬਹਿਣ 'ਚ ਬਹਿ ਗਿਆ, ਜਿਹੜਾ ਸੁਭਾਵਿਕ ਹੈ, ਉਹਨੂੰ ਉਵੇਂ ਦਾ ਦੋਸ਼ ਨਹੀਂ ਦਿੱਤਾ ਜਾ ਸਕਦਾ। ਤੇ ਪੈਸੇ ਦੀ ਦੌੜ ਤੇ ਜਾਂ ਪਦਾਰਥਾਂ ਦੀ ਇਹ ਕੁਛ ਹੋਇਆ, ਲੇਕਿਨ ਉਹਦਾ ਜਿਹੜਾ ਬੇਸਿਕ ਜਿਹੜਾ ਉਹ ਅਧਿਆਪਕ ਨਹੀਂ ਆ, ਜਾਂ ਉਹਦਾ ਇਸ ਬਹਿਣ 'ਚ ਬਹਿ ਜਾਣਾ ਨਹੀਂ ਆ। ਜੇ ਪ੍ਰਬੰਧ ਹੀ ਸਾਡਾ ਬਰਾਬਰਤਾ ਦਾ ਹੁੰਦਾ ਤੇ ਜਿਹੜਾ ਸਾਵਾਂ ਨਾ ਹੁੰਦਾ ਆਰਥਿਕ ਪ੍ਰਬੰਧ ਤੇ ਸਿੱਖਿਆ ਪ੍ਰਬੰਧ, ਫਿਰ ਐਸਾ ਨਹੀਂ ਸੀ ਹੋਣਾ। ਹੁਣ ਜਦੋਂ ਆਰਥਿਕ ਤੇ ਸਿੱਖਿਆ ਦਾ ਪ੍ਰਬੰਧ ਸਾਵਾਂ ਨਹੀਂ ਆ, ਤਾਂ ਫਿਰ ਸੁਭਾਵਿਕ ਹੈ ਕਿ ਅਧਿਆਪਕਾਂ ਦੇ ਮੰਗਾਂ ਨੇ, ਮਸਲੇ ਨੇ, ਉਹ ਸਿੱਖਿਆ ਨਾਲ ਸੰਬੰਧਿਤ ਨੇ, ਉਹਨਾਂ ਦੇ ਆਪਣੇ ਕਿੱਤੇ ਨਾਲ ਸੰਬੰਧਿਤ ਨੇ, ਉਹਨਾਂ ਦੇ ਰੁਤਬੇ ਨਾਲ ਸੰਬੰਧਿਤ ਨੇ, ਉਹਨਾਂ ਦੇ ਮਾਣ ਨਾਲ ਸੰਬੰਧਿਤ ਨੇ, ਸਨਮਾਨ ਨਾਲ ਸੰਬੰਧਿਤ ਨੇ, ਵਿਦਿਆਰਥੀਆਂ ਨਾਲ ਸੰਬੰਧਿਤ ਨੇ, ਉਹਨਾਂ ਦੇ ਮਾਪਿਆਂ ਨਾਲ ਸੰਬੰਧਿਤ ਨੇ, ਸਮਾਜ ਨਾਲ ਸੰਬੰਧਿਤ ਨੇ। ਇਸ ਕਰਕੇ ਉਹਨਾਂ ਦਾ ਸੜਕਾਂ ਤੇ ਆਉਣ ਦਾ ਮੁੱਖ ਕਾਰਨ ਇਹ ਹੈਗਾ। ਇਸ ਕਰਕੇ ਅਧਿਆਪਕ ਦੇ ਸਿਰੇ ਦੋਸ਼ ਜਿਹੜਾ ਵਾਜਬ ਨਹੀਂ ਆ। ਇਹ ਦੋਸ਼ ਜਿਹੜਾ ਉਹ ਰਾਜ ਦਾ ਹੈ, ਰਾਜਿਆਂ ਦਾ ਹੈ, ਉਹਨਾਂ ਦੀ ਨੀਅਤ ਦਾ ਤੇ ਉਹਨਾਂ ਦੀ ਨੀਤੀ ਦਾ ਹੈ। ਜੀ ਬਿਲਕੁਲ, ਤੁਸੀਂ ਠੀਕ ਜਿਹੜੀ ਦੁੱਖ ਦੀ ਰਗ ਦੇ ਉੱਤੇ ਹੱਥ ਧਰਿਆ ਕਿ ਅਧਿਆਪਕ ਦਾ ਇਹ ਸ਼ੌਕ ਨਹੀਂ ਹੁੰਦਾ ਸੜਕਾਂ ਤੇ ਆਉਣਾ। ਜਦੋਂ ਸੰਕਟ ਇੰਨੇ ਜ਼ਿਆਦਾ ਵੱਧ ਜਾਂਦੇ ਨੇ ਤਾਂ ਉਦੋਂ ਫਿਰ ਕੋਈ ਹੋਰ ਰਾਹ ਨਹੀਂ ਬਚਦਾ ਹੁੰਦਾ, ਤਾਂ ਫਿਰ ਸੜਕਾਂ ਤੇ ਆ ਕੇ ਸੰਘਰਸ਼ ਲੜੇ ਜਾਂਦੇ ਨੇ। ਤੇ ਇਕੱਲੇ ਅਧਿਆਪਕ ਨਹੀਂ ਲੜ ਰਹੇ, ਤੇ ਇਸ ਵੇਲੇ ਦੁਨੀਆ ਦਾ ਸਭ ਤੋਂ ਵੱਡਾ ਸੰਘਰਸ਼ ਕਿਸਾਨ ਸੰਘਰਸ਼ ਵੀ ਸੜਕਾਂ ਤੇ ਆ ਕੇ ਲੜਿਆ ਜਾ ਰਿਹਾ, ਤੇ ਸ਼ੌਕ ਉਹਨਾਂ ਦਾ ਵੀ ਨਹੀਂ ਹੈਗਾ। ਸੋ ਸੰਘਰਸ਼ ਜਿਹੜੇ ਸਮੇਂ ਦੀ ਲੋੜ ਚੋਂ ਪੈਦਾ ਹੁੰਦੇ ਨੇ, ਉਹੀ ਸੰਘਰਸ਼ ਕਾਮਯਾਬ ਹੁੰਦੇ ਨੇ ਜਿਨ੍ਹਾਂ ਦੇ ਪਿੱਛੇ ਕੋਈ ਬੁਨਿਆਦ ਹੁੰਦੀ ਹੈ। ਆਪਾਂ ਗੱਲ ਅੱਗੇ ਤੋਰਦੇ ਹਾਂ। ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਪਹਿਲਾਂ ਅਧਿਆਪਕ ਉਸਤਾਦ ਹੁੰਦਾ ਸੀ ਤੇ ਅਧਿਆਪਕ ਸਾਰਾ ਕੁਝ ਹੁੰਦਾ ਸੀ ਬੱਚੇ ਲਈ। ਫਿਰ ਕਹਿੰਦੇ ਅਧਿਆਪਕ ਕੱਲਾ ਮੋਟੀਵੇਟਰ ਹੈ, ਅਧਿਆਪਕ ਨੇ ਇਕੱਲੀ ਪ੍ਰੇਰਨਾ ਦੇਣੀ ਹੈ। ਤੇ ਹੁਣ ਨਵੀਂ ਟਰਮ ਜਿਹੜੀ ਆ ਰਹੀ ਹੈ ਪੂਨੀਆ ਸਾਹਿਬ, ਉਹ ਹੈ ਕਿ ਅਧਿਆਪਕ ਨੇ ਸਿਰਫ ਫੈਸਿਲੀਟੇਟ ਕਰਨਾ ਬੱਚੇ ਨੂੰ। ਤੇ ਮੈਨੂੰ ਇਹ ਲੱਗਦਾ ਕਿ ਇਦੋਂ ਬਾਅਦ ਅੱਗੇ ਕੀ ਹੋਊਗਾ ਅਧਿਆਪਕ ਦਾ, ਇਹ ਤੁਸੀਂ ਵੱਧ ਦੱਸ ਸਕਦੇ ਹੋ। ਆਉਣ ਵਾਲੇ ਸਮੇਂ ਦੇ ਵਿੱਚ ਜਿਹੋ ਜਿਹਾ ਆਨਲਾਈਨ ਸਿੱਖਿਆ ਦੇ ਵਿੱਚ ਅਧਿਆਪਕ ਨੂੰ ਹਾਸ਼ੀਆਕ੍ਰਿਤ ਕੀਤਾ ਜਾ ਰਿਹਾ ਹੈ, ਤਾਂ ਇਹਦਾ ਅਗਲਾ ਰੂਪ ਕੀ ਹੋਊਗਾ ਅਧਿਆਪਕ ਦਾ? ਫੈਸਿਲੀਟੇਟਰ ਤੋਂ ਬਾਅਦ ਅਸੀਂ ਅਧਿਆਪਕ ਨੂੰ ਕਿਸ ਰੂਪ 'ਚ ਦੇਖਾਂਗੇ? ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ। ਤੁਸੀਂ ਬਤੌਰ ਚਿੰਤਕ ਕੀ ਮਹਿਸੂਸ ਕਰਦੇ ਹੋ? ਡਾਕਟਰ ਸਾਹਿਬ, ਇਹ ਹੈ ਕਿ ਜਦੋਂ ਸਿੱਖਿਆ ਜਿਹੜੀ ਸੀਗੀ ਉਹ ਧਾਰਮਿਕ ਸਭਾਵਾਂ ਕੋਲ ਸੀਗੀ ਜੀ ਜਾਂ ਧਾਰਮਿਕ ਲੋਕ ਗੁਰੂ ਦੇ ਰੂਪ ਦੇ ਵਿੱਚ ਸਿੱਖਿਆ ਦਿੰਦੇ ਸੀਗੇ ਜੀ ਉਦੋਂ ਤੱਕ ਇਹ ਉਸਤਾਦ ਸੀ। ਜੀ ਜਦੋਂ ਰਾਜ ਤੇ ਰਾਜੇ ਸਿੱਖਿਆ ਨੂੰ ਲੈ ਕੇ ਆਉਂਦੇ ਆ, ਮੈਂ ਪਹਿਲਾਂ ਵੀ ਕਿਹਾ ਕਿ ਸਿੱਖਿਆ ਰਾਜ ਤੇ ਰਾਜਿਆਂ ਦਾ ਹਥਿਆਰ ਹੈ ਜੀ ਤਾਂ ਉਹਨਾਂ ਨੇ ਇਸ ਨੂੰ ਉਸ ਰੂਪ ਦੇ ਵਿੱਚ ਵਰਤਿਆ। ਤਾਂ ਅਧਿਆਪਕ ਇੱਕ ਪ੍ਰੇਰਕ ਤੋਂ ਬਾਅਦ ਅੱਜ ਪੂੰਜੀ ਦੇ ਦੌਰ ਦੇ ਵਿੱਚ ਜਿਸ ਵੇਲੇ ਕਾਰਪੋਰੇਟ ਸਾਰਾ ਕੁਝ ਕੰਟਰੋਲ ਕਰ ਰਿਹਾ, ਤਾਂ ਉਹ ਇੱਕ ਫੈਸਿਲੀਟੇਟਰ ਹੈ। ਤੇ ਇਸ ਤਰ੍ਹਾਂ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਸਮਝ ਇਹ ਹੈ ਕਿ ਜਿਸ ਕਿਸਮ ਦੀਆਂ ਨੀਤੀਆਂ ਨੇ ਤੇ ਅੱਗੇ ਨੀਤੀਆਂ ਹੋਰ ਲਿਆਂਦੀਆਂ ਜਾ ਰਹੀਆਂ ਨੇ, ਤਾਂ ਅਧਿਆਪਕ ਜਿਹੜਾ ਉਹ ਸਾਲਾਂ ਦਾ ਜਿਹੜਾ ਕੰਟਰੈਕਟਰ ਹੋਏਗਾ, ਦਿਹਾੜੀਦਾਰ ਹੋਏਗਾ, ਮਹੀਨਿਆਂ ਦਾ, ਤੇ ਬਹੁਤ ਵਾਰੀ ਉਹ ਘੰਟਿਆਂ ਦਾ ਹੋਏਗਾ ਕਿ ਇੰਨੇ ਘੰਟੇ ਅਧਿਆਪਕ ਦੀ ਲੋੜ ਹੈ, ਇਹਨੂੰ ਬੁਲਾ ਲਓ, ਜਾਂ ਇੰਨੇ ਦਿਨ ਮਹੀਨੇ ਦੀ ਲੋੜ ਹੈਗੀ, ਜਾਂ ਇੰਨੇ ਕੁ ਸਾਲ। ਇਹ ਕੁਝ ਵਾਪਰ ਰਿਹਾ ਸਾਡੇ ਸਿੱਖਿਆ ਖੇਤਰ ਦੇ ਅੰਦਰ, ਸਿੱਖਿਆ ਵਿਭਾਗ ਦੇ ਅੰਦਰ। ਬਹੁਤ ਸਾਰੇ ਕੇਡਰ ਕੈਟਾਗਰੀ ਜਿਸ ਢੰਗ ਦੇ ਨਾਲ ਕੰਟਰੈਕਟ ਤੇ ਰੱਖਿਆ 5-5, 7-7 ਹਜ਼ਾਰ ਦੇ ਉੱਤੇ, ਉਹਨਾਂ ਦੀਆਂ ਐਜੀਟੇਸ਼ਨਸ ਨੇ, ਉਹ ਰੈਗੂਲਰ ਹੋਣਾ ਚਾਹੁੰਦੇ ਆ। ਔਰ ਬਹੁਤ ਸ਼ਰਮਨਾਕ ਗੱਲ ਹੈ ਕਿ ਜ਼ਰੂਰੀ ਸੇਵਾਵਾਂ ਦੇ ਵਿਭਾਗ ਦੇ ਵਿੱਚ ਸਾਡਾ ਸੰਵਿਧਾਨ ਕਹਿੰਦਾ ਹੈ ਕਿ ਕਿਸੇ ਨੂੰ ਕੱਚਿਆ ਨਹੀਂ ਰੱਖਿਆ ਜਾ ਸਕਦਾ। ਇਹ ਤਾਂ ਪ੍ਰੋਜੈਕਟ ਅਧੀਨ ਹੁੰਦਾ ਕਿ ਕੋਈ ਪ੍ਰੋਜੈਕਟ ਬਿਲਡਿੰਗ ਦਾ ਹੈ, ਕੋਈ ਸੜਕਾਂ ਦਾ ਹੈਗਾ, ਕਿ ਉੱਥੇ ਕੁਝ ਮਹੀਨੇ, ਕੁਝ ਸਾਲ ਜਿਹੜੀ ਲੋੜ ਹੈਗੀ ਕਿਸੇ ਮੁਲਾਜ਼ਮ ਦੀ, ਤਾਂ ਉਹਨੂੰ ਕੰਟਰੈਕਟ ਤੇ ਲੈ ਆਓ। ਲੇਕਿਨ ਸਿੱਖਿਆ ਵਰਗੇ ਖੇਤਰ ਦੇ ਵਿੱਚ ਕੰਟਰੈਕਟ ਕਰਨਾ ਤੇ ਫਿਰ ਉਹਨੂੰ ਜਿਹੜਾ ਰੈਗੂਲਰ ਨਾ ਕਰਨਾ ਤੇ ਉਹਨੂੰ ਵੇਸਟ
ਗ੍ਰੇਡ ਪੂਰੇ ਨਾ ਦੇਣੇ, ਇਹ ਬਹੁਤ ਮਾਨ ਸਨਮਾਨ ਦੇ ਨਾਲ ਉਹ ਮਿੱਟੀ 'ਚ ਮਿਲਾਉਣ ਵਾਲੀ ਗੱਲ ਹੈ। ਤੇ ਇਹਦੇ ਤੋਂ ਸਾਫ਼ ਹੁੰਦਾ ਹੈ ਕਿ ਰਾਜ ਦਾ ਸਿੱਖਿਆ ਦੇਣ ਦਾ ਅਸਲ ਦੇ ਵਿੱਚ ਕੋਈ ਪ੍ਰੋਗਰਾਮ ਨਹੀਂ ਹੈ। ਆਉਣ ਵਾਲੇ ਸਮੇਂ 'ਚ ਅਧਿਆਪਕ ਨੂੰ ਸਿੱਧੇ ਤੌਰ ਦੇ ਉੱਤੇ ਜਿਹੜੀ ਸਟੇਟ ਹੈਗੀ ਆ, ਉਹ ਇੱਕ ਮਸ਼ੀਨ ਦੇ ਰੂਪ 'ਚ ਵਰਤੇਗੀ ਕਿ ਮਸ਼ੀਨ ਆ ਗਈ ਆ, ਮਸ਼ੀਨ ਚਲੀ ਗਈ ਆ, ਤੇ ਮਸ਼ੀਨ ਨੂੰ ਔਨ ਕਰ ਦਿੱਤਾ ਗਿਆ ਤੇ ਮਸ਼ੀਨ ਨੂੰ ਬੰਦ ਕਰ ਦਿੱਤਾ ਗਿਆ। ਜੀ ਇਹ ਬਹੁਤ ਖਤਰਨਾਕ ਹੋਏਗਾ ਸਿੱਖਿਆ ਦੇ ਲਈ ਤੇ ਲੋਕਾਂ ਦੇ ਲਈ, ਆਮ ਲੋਕਾਂ ਦੀ ਸਿੱਖਿਆ ਜਿਹੜੀ ਜਨਤਕ ਦੀ ਸਿੱਖਿਆ ਹੈਗੀ ਆ, ਉਹਦੇ ਲਈ ਬੜਾ ਮਾੜਾ ਹੋਏਗਾ। ਜੀ ਬਿਲਕੁਲ, ਜੇ ਇਸ ਤਰ੍ਹਾਂ ਹੁੰਦਾ ਤਾਂ ਇਹ ਬੜੀਆਂ ਖਤਰਨਾਕ ਸਥਿਤੀਆਂ ਹੋਣਗੀਆਂ ਤੇ ਜਿਹਦੀਆਂ ਬਹੁਤ ਜ਼ਿਆਦਾ ਸੰਭਾਵਨਾਵਾਂ ਦਿਖਾਈ ਦੇ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ, ਜਿਹੜੇ ਪਾਸੇ ਦਿਸ਼ਾਵਾਂ ਦਿਖਾਈ ਦੇ ਰਹੀਆਂ ਨੇ ਕਿ ਅਧਿਆਪਕ ਨੂੰ ਆਨਲਾਈਨ ਸਿੱਖਿਆ ਦੇ ਬਹਾਨੇ ਬਾਹਰ ਵੀ ਕੱਢਿਆ ਜਾ ਸਕਦਾ ਹੈ, ਦਿਹਾੜੀਦਾਰ ਵੀ ਬਣਾਇਆ ਜਾ ਸਕਦਾ ਹੈ, ਮਸ਼ੀਨ ਵੀ ਬਣਾਇਆ ਜਾ ਸਕਦਾ ਹੈ। ਇਹ ਸਾਰੀਆਂ ਸੰਭਾਵਨਾਵਾਂ ਦਿਸ ਰਹੀਆਂ ਨੇ। ਪੁਨੀਆ ਸਾਹਿਬ, ਜੇ ਆਪਾਂ ਇੱਕ ਹੋਰ ਗੱਲ ਕਰੀਏ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਅੱਜ ਦੇ ਦੌਰ ਦੇ ਵਿੱਚ ਸਰਕਾਰੀ ਸੈਕਟਰ ਤੇ ਪ੍ਰਾਈਵੇਟ ਸੈਕਟਰ ਦੋਨੇ ਬਰਾਬਰ ਖੜੇ ਨੇ। ਤੁਸੀਂ ਸਾਰੀ ਉਮਰ ਸਰਕਾਰੀ ਸੈਕਟਰ ਦੇ ਵਿੱਚੋਂ ਹੀ ਪੜ੍ਹੇ ਹੋ ਤੇ ਸਰਕਾਰੀ ਸੈਕਟਰ ਦੇ ਵਿੱਚ ਜੌਬ ਕੀਤੀ ਹੈ ਤੇ ਸਰਕਾਰੀ ਅਧਿਆਪਕਾਂ ਲਈ ਲੜੇ ਹੋ, ਪਰ ਇਹ ਇੱਕ ਸੱਚ ਹੈ ਅੱਜ ਦੇ ਦੌਰ ਦਾ ਕਿ ਮੁਕਾਬਲਾ ਪ੍ਰਾਈਵੇਟ ਸੈਕਟਰ ਦਾ ਤੇ ਸਰਕਾਰੀ ਸੈਕਟਰ ਦਾ ਅਧਿਆਪਕਾਂ ਦਾ ਵੀ ਹੈ। ਪਰ ਦੂਜੇ ਪਾਸੇ ਇਹ ਤਰਕ ਹੈ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਸਥਿਤੀਆਂ ਹੀ ਹੋਰ ਨੇ ਜਿਨ੍ਹਾਂ 'ਚ ਉਹ ਕੰਮ ਕਰ ਰਹੇ ਨੇ, ਜਿਹੜੇ ਬੱਚਿਆਂ ਨਾਲ ਉਹ ਕੰਮ ਕਰ ਰਹੇ ਨੇ, ਇਸ ਕਰਕੇ ਇਹਨਾਂ ਦਾ ਕੋਈ ਮੁਕਾਬਲਾ ਹੋ ਨਹੀਂ ਸਕਦਾ ਹੈਗਾ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਅਧਿਆਪਕਾਂ ਵੱਲੋਂ ਕੋਈ ਬਚਣ ਦਾ ਰਾਹ ਹੈ ਜਾਂ ਇਹਦੇ ਵਿੱਚ ਵੀ ਕੋਈ ਦਲੀਲਾਂ ਨਜ਼ਰ ਆਉਂਦੀਆਂ ਨੇ ਤੁਹਾਨੂੰ? ਦੇਖੋ ਜੀ, ਇਹ ਬੜਾ ਸਾਫ਼ ਹੈ, ਸਪਸ਼ਟ ਹੈ, ਇਹਦੇ 'ਚ ਅਧਿਆਪਕਾਂ ਦੇ ਬਚਣ ਵਾਲੀ ਕੋਈ ਗੱਲ ਨਹੀਂ ਹੈਗੀ ਆ। ਜੀ ਇਸ ਵੇਲੇ ਜੋ ਪੰਜਾਬ ਤੋਂ ਲੈ ਕੇ ਪੂਰੇ ਦੇਸ਼ ਦੇ ਅੰਦਰ, ਭਾਰਤ ਦੇ ਅੰਦਰ ਜੋ ਸਿੱਖਿਆ ਦੀ ਸਥਿਤੀ ਹੈਗੀ ਹੈ, ਮੈਂ ਪਹਿਲਾਂ ਕਿਹਾ ਹੈ ਕਿ ਉਹ ਇੱਕ ਸਿਰਫ ਰਾਜ ਜਿਹੜਾ ਹੈ ਉਹਨੂੰ ਹਥਿਆਰ ਦੇ ਰੂਪ 'ਚ ਵਰਤਦਾ ਹੈ ਤੇ ਜੀ ਇਸ ਨੂੰ ਅਸੀਂ ਹੰਢਾਉਂਦੇ ਰਹੇ ਹਾਂ ਤੇ ਇਸ ਦੇ ਖਿਲਾਫ ਲੜੇ ਹਾਂ ਤੇ ਲੜਦੇ ਰਹੇ ਹਾਂ, ਔਰ ਜਿੰਨਾ ਹੋ ਸਕਿਆ ਅਸੀਂ ਇਹਨੂੰ ਚੈਲੰਜ ਕੀਤਾ ਤੇ ਫੇਸ ਵੀ ਕੀਤਾ। ਹੂੰ ਦੂਸਰੇ ਪਾਸੇ ਜਿਹੜੀ ਪ੍ਰਾਈਵੇਟ ਸਿੱਖਿਆ, ਉੱਥੇ ਸਿੱਖਿਆ ਵਾਲਾ ਕੋਈ ਸਵਾਲ ਨਹੀਂ ਆ, ਉੱਥੇ ਸਿਰਫ ਬਿਜ਼ਨਸ ਹੈਗਾ, ਸਿੱਧਾ ਵਪਾਰ ਹੈ ਜੀ ਤੇ ਹਰ ਚੀਜ਼ ਦੇ ਵਿੱਚੋਂ ਮੁਨਾਫਾ ਹੈ। ਤੇ ਉਹ ਮੁਕਾਬਲਾ ਕਾਹਦਾ ਰਹਿ ਜਾਂਦਾ? ਇੱਕ ਪਾਸੇ ਸਟੇਟ ਦਾ ਹਥਿਆਰ ਹੈ ਤੇ ਦੂਸਰੇ ਪਾਸੇ ਜਿਹੜਾ ਵਪਾਰ ਹੈ, ਤੇ ਮੁਕਾਬਲੇ ਦੀ ਤਾਂ ਕੋਈ ਗੱਲ ਹੀ ਨਹੀਂ ਰਹਿ ਜਾਂਦੀ, ਕੋਈ ਤੁਕ ਹੀ ਨਹੀਂ ਰਹਿ ਜਾਂਦੀ। ਤੇ ਇਸ ਕਰਕੇ ਜਿੱਥੇ ਸਿੱਖਿਆ ਹੀ ਨਹੀਂ ਹੈ, ਹੂੰ ਮੈਂ ਸਾਫ਼ ਕਹੂੰਗਾ ਕਿ ਰਾਜ ਜਿਹੜਾ ਹੈ ਉਹ ਸਿੱਖਿਆ ਦਾ ਨਾਮ ਲੈ ਰਿਹਾ ਤੇ ਸਿੱਖਿਆ ਦੇ ਨਹੀਂ ਰਿਹਾ ਤੇ ਦੇਣ ਨਹੀਂ ਦੇ ਰਿਹਾ। ਜਿਸ ਕਦਰ ਸਾਡੇ ਨਾਲ ਵਿਹਾਰ ਹੁੰਦਾ ਹੈ, ਸਾਡੀਆਂ ਸੰਸਥਾਵਾਂ ਨਾਲ, ਸਾਡੇ ਅਧਿਆਪਕਾਂ ਨਾਲ, ਸਾਡੇ ਜਿਹੜੇ ਸਕੂਲ ਦੇ ਮੁਖੀਆਂ ਦੇ ਨਾਲ। ਤੇ ਦੂਸਰੇ ਪਾਸੇ ਹੈਗਾ ਕਿ ਜਿਨ੍ਹਾਂ ਨੇ ਫੀਸਾਂ ਲੈਣੀਆਂ ਤੇ ਹਰ ਚੀਜ਼ ਨੂੰ ਵੇਚਣਾ, ਉਹਦੇ 'ਚੋਂ ਜਿੰਨੀਆਂ ਵੀ ਚੀਜ਼ਾਂ ਉਹਨਾਂ ਨੇ ਸਕੂਲ ਦੇ ਅੰਦਰੋਂ ਬੱਚੇ ਨੂੰ ਦੇਣੀਆਂ ਲੈਣੀਆਂ ਨਹੀਂ ਹੈਗੀਆਂ, ਉਹਦੀ ਟਰਾਂਸਪੋਰਟੇਸ਼ਨ ਹੈਗੀ ਆ, ਹੋਰ ਹੈਗਾ, ਤਾਂ ਉੱਥੇ ਜਦੋਂ ਵਪਾਰ ਹੈ ਤਾਂ ਫਿਰ ਇਹ ਦੋਨੇ ਪਾਸੇ ਜਿਹੜੇ ਠੀਕ ਨਹੀਂ ਆ ਤੇ ਦੋਹਾਂ ਦਾ ਮੁਕਾਬਲਾ ਵੀ ਨਹੀਂ ਬਣਦਾ ਹੈਗਾ। ਤੇ ਸਿੱਖਿਆ ਇਹਦੇ ਵਿੱਚੋਂ ਜਿਹੜੀ ਆ ਉਹ ਇੱਕ ਪਾਸੇ ਹੈਗੀ ਆ, ਉਹ ਲਗਾਤਾਰ ਮੈਨਸ ਹੋਈ ਆ ਤੇ ਇਸ ਕਰਕੇ ਮੁਕਾਬਲੇ ਵਾਲੀ ਕੋਈ ਗੱਲ ਨਹੀਂ ਬਣਦੀ। ਜੀ ਬਿਲਕੁਲ, ਦੋਨੇ ਸੈਕਟਰਾਂ ਦੀਆਂ ਜਿਹੜੀਆਂ ਆਪੋ ਆਪਣੇ ਮਸਲੇ ਨੇ ਤੇ ਆਪੋ ਆਪਣੇ ਸੰਕਟ ਨੇ। ਪ੍ਰਾਈਵੇਟ ਸੈਕਟਰ ਦੇ ਵਿੱਚ ਦੱਸ ਇੱਕ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ, ਜੀ ਤੁਸੀਂ ਹੈਰਾਨ ਹੋਵੋਗੇ ਕਿ ਪੰਜਾਬ ਦੀ ਅੱਜ ਤੱਕ ਕੋਈ ਸਿੱਖਿਆ ਨੀਤੀ ਨਹੀਂ ਹੈ। ਹੂੰ 1.5 ਸਾਲ ਪਹਿਲਾਂ ਸਾਨੂੰ ਬੁਲਾਇਆ ਸੀ, ਬਹੁਤ ਕੁਝ 2-3 ਦਿਨ ਰਾਤਾਂ ਲਾ ਕੇ ਲੈ ਕੇ ਬਹੁਤ ਤਿਆਰੀ ਕਰਕੇ ਗਏ ਕਿ ਆਹ ਚੀਜ਼ਾਂ ਜਿਹੜੀਆਂ ਸਿੱਖਿਆ ਨੀਤੀ 'ਚ। ਉਹਦੇ ਚੇਅਰਮੈਨ ਜਿਹੜੇ ਸੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਘੁੰਮਣ ਸੀਗੇ, ਉਹ ਪਤਾ ਨਹੀਂ ਕਿੱਥੇ ਆ ਕਿਤੇ ਨਹੀਂ, ਸਾਨੂੰ ਸੁਣ ਲਿਆ ਗਿਆ, ਸਾਨੂੰ ਉੱਥੇ ਲੈ ਲਿਆ ਗਿਆ, ਸਾਡੇ ਕੋਲ ਡਾਕੂਮੈਂਟਸ, ਲੇਕਿਨ ਮੁੜ ਕੇ ਕੋਈ ਗੱਲ ਨਹੀਂ ਹੈਗੀ। ਔਰ ਪਤਾ ਹੀ ਨਹੀਂ ਮੈਂ ਕਿੰਨੇ ਸਾਰੇ ਸਿੱਖਿਆ ਮੰਤਰੀ ਨੂੰ ਤੇ 2 ਮੁੱਖ ਮੰਤਰੀ ਜਿਹੜੇ ਹੈਗੇ ਇਸ ਵੇਲੇ ਦੇ ਮੁੱਖ ਮੰਤਰੀ ਤੇ ਪਿਛਲੇ ਸਾਬਕਾ ਮੁੱਖ ਮੰਤਰੀ, ਇਹਨਾਂ ਨੂੰ ਕਿਹਾ ਕਿ ਸਾਡੀ ਸਿੱਖਿਆ ਨੀਤੀ ਨਹੀਂ ਆ। ਕੇਂਦਰ ਦੀ ਰਾਸ਼ਟਰੀ ਸਿੱਖਿਆ ਨੀਤੀ ਆਈ ਹੈ, ਭਾਵੇਂ ਕਿ ਪਹਿਲਾਂ ਜਿਹੜੀ ਆ ਨਵੀਂ ਸਿੱਖਿਆ ਨੀਤੀ ਜਿਹੜੀ ਸੀਗੀ ਉਹਦੇ 'ਚ ਵੀ ਕੋਈ ਸਿੱਖਿਆ ਵਾਲੀ ਗੱਲ ਨਹੀਂ ਸੀਗੀ। ਪਿਛਲੀ ਸਿੱਖਿਆ ਨੀਤੀ ਦੇ ਵਿੱਚ ਤਾਂ ਇਹਨੂੰ ਸਿੱਖਿਆ ਵਿਭਾਗ ਹੀ ਨਹੀਂ ਸੀ ਮੰਨਿਆ ਜਾ ਰਿਹਾ, ਇਹਨੂੰ ਮਨੁੱਖੀ ਸਾਧਨਾਂ ਦੇ ਵਿਕਾਸ ਦਾ ਵਿਭਾਗ ਜਿਹੜਾ ਕਿਹਾ ਜਾ ਰਿਹਾ ਸੀਗਾ 1986 ਤੋਂ 2000 ਤੱਕ। ਜੀ 2000 ਤੋਂ ਜਿਹੜੀ ਰਾਸ਼ਟਰੀ ਸਿੱਖਿਆ ਨੀਤੀ ਆਈ ਹੈ ਉਹਦੇ ਵਿੱਚ ਇਹਨੂੰ ਸਿੱਖਿਆ ਦਾ ਵਿਭਾਗ ਦਾ ਨਾਮ ਦਿੱਤਾ ਗਿਆ, ਲੇਕਿਨ ਉਹਦੇ ਵਿੱਚ ਇਹਨੂੰ ਰਾਸ਼ਟਰੀ ਸਿੱਖਿਆ ਜਾਣੀ ਕਿ ਫਿਰਕਾ ਪ੍ਰਸਤ ਮਾਡਲ ਜਿਹੜਾ ਲਿਆਂਦਾ ਗਿਆ ਹੈਗਾ ਤੇ ਗੈਰ ਸੰਵਿਧਾਨਕ ਤੌਰ ਤੇ ਉਹ ਨੀਤੀ ਦਿੱਤੀ ਹੈ। ਉਹਦਾ ਅਧਿਕਾਰ ਹੀ ਨਹੀਂ ਹੈਗਾ ਇਕੱਲੇ ਕੇਂਦਰ ਦਾ ਕਿ ਸਿੱਖਿਆ ਨੀਤੀ ਦੇ ਵਿੱਚ। ਤੇ ਨਾਲ ਦੀ ਨਾਲ ਹੈ ਕਿ ਪੂਰੇ ਵਿਦੇਸ਼ਾਂ ਦੀ ਸਿੱਖਿਆ ਤੇ ਉਹਨਾਂ ਦੇ ਕਾਰਪੋਰੇਟਸ ਨੂੰ, ਉਹਨਾਂ ਦੀਆਂ ਜਿਹੜੀਆਂ ਕਾਲਜਸ ਯੂਨੀਵਰਸਿਟੀ ਨੂੰ ਸਿੱਧੇ ਰੂਪ ਦੇ ਵਿੱਚ ਖੁੱਲਾ ਜਿਹੜਾ ਉਹਦੇ ਕਰ ਦਿੱਤਾ ਗਿਆ ਕਿ ਤੁਸੀਂ ਸਾਡੇ ਸਰਜ਼ਮੀਨ ਦੇ ਉੱਤੇ ਆ ਕੇ ਕਾਲਜ ਯੂਨੀਵਰਸਿਟੀਆਂ ਖੋਲ ਸਕਦੇ ਹੋ ਤੇ ਮੁਨਾਫੇ ਕਮਾ ਸਕਦੇ ਹੋ। ਇਹ ਇੱਥੇ ਮੁਕਾਬਲੇ ਵਾਲੀ ਕੋਈ ਗੱਲ ਹੀ ਨਹੀਂ ਰਹਿ ਜਾਂਦੀ ਹੈਗੀ। ਬਿਲਕੁਲ। ਪੁਨੀਆ ਸਾਹਿਬ, ਅਧਿਆਪਕ ਤੋਂ ਬਹੁਤ ਕੁਝ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ,
ਬਿਨਾਂ ਸ਼ੱਕ ਇਹ ਉਮੀਦ ਕਰਨੀ ਵੀ ਬਣਦੀ ਹੈ ਜਦੋਂ ਆਪਾਂ ਇੱਕ ਕਿੱਤੇ ਦੇ ਵਿੱਚ ਆ, ਇੱਕ ਜੌਬ ਦੇ ਵਿੱਚ ਆ, ਪਰ ਜਿੰਨਾ ਅਧਿਆਪਕਾਂ ਤੋਂ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ ਉਹਦੇ ਮੁਕਾਬਲੇ ਅਧਿਆਪਕਾਂ ਲਈ ਕੁਝ ਕਰਨ ਬਾਰੇ ਕਦੇ ਨਹੀਂ ਸੋਚਿਆ ਜਾਂਦਾ। ਤੁਸੀਂ ਇਸ ਫਰੰਟ ਤੇ ਲਗਾਤਾਰ ਕੰਮ ਕੀਤਾ ਹੈ, ਵਰ੍ਹਿਆਂ ਬੱਧੀ ਕੰਮ ਕੀਤਾ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਦੇ ਦੌਰ ਲਈ ਅਧਿਆਪਕਾਂ ਲਈ ਕੀ ਕੀਤਾ ਜਾਣਾ ਚਾਹੀਦਾ ਹੈ? ਬਿਨਾਂ ਸ਼ੱਕ ਡਾਕਟਰ ਸਾਹਿਬ, ਅਧਿਆਪਕਾਂ ਦੀ ਕੋਈ ਪੁੱਛ ਨਹੀਂ, ਕੋਈ ਪ੍ਰਤੀਤ ਨਹੀਂ ਹੈ, ਉਹਨਾਂ ਦਾ ਇੱਜ਼ਤ ਨਹੀਂ ਹੈ, ਮਾਣ ਨਹੀਂ ਹੈ, ਸਨਮਾਨ ਨਹੀਂ ਹੈ, ਉਹਨਾਂ ਦੀ ਰਾਏ ਨਹੀਂ, ਸਲਾਹ ਨਹੀਂ। ਸਿਲੇਬਸ ਬਣਾਉਣਾ ਤੇ ਯੂਨੀਵਰਸਿਟੀ ਦੇ ਕੋਈ ਲੋਕ ਟੀਮ ਲੈ ਕੇ ਬੈਠੇ ਆ ਤੇ ਉਹ ਬਣਾ ਰਿਹਾ, ਉਹਨਾਂ ਨੂੰ ਨਹੀਂ ਪਤਾ ਕਿ ਸਕੂਲ ਦਾ ਬੱਚਾ ਜਿਹੜਾ ਕਿਸ ਉਮਰ ਦੇ ਵਿੱਚ ਹੈਗਾ, ਉਹਦਾ ਮਨੋ ਵਿਗਿਆਨਕ ਪੱਧਰ ਕਿਸ ਕਿਸਮ ਦੇ ਕਿਸ ਲੈਵਲ ਦਾ ਹੈ। ਤੇ ਇਹ ਸਾਰੇ ਕੁਝ ਦੇ ਨਾਲ ਨਾਲ ਸਾਡੀਆਂ ਆਪਣੀਆਂ ਬਹੁਤ ਸਾਰੀਆਂ ਦਿੱਕਤਾਂ ਮੁਸ਼ਕਲਾਂ ਨੇਗੀਆਂ, ਸਾਡੀਆਂ ਲੋੜਾਂ ਨੇ ਸਕੂਲਾਂ ਦੀਆਂ, ਵਿਭਾਗ ਦੀਆਂ, ਅਧਿਆਪਕਾਂ ਦੀਆਂ, ਇੱਥੋਂ ਤੱਕ ਕਿ ਵਿਦਿਆਰਥੀਆਂ ਦੀਆਂ। ਤਾਂ ਜੇ ਸਿਲੇਬਸ ਦੇ ਵਿੱਚ ਅਸੀਂ ਤਾਂ ਕਹਾਂਗੇ ਕਿ ਜਿਹਨੇ ਪੜ੍ਹਨਾ ਉਹ ਆਪਦੀ ਰਾਏ ਕਿਉਂ ਨਾ ਦੇਵੇ ਕਿ ਮੈਨੂੰ ਤਾਂ ਜੀ ਇਹ ਪੜ੍ਹਾਓ, ਮੈਂ ਤਾਂ ਇਸ ਤਰ੍ਹਾਂ ਪੜ੍ਹਨਾ ਚਾਹੁੰਦਾ। ਤੇ ਜਿਹਨੇ ਪੜ੍ਹਾਉਣਾ ਉਹਦੀ ਰਾਏ ਲਈ ਜਾਵੇ। ਹਾਂ, ਇੱਕ ਅੱਧਾ ਕੋਈ ਕਿਸੇ ਲੈਵਲ ਤੇ ਪਤਾ ਨਹੀਂ ਕਿ ਉਹ ਨੇੜਿਓਂ ਤੇੜਿਓਂ ਜਾਂ ਕਿਸੇ ਰਾਜ ਦੇ ਭਾਗ ਦੇ ਵਿੱਚੋਂ ਕਿਸੇ ਇੱਕ ਅਧਿਆਪਕ ਸਕੂਲ ਦਾ ਬਿਠਾ ਦਿਓ ਤੇ 10 ਦੀ ਟੀਮ ਜਿਹੜੀ ਆ ਉਹ ਕਾਲਜ ਯੂਨੀਵਰਸਿਟੀ ਦੀ ਸਕੂਲ ਐਜੂਕੇਸ਼ਨ ਦੇ ਲਈ ਰਿਕਮੈਂਡੇਸ਼ਨ ਦੇ ਰਹੀ ਆ। ਮੈਨੂੰ ਦੁੱਖ ਹੈ, ਮੈਨੂੰ ਅਫਸੋਸ ਹੈ ਕਿ 9ਵੀਂ 10ਵੀਂ ਦਾ ਗਣਿਤ ਔਰ ਵਿਗਿਆਨ ਜਿਹੜਾ ਅਸੀਂ 9ਵੀਂ 10ਵੀਂ ਚ ਪੜ੍ਹਾਇਆ ਤੇ ਪੜ੍ਹਾ ਰਹੇ ਹਾਂ, ਕੈਨੇਡਾ ਉਹ 12ਵੀਂ ਨੂੰ ਪੜ੍ਹਾ ਰਿਹਾ, ਅਮਰੀਕਾ ਉਹ 13ਵੀਂ ਦੇ ਗ੍ਰੇਡ ਨੂੰ ਪੜ੍ਹਾ ਰਿਹਾ। ਮਤਲਬ ਸਾਰੀ ਦੀ ਸਾਰੀ ਉਲਟ ਗੰਗਾ ਜਿਹੜੀ ਬਹਾਈ ਜਾ ਰਹੀ ਹੈ। ਤੇ ਇੱਥੋਂ ਬੜਾ ਸਾਫ਼ ਹੈ ਕਿ ਇਹ ਰਾਜ ਤੇ ਕਾਰਪੋਰੇਟਸ, ਇਹਨਾਂ ਕੋਲੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ ਜਦੋਂ ਨੀਤੀਆਂ ਠੀਕ ਨਹੀਂ ਤੇ ਨੀਅਤ ਠੀਕ ਨਹੀਂ ਹੈਗੀ ਆ। ਤੇ ਉਹ ਸਿਰਫ ਹਥਿਆਰ, ਮੁਨਾਫਾ ਦੇਖਣਾ ਤੇ ਉਹਨਾਂ ਨੇ, ਤੇ ਅਧਿਆਪਕ ਨੂੰ ਉਹਨਾਂ ਨੇ ਕਦੇ ਵੀ ਇਸ ਕਿਸਮ ਦੀ ਗੱਲ ਉਹਨਾਂ ਦੀ ਇੱਜ਼ਤ ਮਾਨ ਸਨਮਾਨ ਦੀ ਨਹੀਂ ਕਰਨੀ ਹੈਗੀ। ਨਾਲ ਹੀ ਸਾਡੀ ਅਫਸਰਸ਼ਾਹੀ ਹੈ। ਅਫਸਰਸ਼ਾਹੀ ਨਾ ਤਾਂ ਰਾਜ ਤੋਂ ਆਜ਼ਾਦ ਹੈ, ਉਹ ਹਰ ਗੱਲ ਜੋ ਰਾਜ ਦਿਸ਼ਾ ਦੇ ਰਿਹਾ, ਮਤਲਬ ਦਿਸ਼ਾ ਵੀ ਕੀ ਦੇ ਰਿਹਾ, ਉਹ ਵੀ ਮੈਂ ਕਹੂੰਗਾ ਕਿ ਮਤਲਬ ਕਿ ਦਿਸ਼ਾ ਨੂੰ ਉਲਟ ਕਰ ਰਿਹਾ। ਉਹ ਸਾਡੀ ਅਫਸਰਸ਼ਾਹੀ ਮੰਨੀ ਜਾ ਰਹੀ ਆ। ਵੱਡਾ ਹਿੱਸਾ ਜਿਹੜਾ ਹੈ ਉਹ ਆਪਦੇ ਢੰਗ ਨਾਲ ਉਸੇ ਤਰ੍ਹਾਂ ਇੱਕ ਜਿਹੜਾ ਹੈ ਪ੍ਰਵਾਨ ਕਰਦਾ ਤੇ ਉਹ ਅੱਗੇ ਚਲਾ ਰਿਹਾ। ਮਤਲਬ ਅਫਸਰ ਆਪਣੀ ਕੋਈ ਨੀਤੀ, ਆਪਣਾ ਕੋਈ ਰਾਏ ਸਲਾਹ ਜਿਹੜਾ ਖੁੱਲੇ ਰੂਪ ਚ ਦੇਣ ਯੋਗ ਨਹੀਂ ਰਿਹਾ ਹੈਗਾ। ਤੇ ਆਜ਼ਾਦੀ ਨਾਲ ਅਧਿਆਪਕ ਜਿਹੜਾ ਆਪਣੀ ਯੋਗਤਾ ਮੁਤਾਬਕ ਉਹਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਹੈਗਾ। ਤੇ ਉਹਨੂੰ ਸਿਲੇਬਸ ਵੀ ਦੱਸਿਆ ਜਾ ਰਿਹਾ ਕਿ ਇਸ ਮਹੀਨੇ ਇੰਨਾ ਪੜ੍ਹਾਓਗੇ, ਇਸ ਹਫ਼ਤੇ ਆਹ ਪੜ੍ਹਾਓਗੇ। ਦੁੱਖ ਦੀ ਗੱਲ ਹੈ, ਅਫਸੋਸ ਦੀ ਗੱਲ ਹੈ ਕਿ ਇਹ ਸਾਰਾ ਕੁਝ ਕੇਂਦਰੀਕਰਨ ਕਰਕੇ ਅਧਿਆਪਕ ਨੇ ਕਲਾਸ ਸਾਹਿਬ ਮੈਨੇਜ ਕਰਨੀ। ਅਧਿਆਪਕ ਨੇ ਯੋਗਤਾ ਰੱਖਦਾ, ਉਹਨੂੰ ਪਤਾ ਕਿ ਕਦੋਂ ਮੈਂ ਕੀ ਪੜ੍ਹਾਉਣਾ ਹੈਗਾ, ਮੈਂ ਕਦੋਂ ਪੇਪਰ ਲੈਣਾ ਹੈਗਾ, ਮੈਂ ਕਦੋਂ ਬੱਚੇ ਨੂੰ ਚੈੱਕ ਕਰਨਾ, ਮੈਂ ਕਦੋਂ ਉਹਦਾ ਕੰਮ ਦੇਖਣਾ। ਤੇ ਇਹ ਚ ਰਾਜਸੀ ਦਖਲਅੰਦਾਜ਼ੀ ਇੰਨੀ ਆ, ਜਾਣੀ ਜਿਹਨੂੰ ਮੈਂ ਤਾਂ ਮੇਰੇ ਸ਼ਬਦਾਂ ਚ ਕਹੂੰਗਾ ਕਿ ਇਸ ਵੇਲੇ ਰਾਜ ਤੇ ਰਾਜਿਆਂ ਦੀ ਬਦਮਾਸ਼ੀ ਹੈ ਓਵਰਆਲ ਤੇ ਸਿੱਖਿਆ ਦੇ ਖੇਤਰ ਦੇ ਅੰਦਰ। ਤੇ ਉਹ ਹਰ ਵੇਲੇ ਜਦੋਂ ਵੀ ਕਿਤੇ ਆ ਕੇ ਸਕੂਲਾਂ ਦੇ ਵਿੱਚ ਇਕੱਠ ਕਰ ਲੈਣ, ਆਪਣੇ ਜਲਸੇ ਜਲੂਸ ਕਰ ਲੈਣ ਤੇ ਉੱਥੇ ਨਾਅਰੇ ਲਾ ਲੈਣ ਤੇ ਉੱਥੇ ਮਤਲਬ ਕਿ ਸਕੂਲ ਦੇ ਅੰਦਰ ਸਾਰਾ ਜਿਹੜਾ ਸਿੱਖਿਆ ਦਾ ਵਾਤਾਵਰਨ ਉਹ ਖਰਾਬ ਕਰ ਦੇਣ। ਤੇ ਮੈਂ ਤਾਂ ਦਾ ਕੁਝ ਦੇਖਦਾ ਰਿਹਾ ਮੇਰੀ ਆਪਣੀ 33 ਸਾਲ ਦੀ ਸਰਵਿਸ ਦੇ ਵਿੱਚ। ਮਤਲਬ ਇੰਨੀ ਬੇਸ਼ਰਮੀ, ਇੰਨੀ ਢੀਠ ਸਤਾਈ, ਕਿਉਂਕਿ ਉੱਥੇ ਉਹਨਾਂ ਦੇ ਬੱਚੇ ਨਹੀਂ ਨਾ ਹੈਗੇ, ਉਹਨਾਂ ਨੂੰ ਪਰਵਾਹ ਨਹੀਂ ਹੈਗੀ ਜਨਤਕ ਸਿੱਖਿਆ ਦੀ, ਤੇ ਉਹਨਾਂ ਦੇ ਆਪਣੇ ਬੱਚੇ ਕਨਵੈਂਟ ਸਕੂਲਾਂ 'ਚ ਹੈਗੇ ਆ। ਤੇ ਇਸ ਕਰਕੇ ਉਹ ਆਪਣਾ ਸ਼ੁਗਲ ਕਰਦੇ ਹੈਗੇ ਆ ਇਸ ਕਿਸਮ ਦੀ ਮਾੜੀ ਰਾਜਨੀਤੀ ਦਾ ਤੇ ਨੀਅਤ ਦਾ। ਇਸ ਕਰਕੇ ਇਹੋ ਜਿਹੇ ਪ੍ਰਬੰਧ ਦੇ ਅੰਦਰ ਕੋਈ ਚੰਗੀਆਂ ਆਸਾਵਾਂ ਜਿਹੜੀਆਂ ਨਹੀਂ ਹੈਗੀਆਂ ਤੇ ਬਹੁਤ ਅਗਲੇ ਭਵਿੱਖ ਦੇ ਵਿੱਚ ਮਾੜੇ ਸੰਕੇਤ ਜਿਹੜੇ ਆ ਰਹੇ। ਜੀ, ਪੁਨੀ ਸਾਹਿਬ, ਅਧਿਆਪਕ ਦਾ ਕੰਮ ਅਧਿਆਪਨ ਕਰਨਾ ਹੁੰਦਾ ਹੈ ਤੇ ਆਪਾਂ ਨੂੰ ਮਹਿਸੂਸ ਕਰਦੇ ਹੁੰਦੇ ਆ ਕਈ ਵਾਰੀ ਕਿ ਅਧਿਆਪਨ ਤੋਂ ਬਿਨਾਂ ਹੋਰ ਬਹੁਤ ਸਾਰੇ ਕੰਮ ਕਰਾ ਲਏ ਜਾਂਦੇ ਨੇ, ਪਰ ਉਹਦਾ ਅਧਿਆਪਨ ਦਾ ਕੰਮ ਉਦੋਂ ਨਹੀਂ ਕਰਵਾਇਆ ਜਾਂਦਾ ਜਾਂ ਉਹ ਸਪੇਸ ਨਹੀਂ ਬਚਦੀ ਜਿਹਦੇ ਵਿੱਚ ਅਧਿਆਪਨ ਦਾ ਕੰਮ ਕਰ ਸਕੇ। ਤੁਹਾਨੂੰ ਕੀ ਲੱਗਦਾ, ਇਸ ਵਰਤਾਰੇ ਬਾਰੇ ਕੀ ਮਹਿਸੂਸ ਕਰਦੇ ਹੋ ਤੁਸੀਂ? ਅਸਲ 'ਚ ਹੁਣ ਤਾਂ ਡਾਕਟਰ ਸਾਹਿਬ ਇਹ ਹੈ ਕਿ ਅਧਿਆਪਕ ਨੂੰ ਪੜ੍ਹਾਉਣ ਤੋਂ ਬਿਨਾਂ ਕੰਮ ਜਿਹੜੇ ਆ ਬਹੁਤੇ ਕਰਵਾਏ ਜਾ ਰਹੇ ਆ ਜੀ। ਤੇ ਮੈਨੂੰ ਦੁੱਖ ਹੈ, ਅਫਸੋਸ ਹੈ, ਜੋ ਰਾਜ ਭਾਗ ਨੇ ਰੰਗ ਲਾਏ ਆ, ਜੋ ਚੰਦ ਚਾੜੇ ਆ, ਉਹਨਾਂ ਨੂੰ ਇਹ ਜਦੋਂ ਦੇਖ ਰਹੇ ਆ ਕਿ ਲੋਕਾਂ ਦਾ ਇਸ ਪ੍ਰਬੰਧ ਦੇ ਵਿੱਚੋਂ ਵਿਸ਼ਵਾਸ ਭਰੋਸਾ ਉੱਠ ਰਿਹਾ, ਫਿਰ ਉਹ ਬਹੁਤ ਜਿਹੜੇ ਆ ਬੰਨ ਕੇ ਅਧਿਆਪਕ ਨੂੰ ਜਿਹੜੇ ਆ ਬਲਾਕ ਬੂਥ ਲੈਵਲ ਦੇ ਆਫੀਸਰ ਲਾਉਂਦੇ ਆ ਕਿ ਤੁਸੀਂ ਵੋਟਾਂ ਬਣਾਉਣੀਆਂ ਵੀ ਨੇ, ਤੁਸੀਂ ਚੈੱਕ ਵੀ ਕਰਨੀਆਂ ਨੇ, ਤੁਸੀਂ ਘਰ ਘਰ ਜਾਣਾ ਹੈ, ਕੋਈ ਰਹਿੰਦਾ ਤਾਂ ਨਹੀਂ ਆ, ਤੇ ਫਿਰ ਵੋਟਾਂ ਪਵਾਉਣੀਆਂ।
ਸਾਨੂੰ ਵੋਟਾਂ ਪਵਾਉਣ ਤੇ ਇਤਰਾਜ਼ ਨਾ ਹੁੰਦਾ ਜੇ ਰਾਜ ਤੇ ਰਾਜੇ ਆਪਣਾ ਕੋਈ ਕੰਮ ਕਰਦੇ। ਜੇ ਹੂੰ, ਬਦਮਾਸ਼ੀ ਕਰਨੀ ਹੈ, ਜੇ ਧੱਕਾ ਹੀ ਕਰਨਾ ਹੈ ਤੇ ਜੇ ਜ਼ਬਰ ਜ਼ੁਲਮ ਹੀ ਢਾਉਣਾ ਲੋਕਾਂ ਦੇ ਉੱਤੇ, ਤਾਂ ਇਹੋ ਜਿਹੀਆਂ ਵੋਟਾਂ ਤੇ ਇਹੋ ਜਿਹਾ ਵੋਟਾਂ ਦਾ ਪ੍ਰਬੰਧ ਅਸੀਂ ਫੂਕਣਾ। ਤੇ ਹੂੰ, ਇਸ ਦੇ ਵਿੱਚ ਸਾਡਾ ਅਧਿਆਪਕ ਤਾਂ ਜਿਹੜਾ ਉਹ ਲਾਂਗਰੀ ਬਣਿਆ ਹੋਇਆ। ਕਦੇ ਉਹ ਰਾਸ਼ਨ ਲੈ ਕੇ ਆ ਰਿਹਾ, ਕਦੇ ਉਹ ਬਾਲਣ ਲੈ ਕੇ ਆ ਰਿਹਾ, ਕਦੇ ਉਹ ਕਲਰਕ ਦਾ ਕੰਮ ਕਰ ਰਿਹਾ, ਤੇ ਜੇ ਉਹਦੇ ਕੋਲ ਕਲਰਕ ਨਹੀਂ ਹੈਗਾ ਸਕੂਲ ਦੇ ਵਿੱਚ, ਵੱਡਾ ਹਿੱਸਾ ਨਹੀਂ ਹੈਗਾ ਸਕੂਲਾਂ 'ਚ, ਹੂੰ, ਤੇ ਜਾਂ ਫਿਰ ਉਹ ਕੋਈ ਜਾਣਕਾਰੀਆਂ ਲੈਣ ਦੇਣ ਕਰ ਰਿਹਾ, ਉਹ ਡਾਕੀਆ ਬਣਿਆ ਹੋਇਆ, ਤੇ ਉਹ ਵਰਦੀਆਂ ਲਿਆ ਰਿਹਾ, ਤੇ ਪੂਰੇ ਪੈਸੇ ਨਹੀਂ ਆ ਤੇ ਬਾਕੀ ਦੀ ਜੇਬ ਚੋਂ ਪਾ ਕੇ ਉਹ ਜਿਹੜਾ ਉਹ ਵਰਦੀਆਂ ਬੱਚਿਆਂ ਲਈ ਬਣਵਾ ਰਿਹਾ, ਉਹ ਦਰਜੀ ਬਣੇ ਦਾ ਕੰਮ ਕਰਦਾ। ਫਿਰ ਇਹ ਸਮਾਜਿਕ ਬੁਰਾਈਆਂ ਜਿਹੜੀਆਂ ਫੈਲਾਈਆਂ ਹੀ ਰਾਜ ਨੇ। ਰਾਜ ਚੰਗਾ ਹੁੰਦਾ ਤੇ ਇੱਥੇ ਕੋਈ ਸਮਾਜਿਕ ਬੁਰਾਈ ਨਹੀਂ ਸੀ ਹੋਣੀ, ਜੇ ਲੋਕ ਹਿੱਤ 'ਚ ਹੁੰਦਾ, ਲੋਕ ਪ੍ਰਬੰਧ ਹੁੰਦਾਗਾ। ਤਾਂ ਉਹ ਨਸ਼ੇ ਨੇ, ਨਸ਼ੇ ਨੈਕਸਸ ਬਣਿਆ ਹੋਇਆ ਸਾਰਾ ਇਹਨਾਂ ਦੇ ਪੋਲੀਟੀਸ਼ੀਅਨ ਦਾ, ਸਾਰੀਆਂ ਪਾਰਟੀਆਂ ਦੇ ਵੱਡੇ ਹੀ ਲੀਡਰ ਜਿਹੜੇ ਆ ਉਹਦੇ 'ਚ ਸ਼ਾਮਲ ਨੇ। ਉਹ ਕਹਿੰਦੇ ਆ ਕਿ ਤੁਸੀਂ ਜਾ ਕੇ ਰੈਲੀਆਂ ਕੱਢੋ ਕਿ ਨਸ਼ੇ ਨਾ ਕਰੋ। ਇੱਕ ਪਾਸੇ ਨਸ਼ੇ ਵੇਚੇ ਜਾ ਰਹੇ ਆ, ਪੂਰਾ ਨੈਕਸਸ ਹੈਗਾ, ਤੇ ਦੂਸਰੇ ਪਾਸੇ ਬੱਚਿਆਂ ਨੂੰ ਤੇ ਅਧਿਆਪਕਾਂ ਨੂੰ ਵਰਤਿਆ ਜਾ ਰਿਹਾ ਕੋਈ ਰੈਲੀਆਂ ਕੱਢ ਕੇ ਪ੍ਰਚਾਰ ਕਰਨ। ਤੇ ਪਰਾਲੀ ਨਾ ਫੂਕੋ ਜੀ, ਪਰਾਲੀ ਦਾ ਕੋਈ ਅਲਟਰਨੇਟਿਵ ਨਹੀਂ ਦਿਓਗੇ ਤੇ ਕਿਉਂ ਨਹੀਂ ਫੂਕਣਗੇ ਪਰਾਲੀ? ਪਰਾਲੀ ਦਾ ਕੋਈ ਪ੍ਰਬੰਧ ਹੀ ਨਹੀਂ ਹੈਗਾ। ਤੇ ਉਹ ਅਧਿਆਪਕ ਜਾ ਕੇ ਚੈੱਕ ਕਰੇਗਾ, ਰੋਕੇਗਾ, ਪ੍ਰਚਾਰ ਕਰੇਗਾ। ਤੇ ਇੱਥੋਂ ਤੱਕ ਕਹਿੰਦੇ ਆ ਕਿ ਜੇ ਕੋਈ ਸਕੂਲ ਦੇ ਨੇੜਿਓਂ ਕੋਈ ਨਸ਼ਾ ਕਰਦਾ, ਕੋਈ ਲੰਘਦਾ ਜਾ ਰਿਹਾ, ਸਿਗਰਟ ਪੀਂਦਾ ਜਾ ਰਿਹਾ, ਤਾਂ ਚਲਾਨ ਕਰੋ। ਹੂੰ, ਉਹ ਅਜੀਬੋ-ਗਰੀਬ ਆ ਕਿ ਅਸੀਂ ਆਪਣੀ ਕਲਾਸ 'ਚ ਹੈਗੇ ਆ ਜਾਂ ਸਕੂਲ ਮੁਖੀ ਆਪਣੇ ਦਫ਼ਤਰ 'ਚ ਹੈਗਾ, ਤਾਂ ਉਹ ਚਾਰ ਦੀਵਾਰੀ ਜਾਣੀ ਕਿ ਸਕੂਲ ਦੇ ਆਲੇ-ਦੁਆਲੇ ਪਰਿਕਰਮਾ ਕਰਦਾ ਫਿਰੇ ਕਿ ਵੀ ਉਹ ਕੋਈ ਬਾਹਰ ਸਿਗਰਟ ਬੀੜੀ ਪੀ ਰਿਹਾ ਤੇ ਉਹਦਾ ਚਲਾਨ ਕਰੇ ਉਹ। ਮਤਲਬ ਇਹੋ ਜਿਹੀਆਂ ਹਾਸੋਹੀਣੀਆਂ ਗੱਲਾਂ। ਸ਼ਰਾਬ ਫੈਕਟਰੀਆਂ ਦੇ ਵਿੱਚ ਡਿਊਟੀਆਂ ਲੱਗੀਆਂ ਜੀ ਗੁਰਦਾਸਪੁਰ ਦੇ ਵਿੱਚ, ਸਾਨੂੰ ਪਤਾ ਕਿ ਕਿਵੇਂ ਕਟਵਾਈਆਂ ਰਾਤ ਦੀਆਂ ਡਿਊਟੀਆਂ, 8 ਘੰਟੇ ਦੀ ਸ਼ਿਫਟ, ਫਿਰ ਦੂਸਰੀ ਸ਼ਿਫਟ, ਤੀਸਰੀ ਸ਼ਿਫਟ। ਏਦਾਂ ਸਾਡੇ ਅਧਿਆਪਕਾਂ ਦੀਆਂ ਡਿਊਟੀਆਂ, ਮਤਲਬ ਇੰਨੀ ਸ਼ਰਮ ਹੈ ਲਾਹੀ ਹੋਈ ਇਸ ਰਾਜ ਨੇ, ਰਾਜਿਆਂ ਨੇ, ਕਿ ਕੋਈ ਪਰਵਾਹ ਨਹੀਂ ਹੈਗੀ ਕਿ ਕਿੱਥੇ ਕਿਹਦੀ ਡਿਊਟੀ ਲਾਉਣੀ ਹੈਗੀ ਆ। ਫਿਰ ਜੀ, ਮਾਈਨਿੰਗ ਦੇ ਵਿੱਚ, ਮਾਈਨਿੰਗ ਜਿਹੜੀ ਹੈ ਤੇ ਕੌਣ ਨਹੀਂ, ਬਲਕਿ ਹਜ਼ਾਰਾਂ ਥਾਵਾਂ ਦੇ ਉੱਤੇ ਜਿਹੜੀਆਂ ਸਾਰੀਆਂ ਪਾਰਟੀਆਂ ਦੇ, ਜਿਹੜੇ ਸਰਮਾਇਦਾਰ ਪਾਰਟੀਆਂ ਦੇ ਨੁਮਾਇੰਦੇ ਆ, ਚਾਹੇ ਪਾਵਰ 'ਚ ਹੈਗਾ, ਕੋਈ ਪਾਵਰ 'ਚੋਂ ਬਾਹਰ ਚਲਿਆ ਗਿਆ, ਦੂਜਾ ਹੈ, ਤੀਜਾ, ਤਾਂ ਉਹ ਸਾਰੇ ਆਪ ਮਾਈਨਿੰਗ ਦੇ 'ਚ ਹਿੱਸੇਦਾਰ ਨੇ। ਉਹਦੇ 'ਚ ਮਿਨਿਸਟਰ ਜਿਹੜੇ ਉਹ ਫੜੇ ਜਾਂਦੇ ਆ, ਕੱਢੇ ਜਾਂਦੇ ਆ, ਲੇਕਿਨ ਉਹਨਾਂ ਨੂੰ ਹੁੰਦਾ ਕੁਛ ਵੀ ਨਹੀਂ ਆ। ਤੇ ਉਹਨਾਂ ਦੇ ਅੱਗੇ ਗੈਂਗਸ ਨੇ ਉੱਥੇ ਹੈਗੇ। ਤੁਸੀਂ ਜੀ ਰਾਤ ਨੂੰ ਚੈੱਕ ਕਰੋਗੇ ਕਿ ਇੱਥੇ ਮਾਈਨਿੰਗ ਕਿੱਥੇ ਹੋ ਰਹੀ ਹੈ, ਕਿਵੇਂ ਹੋ ਰਹੀ ਹੈ। ਮਤਲਬ ਉਹ ਅਧਿਆਪਕ ਨੇ ਹੱਥਾਂ ਜਾ ਕੇ ਉਹ ਸਾਰੀ ਡਿਊਟੀਆਂ ਬੜੀਆਂ ਔਖੀਆਂ ਕਰਵਾਈਆਂ। ਤੇ ਨਾਕਿਆਂ ਦੇ ਉੱਤੇ ਅਧਿਆਪਕ ਖੜਾ ਹੈ, ਨਾਕਿਆਂ ਦਾ ਕੰਮ ਕਿ ਪੁਲਿਸ ਜਿਹੜੀ ਹੈ ਤੇ ਉਹ ਦੇਖੇ ਕਿ ਕੀ ਰੋਕਣਾ, ਚੈੱਕ ਕਰਨਾ। ਤੇ ਨਾਲ ਦੀ ਨਾਲ ਮੰਡੀਆਂ ਦੇ ਵਿੱਚ ਕਰੋਨਾ ਦੇ ਵਿੱਚ ਜਿਹੜੀ ਆ ਡਿਊਟੀਆਂ, ਸ਼ੰਭੂ ਬਾਰਡਰ ਦੇ ਉੱਤੇ ਡਿਊਟੀਆਂ। ਪਰ ਇਸ ਕਿਸਮ ਦਾ ਸਾਰੇ ਦਾ ਸਾਰਾ ਇਹ ਨਾ ਪੜ੍ਹਾਉਣ ਦੇ ਲਈ ਗੈਰ ਵਿਦਿਅਕ ਕੰਮ ਜਿਹੜਾ ਉਹ ਉਹਦੇ 'ਚ ਸਿੱਖਿਆ ਵਾਲੀ ਕੋਈ ਸਥਿਤੀ ਨਹੀਂ ਰਹਿ ਜਾਂਦੀ ਹੈਗੀ। ਜੀ। ਪੁਨੀਆ ਸਾਹਿਬ, ਸਮਾਂ ਬਹੁਤ ਘੱਟ ਹੈ, ਮੈਂ ਇੱਕ ਦੋ ਸਵਾਲ ਹੋਰ ਕਰੂੰਗਾ, ਉਸ ਤੋਂ ਬਾਅਦ ਫਿਰ ਆਪਾਂ ਕੁਝ ਸਾਥੀਆਂ ਦੇ ਸਵਾਲ ਲਵਾਂਗੇ। ਸਵਾਲ ਇਹ ਹੈ ਕਿ ਆਜ਼ਾਦੀ ਤੋਂ ਬਾਅਦ ਕੁਝ ਦੇਰ ਦੇਸ਼ ਦੇ ਵਿੱਚ ਡੀਸੈਂਟਰਲਾਈਜੇਸ਼ਨ ਦਾ ਰੁਝਾਨ ਰਿਹਾ, ਬੈਂਕਾਂ ਦਾ ਕੌਮੀਕਰਨ ਕੀਤਾ ਗਿਆ, ਹੋਰ ਬਹੁਤ ਸਾਰਾ ਕੁਝ ਕੀਤਾ ਗਿਆ, ਪਰ ਉਸ ਤੋਂ ਬਾਅਦ ਅਸੀਂ ਲਗਾਤਾਰ ਸੈਂਟਰਲਾਈਜੇਸ਼ਨ ਵੱਲ ਵੱਧ ਰਹੇ ਹਾਂ, ਸ਼ਕਤੀਆਂ ਦਾ ਕੇਂਦਰੀਕਰਨ ਹੋ ਰਿਹਾ ਹੈ। ਤੁਹਾਨੂੰ ਕੀ ਲੱਗਦਾ ਕਿ ਐਜੂਕੇਸ਼ਨ ਨੂੰ ਵੀ ਇਸ ਸ਼ਕਤੀਆਂ ਦੇ ਕੇਂਦਰੀਕਰਨ ਦੀ, ਅਧਿਆਪਕ ਨੂੰ ਵੀ ਮਾਰ ਪੈ ਰਹੀ ਹੈ? ਦੇਖੋ, ਇਹ ਤਾਂ ਹੈਗੇ ਆ ਜੀ, ਸਾਰੇ ਦਾ ਸਾਰਾ ਕੇਂਦਰੀਕਰਨ ਜਿਹੜਾ ਹੈ ਉਹ 1970 ਤੋਂ ਬਾਅਦ ਦਾ ਸ਼ੁਰੂ ਹੋਇਆ ਜੀ, ਤੇ ਕੀਤਾ ਜਾ ਰਿਹਾ। ਉਹ ਦੇਸ਼ ਲਈ, ਆਮ ਲੋਕਾਂ ਦੇ ਲਈ ਬਹੁਤ ਖਤਰਨਾਕ ਹੋਣਾ। ਤੇ ਜਿੰਨਾ ਕੇਂਦਰੀਕਰਨ ਹੋਏਗਾ ਉਹ ਸਿੱਖਿਆ ਲਈ, ਉਹ ਵਿਦਿਆਰਥੀਆਂ ਲਈ, ਲੋਕਾਂ ਲਈ, ਤੇ ਖਾਸ ਕਰਕੇ ਅਧਿਆਪਕਾਂ ਦੇ ਲਈ ਬਹੁਤ ਜਿਹੜਾ ਉਹ ਮਾੜਾ ਹੋਏਗਾ। ਤੇ ਅਧਿਆਪਕ ਦੀ ਮਾਨਸਿਕ ਸਥਿਤੀ ਜਿਹੜੀ ਹੈ ਉਹ ਬਹੁਤ ਦਵਾਸ਼ ਰਹੇਗੀ, ਤੇ ਨਾਲ ਦੀ ਨਾਲ ਉਹਦੇ ਰੁਤਬੇ ਦਾ ਸਤਿਕਾਰ ਹੋਰ ਘਟੇਗਾ। ਤੇ ਉਸ ਦੀ ਜਿਹੜੀ ਆਪਣੀ ਕ੍ਰੀਏਟੀਵਿਟੀ ਹੈ, ਜਿਹਨੂੰ ਅਸੀਂ ਸਿਰਜਣਾਤਮਕ ਉਹਦੀ ਸ਼ਕਤੀ ਕਹਿੰਦੇ ਆ, ਉਹਦੀ ਸੋਚ ਕਹਿੰਦੇ ਆ, ਤੇ ਉਹਦਾ ਕੋਈ ਮੰਤਵ ਨਹੀਂ ਹੋਏਗਾ, ਉਹਦਾ ਕੋਈ ਮੁੱਲ ਨਹੀਂ ਹੋਏਗਾ, ਉਹਦੀ ਕੋਈ ਪੁੱਛ ਪ੍ਰਤੀਤ ਨਹੀਂ ਹੋਏਗੀ। ਤੇ ਇਹਦਾ ਨੁਕਸਾਨ ਜਿਹੜਾ ਕੁੱਲ ਮਿਲਾ ਕੇ ਉਹ ਸਿੱਖਿਆ ਦੇ ਲਈ ਹੋਏਗਾ, ਵਿਦਿਆਰਥੀਆਂ, ਲੋਕਾਂ, ਸਮਾਜ ਤੇ ਅਧਿਆਪਕਾਂ ਦੇ ਲਈ ਹੋਏਗਾ। ਤੇ ਇਹ ਬਹੁਤ ਗਲਤ ਹੋਏਗਾ ਜਿਸ ਦਿਸ਼ਾ ਦੇ ਵਿੱਚ ਸਾਡੀ ਨੀਤੀਆਂ ਜਾ ਰਹੀਆਂ। ਜੀ। ਤੁਸੀਂ ਲੰਮਾ ਸਮਾਂ ਜਥੇਬੰਦੀਆਂ ਦੇ ਵਿੱਚ ਕੰਮ ਕੀਤਾ ਹੈ, ਤੇ ਜਥੇਬੰਦੀਆਂ ਤੇ ਅਧਿਆਪਕਾਂ ਦਾ ਸੰਬੰਧ ਵੀ ਨਾ ਕਈ ਪੱਖਾਂ ਤੋਂ ਕੰਟਰਾਡਿਕਸ਼ਨ ਵਾਲਾ ਬਣ ਜਾਂਦਾ ਹੈ। ਜਥੇਬੰਦੀਆਂ ਨੂੰ ਅਕਸਰ ਇਤਰਾਜ਼ ਹੁੰਦਾ ਹੈ ਕਿ ਅਧਿਆਪਕ ਜਥੇਬੰਦਕ ਕੰਮਾਂ 'ਚ ਆਉਂਦੇ ਨਹੀਂ, ਤੇ ਅਧਿਆਪਕਾਂ ਨੂੰ ਇਹ ਇਤਰਾਜ਼ ਹੁੰਦਾ ਹੈ ਕਿ ਜਥੇਬੰਦੀਆਂ ਤਾਂ ਬਹੁਤ ਸਾਰੀਆਂ ਬਣੀਆਂ ਹੋਈਆਂ ਨੇ ਜੀ, ਇਹ ਤਾਂ ਲੀਡਰੀਆਂ ਕਰਦੇ ਨੇ। ਤੁਸੀਂ ਮਤਲਬ ਇੱਕ ਹੁਣ ਉਸ ਅਹੁਦੇ ਤੋਂ ਮੁਕਤ ਹੋ ਚੁੱਕੇ ਹੋ, ਜੇ ਨਿਰਪੱਖ ਤੌਰ ਤੇ ਤੁਸੀਂ ਇਹਦੇ ਬਾਰੇ ਕੀ ਟਿੱਪਣੀ ਕਰਨਾ ਚਾਹੋਗੇ ਕਿ ਇਹ ਕਿਸ ਕਿਸਮ ਦਾ ਫਿਨੋਮੇਨਾ ਹੈ ਜਿਹੜਾ ਇਸ ਕਿਸਮ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ? ਡਾਕਟਰ ਸਾਹਿਬ, ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਜਥੇਬੰਦਕ ਕੰਮ ਹੈ, ਇਹਨੂੰ ਜੇ ਸਿੱਧੇ ਰੂਪ ਚ ਕਹਿਣਾ ਹੋਵੇ ਤੇ ਘਰ ਫੂਕ ਕੇ ਤਮਾਸ਼ਾ ਦੇਖਣ ਵਾਲੀ ਗੱਲ ਹੈ। ਜੀ।
ਬਹੁਤ ਔਖਾ ਕੰਮ ਹੈ, ਬਹੁਤ ਵੱਡੀ ਜ਼ਿੰਮੇਵਾਰੀ ਆ ਜਿਹੜਾ ਕਰਦਾ ਹੈਗਾ। ਜੀ। ਤੇ ਬਿਨਾਂ ਸ਼ੱਕ ਕਿ ਇੱਕ ਕਿੱਤਾ ਤੇ ਇੱਕ ਜਥੇਬੰਦੀ ਚਾਹੀਦੀ ਆ। ਹੂੰ। 1985 ਤੱਕ ਸਾਡੇ ਸਿੱਖਿਆ ਵਿਭਾਗ ਦੇ ਵਿੱਚ ਐਸਾ ਸੀ ਕਿ ਇੱਕੋ ਇੱਕ ਅਧਿਆਪਕਾਂ ਦੀ ਜਥੇਬੰਦੀ ਸੀਗੀ। 2 ਅਧਿਆਪਕ ਆਗੂਆਂ ਤੇ ਉਹਨਾਂ ਦੀ ਰਾਜਨੀਤਿਕ ਦਿਸ਼ਾ ਨਿਰਦੇਸ਼ ਤਹਿਤ ਤੇ ਉਸ ਇੱਕ ਜਥੇਬੰਦੀ ਨੂੰ ਜਿਹੜਾ ਗਵਰਨਮੈਂਟ ਟੀਚਰ ਯੂਨੀਅਨ ਨੂੰ ਤੋੜਿਆ ਗਿਆ। ਬਹੁਤ ਮਾੜੀ ਗੱਲ, ਬਹੁਤ ਗਲਤ ਗੱਲ। ਤੇ ਉਸ ਤੋਂ ਬਾਅਦ ਜਿਹੜਾ ਸਾਡੀ ਅਧਿਆਪਕ ਲਹਿਰ ਜਿਹੜੀ ਹੈ, ਫਿਰ ਉਹ ਧਾਰਮਿਕ ਵਿਚਾਰਧਾਰਾ, ਉਹ ਜਾਤ-ਪਾਤ ਆਧਾਰਿਤ, ਕੇਡਰ ਵਾਈਜ਼, ਕੈਟਾਗਰੀ ਵਾਈਜ਼ ਤੇ ਹੋਰ ਪਤਾ ਨਹੀਂ ਕਿ ਕਿਸੇ ਕੋਲੇ 20, 30, 50 ਮਿੱਤਰ ਦੋਸਤ ਹੈਗੇ ਪੰਜਾਬ 'ਚ, ਜਥੇਬੰਦੀ ਖੜੀ ਕਰ ਲੈਂਦਾ। ਇਹ ਸਾਰਾ ਗਲਤ ਹੈਗਾ। ਤੇ ਬਿਨਾਂ ਸ਼ੱਕ ਇਹ ਠੀਕ ਹੈ ਕਿ ਜਥੇਬੰਦੀ ਇੱਕ ਹੀ ਹੋਣੀ ਚਾਹੀਦੀ ਹੈ। ਜਿਹੜਾ ਲੋਕ ਕਹਿੰਦੇ ਆ ਕਿ ਲੀਡਰੀਆਂ ਚਮਕਾਉਂਦੇ ਆ, ਕੁਛ ਲੋਕ ਐਸਾ ਕਰਦੇ ਵੀ ਹੈਗੇ। ਤੇ ਜੇ ਸਮੂਹਿਕ ਜਥੇਬੰਦੀ ਨਹੀਂ ਹੈ, ਜਿਹੜੀ ਸਿੱਖਿਆ ਲਈ ਤੇ ਸਮੂਹ ਸਾਰੇ ਵਰਗਾਂ ਦਾ, ਜਾਣੀ ਕਿ ਦਰਜਾ 4 ਤੋਂ ਲੈ ਕੇ ਪ੍ਰਿੰਸੀਪਲ ਤੱਕ ਦੀ ਨੁਮਾਇੰਦਗੀ ਨਹੀਂ ਕਰਦੀ, ਤਾਂ ਉਹ ਜਥੇਬੰਦੀ ਕਿਸ ਕਿਸਮ ਦੀ ਹੋਏਗੀ? ਤੇ ਉਹਦੇ 'ਚ ਸਾਰੇ ਵਰਗ ਹੋਣ ਤੇ ਉਹਦੇ 'ਚ ਕਿਸੇ ਕਿਸਮ ਦਾ ਵੀ ਕੋਈ ਹੋਰ ਇਸ ਕਿਸਮ ਦਾ ਵਰਤਾਰਾ ਨਹੀਂ ਹੋਣਾ ਚਾਹੀਦਾ ਵਖਰੇਵੇਂ ਵਾਲਾ। ਹਾਂ, ਅਫਸਰਸ਼ਾਹੀ ਅਸੀਂ ਉਹਨੂੰ ਅਲੱਗ ਰੱਖਦੇ ਹੈਗੇ ਆ ਕਿ ਅਫਸਰਸ਼ਾਹੀ ਦਾ ਸਾਡੇ ਨਾਲ ਜਿਹੜਾ ਟਕਰਾਵਾ ਰਹਿੰਦਾ, ਤੇ ਪ੍ਰਿੰਸੀਪਲ ਤੱਕ ਸਾਡੀ ਜਥੇਬੰਦੀ ਜਿਹੜੀ ਆ, ਉਹ ਸਾਡਾ ਡੈਮੋਕ੍ਰੇਟਿਕ ਟੀਚਰ ਫਰੰਟ ਦੇ ਵਿੱਚ ਤਜਰਬਾ ਵੀ ਹੈਗਾ ਕਿ ਵਿਚਾਰਧਾਰਾਵਾਂ 4 ਤੋਂ 5 ਹੋ ਸਕਦੀਆਂ ਨੇ, ਲੇਕਿਨ ਜਥੇਬੰਦੀ ਇੱਕ ਹੈ। ਤੇ ਉਹਦੇ ਲਈ ਅਸੀਂ ਏਕਤਾ ਵੀ ਕਰਦੇ ਗਏ ਆ। ਉਹ 2016 'ਚ ਵੀ ਕੀਤੀ ਆ ਤੇ ਫਿਰ ਉਹ 2020 'ਚ ਵੀ ਕੀਤੀ ਹੈਗੀ ਆ। ਲਗਾਤਾਰ ਅਸੀਂ ਉਹਦੇ ਲਈ ਯਤਨ ਕੀਤੇ ਨੇ ਤੇ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਪਾਸੇ ਵੱਲ ਵਧਾਂਗੇ ਤੇ ਅਧਿਆਪਕ ਵੀ ਸਾਨੂੰ ਸਾਥ ਦੇਣਗੇ। ਤੇ ਅਸੀਂ ਅਪੀਲ ਵੀ ਕਰਦੇ ਹਾਂ ਕਿ ਵੰਡ ਜਿਹੜੀ ਅੱਛੀ ਨਹੀਂ ਹੁੰਦੀ, ਸਾਨੂੰ ਸਮੂਹਿਕ ਤੌਰ ਤੇ ਸਾਰੇ ਵਰਗਾਂ ਨੂੰ ਤੇ ਜਿਹੜੀ ਇੱਕ ਜਥੇਬੰਦੀ ਦੇ ਆਧਾਰ ਦੇ ਉੱਤੇ ਹੀ ਕੰਮ ਕਰਨਾ ਚਾਹੀਦਾ। ਹਾਂ, ਇੱਕ ਗੱਲ ਕਹੂੰਗਾ, ਇਹ ਜਿਹੜੇ ਉਲਾਂਭੇ ਆ ਨਾ, ਉਲਾਂਭੇ ਵੈਸੇ ਉਹਨਾਂ ਦੇ ਆ ਜਿਹੜੇ ਕਦੇ ਕਿਤੇ ਜਾਂਦੇ। ਜਿਹੜਾ ਜਾਂਦਾ ਨਾ, ਉਹ ਸਾਰੀਆਂ ਸਥਿਤੀਆਂ ਜਾਣਦਾ ਹੁੰਦਾ, ਉਹ ਬਹੁਤੇ ਉਲਾਂਭੇ ਨਹੀਂ ਦਿੰਦਾ ਹੁੰਦਾ। ਜਿਹੜਾ ਸਮਾਂ ਦਿੰਦਾ, ਸ਼ਕਤੀ ਦਿੰਦਾ, ਜਿਹੜਾ ਆਪਣੀ ਜੇਬ ਲਾਉਂਦਾ। ਤੇ ਇਹ ਘਰ ਬੈਠ ਕੇ ਜਾਂ ਸਕੂਲਾਂ 'ਚ ਹੀ ਬੈਠ ਕੇ ਜਿਹੜੇ ਆ ਉਲਾਂਭੇ ਤੇ ਸੁਝਾਅ ਬਹੁਤ ਦਿੱਤੇ ਜਾਂਦੇ ਆ। ਜ਼ਿਆਦਾਤਰ, ਬਹੁਤ ਥੋੜੇ ਲੋਕ ਹੈ ਜਿਹੜੇ ਇਹਨੂੰ ਗੰਭੀਰਤਾ ਨਾਲ ਲੈ ਕੇ ਸਿੰਸੀਅਰਲੀ ਇਸ ਕਿਸਮ ਦੀ ਸੁਝਾਅ ਦਿੰਦੇ ਜਾਂ ਆਸ ਕਰਦੇ ਹੈਗੇ ਆ। ਇਹ ਹੈਗਾ। ਤਾਂ ਇਹ ਕੇਡਰ ਕੈਟਾਗਰੀ ਜਾਂ ਹੋਰ ਇਸ ਕਿਸਮ ਦੀਆਂ ਜਾਤਾਂ ਦੇ ਤੇ ਜਾਂ ਧਾਰਮਿਕ ਹੋਰ ਪੱਖ ਜਿਹੜੇ ਆ ਅੜਿੱਕੇ ਬਣਦੇ ਆ, ਉਹ ਅੜਿੱਕੇ ਸਾਨੂੰ ਚੱਕਣੇ ਚਾਹੀਦੇ ਆ। ਹੌਲੀ ਹੌਲੀ ਅਸੀਂ ਇਸ ਪਾਸੇ ਵੱਲ ਵਧ ਰਹੇ ਹਾਂ। ਆਸ ਆ ਕਿ ਆਉਣ ਵਾਲੇ ਸਾਲਾਂ 'ਚ ਚੰਗੇ ਨਤੀਜੇ ਜਿਹੜੇ ਮਿਲਣ, ਸੁਭਾਵਨਾ ਹੈਗੀ। ਜੀ। ਪੁਨੀਆ ਸਾਹਿਬ, ਤੁਸੀਂ ਜਥੇਬੰਦਕ ਫਰੰਟ ਤੇ ਸਰਕਾਰਾਂ ਨੂੰ, ਅਫਸਰਾਂ ਨੂੰ, ਲੀਡਰਾਂ ਨੂੰ ਬਹੁਤ ਕੁਝ ਕਿਹਾ ਤੇ ਬਹੁਤ ਧੜੱਲੇ ਨਾਲ ਕਿਹਾ ਤੇ ਤੁਹਾਨੂੰ ਸਾਹ ਰੋਕ ਕੇ ਸੁਣਦੇ ਰਹੇ ਨੇ ਅਧਿਆਪਕ ਜਦੋਂ ਤੁਸੀਂ ਬੋਲਦੇ ਹੁੰਦੇ ਸੀ। ਤੇ ਅੱਜ ਮੈਂ ਚਾਹੁੰਦਾ ਕਿ ਤੁਸੀਂ ਅਧਿਆਪਕਾਂ ਨੂੰ ਕੀ ਕਹੋਗੇ, ਅਧਿਆਪਕਾਂ ਨੂੰ ਕੀ ਸੁਝਾਅ ਦੇਣੇ ਚਾਹੋਗੇ? ਠੀਕ ਹੈ ਜੀ, ਬਿਨਾਂ ਸ਼ੱਕ, ਕਿਉਂਕਿ ਮੈਂ ਵਿਦਿਆਰਥੀਆਂ ਕੋਲੋਂ, ਟੀਚਰਸ ਕੋਲੋਂ, ਸਮਾਜ ਕੋਲੋਂ ਅਧਿਆਪਕ ਪ੍ਰਵਾਨ ਹੋਇਆ ਰਿਟਾਇਰਮੈਂਟ ਤੇ ਉਦੋਂ ਤੱਕ ਮੈਨੂੰ ਬਹੁਤ ਵਾਰੀ ਕਹਿਣਾ ਪੈਂਦਾ ਸੀ ਕਿ ਮੈਂ ਹਾਲੇ ਅਧਿਆਪਕ ਨਹੀਂ ਆ। ਤੇ ਜਦੋਂ ਮੈਂ ਪ੍ਰਵਾਨ ਹੀ ਹੋ ਗਿਆ ਤਾਂ ਮੈਨੂੰ ਲੱਗਦਾ ਕਿ ਮੈਂ ਥੋੜਾ ਕਹਿਣ ਜੋਗਾ ਕਿ ਅਧਿਆਪਕ ਨੂੰ ਰੋਜ਼ਾਨਾ ਆਪਣੇ ਵਿਸ਼ਾ ਵਸਤੂ ਦੇ ਨਾਲ ਨਾਲ ਉਹ ਆਮ ਗਿਆਨ, ਕਰੰਟ ਨੌਲੇਜ ਤੇ ਇਹ ਸਾਰਾ ਕੁਝ ਅਪ ਟੂ ਡੇਟ ਹੋਵੇ। ਉਹ ਪੜ੍ਹਾਉਣ ਦੀ, ਸਿਖਾਉਣ ਦੇ ਨਾਲ ਨਾਲ ਉਹ ਪੜ੍ਹਨ ਦੀ ਜਿਹੜੀ ਹੈ ਉਹ ਪ੍ਰਵਿਰਤੀ ਰੱਖੇ ਤੇ ਉਹ ਇਹਦੇ ਬੰਧੇਜ 'ਚ ਹੋਵੇ, ਉਹਦੇ ਤੇ ਇਸ ਕਿਸਮ ਦਾ ਸਵੈ ਅਨੁਸ਼ਾਸਨ ਹੋਵੇ। ਤੇ ਨਾਲ ਹੀ ਮੈਂ ਕਹੂੰਗਾ ਕਿ ਉਹ ਆਪਣੇ ਕਿੱਤੇ ਦੀ ਰੱਖਿਆ ਲਈ, ਉਹ ਜਨਤਕ ਸਿੱਖਿਆ ਨੂੰ ਬਚਾਉਣ ਦੇ ਲਈ, ਉਹ ਵਿਦਿਆਰਥੀਆਂ ਲਈ, ਉਹ ਮਾਪਿਆਂ ਲਈ, ਔਰ ਇੱਥੋਂ ਤੱਕ ਕਿ ਸਮਾਜਿਕ ਸਰੋਕਾਰਾਂ ਦੇ ਲਈ, ਮਤਲਬ ਜਿੰਨਾ ਵੀ ਸਮਾਜ ਦੇ ਵਿੱਚ ਗਲਤ ਹੋ ਰਿਹਾ ਤੇ ਉਹ ਆਪਣੇ ਸਮੇਂ ਦੇ ਵਿੱਚੋਂ, ਸਕੂਲ ਸਮੇਂ ਤੋਂ ਬਾਅਦ, ਜਿੱਥੇ ਕਿਤੇ ਵੀ ਕੋਈ ਤਬਕਾ ਹੈ, ਜਿੱਥੇ ਕੋਈ ਬੇਇਨਸਾਫੀ ਹੈਗੀ ਆ, ਜਿੱਥੇ ਕੋਈ ਗਲਤ ਹੋ ਰਿਹਾ ਤੇ ਉੱਥੇ ਜਾ ਕੇ ਵੀ ਉਹਨੂੰ ਖੜਨਾ ਚਾਹੀਦਾ, ਉਹਦੇ ਤੇ ਵੀ ਲੜਨਾ ਚਾਹੀਦਾ ਤੇ ਉਹਦੇ ਤੇ ਵੀ ਆਪਣੀ ਪੋਜੀਸ਼ਨ ਦੇਣੀ ਚਾਹੀਦੀ ਆ। ਤੇ ਲੋਕਾਂ ਨਾਲ ਮਿਲ ਕੇ, ਲੋਕਾਂ ਨਾਲ ਸਾਂਝ ਪਾ ਕੇ, ਸਹਿਯੋਗ ਕਰਕੇ, ਜਿੱਥੇ ਜਿੱਥੇ ਵੀ ਸਮਾਜ ਸੇਵਾ ਦੇ ਲਈ ਉਹ ਜਿੰਨਾ ਕੰਮ ਕਰ ਸਕਦਾ, ਜਿੰਨੀ ਉਹਦੀ ਯਥਾਯੋਗ ਸ਼ਕਤੀ ਹੈਗੀ ਆ, ਉਹ ਤਨੋਂ ਵੀ, ਮਨੋਂ ਵੀ, ਤੇ ਇੱਥੋਂ ਤੱਕ ਮੈਂ ਕਹੂੰਗਾ ਵੀ ਜੇਬ ਤੋਂ ਵੀ ਉਸ ਨੂੰ ਇਸ ਪਾਸੇ ਵੱਲ ਚੱਲਣਾ ਤੁਰਨਾ ਚਾਹੀਦਾ। ਜਿਹੜਾ ਅਧਿਆਪਕ ਸਕੂਲ ਜਾਂਦਾ ਹੈ ਤੇ ਸਕੂਲ ਤੋਂ ਮੁੜ ਕੇ ਘਰ ਆ ਜਾਂਦਾ ਹੈ, ਮੈਂ ਉਹਨੂੰ ਮਸ਼ੀਨ ਹੀ ਦੇਖਦਾ ਤੇ ਮਸ਼ੀਨਾਂ ਜਿਹੜੀਆਂ ਨੇ ਉਹ
ਲੋਕਾਂ ਨਾਲ ਤੇ ਉਸ ਜਿਹੜੇ ਰਿਸ਼ਤੇ 'ਚ ਨਹੀਂ ਹੋ ਸਕਦੀਆਂ, ਉਸ ਤਹਿ 'ਚ ਨਹੀਂ ਜਾ ਸਕਦੀਆਂ ਤੇ ਉਹਨਾਂ ਦਾ ਰਾਬਤਾ ਨਹੀਂ ਹੋ ਸਕਦਾ। ਤੇ ਅਧਿਆਪਨ ਜਿਹੜਾ ਹੈ ਉਹ ਕਿੱਤੇ ਦੇ ਨਾਲ, ਜਾਂ ਅਧਿਆਪਨ ਕਿੱਤੇ ਦੀ ਬਜਾਏ ਮਿਸ਼ਨ ਬਣੇ। ਤੇ ਮੇਰੀਆਂ ਸੇਵਾਵਾਂ ਅੱਜ ਵੀ ਮੈਂ ਭਾਵੇਂ ਕਿਸਾਨ ਫਰੰਟ ਤੇ ਚਲਿਆ ਗਿਆ, ਮੇਰੇ ਸਕੂਲ ਤੋਂ ਬਿਨਾਂ ਹੋਰ ਵੀ ਥਾਂ ਜਿੱਥੇ ਵੀ ਕੋਈ ਦੋਸਤ ਬੈਠੇ, ਮਿੱਤਰ ਬੈਠੇ ਆ, ਕੋਈ ਸਿਆਣੇ ਪ੍ਰਿੰਸੀਪਲ ਜਿਹੜੇ ਹੈਗੇ ਆ, ਕੋਈ ਹੈਡਮਾਸਟਰ ਹੈਗੇ ਆ, ਸਾਰਿਆਂ ਲਈ ਹੈਗਾ ਕਿ ਜੇ ਕਦੇ ਵੀ ਕਿਤੇ ਵੀ ਮੈਂ ਸਕੂਲ ਦੇ ਲਈ, ਤੁਹਾਡੇ ਵਿਦਿਆਰਥੀਆਂ ਦੇ ਲਈ, ਤੇ ਸਿੱਖਿਆ ਦੇ ਕੰਮ ਲਈ ਮੈਂ ਤੁਹਾਨੂੰ ਸਹਿਯੋਗ ਕਰ ਸਕਾਂ, ਕਿਉਂਕਿ ਮੈਂ ਕੋਈ ਧਾਰਮਿਕ ਸਥਾਨਾਂ ਤੇ ਜਾ ਕੇ ਪੂਜਾ ਨਹੀਂ ਕਰਨੀ, ਮੈਂ ਸੇਵਾ ਨਹੀਂ ਕਰਨੀ, ਮੈਂ ਉੱਥੇ ਜਾ ਕੇ ਆਪਣੇ ਨਿੱਜ ਲਈ ਪਾਠ ਨਹੀਂ ਕਰਨੇ। ਮੈਂ ਜਿਹੜਾ ਜਦੋਂ ਜੋ ਕਰਨਾ, ਜੇ ਮੇਰੀ ਕਾਰ ਸੇਵਾ ਹੋਏਗੀ ਤਾਂ ਉਹ ਸਕੂਲਾਂ 'ਚ ਹੋਏਗੀ, ਤੇ ਵਿਦਿਆਰਥੀਆਂ ਲਈ ਹੋਏਗੀ, ਸਮਾਜ ਲਈ ਹੋਏਗੀ। ਮੈਂ ਆਸ ਕਰਦਾ ਕਿ ਅਧਿਆਪਕ ਇਹ ਸਾਰੇ ਕੁਝ ਦੇ ਲਈ ਆਪਣੇ ਆਪ ਨੂੰ ਤਿਆਰ ਰੱਖੇ, ਤੇ ਜਿੰਨਾ ਉਹਦੇ ਕੋਲੋਂ ਹੋ ਸਕਦਾ ਉਹ ਜ਼ਰੂਰ ਕਰੇ। ਜੀ, ਬਿਲਕੁਲ ਤੁਹਾਡੀ ਇਸ ਗੱਲ ਤੋਂ ਪਾਸ਼ ਦੀਆਂ ਲਾਈਨਾਂ ਚੇਤੇ ਆਉਂਦੀਆਂ ਨੇ ਕਿ ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਨਾ ਹੋਣਾ ਤੜਫਦਾ ਸਭ ਸਹਿਣ ਕਰ ਜਾਣਾ, ਘਰਾਂ ਤੋਂ ਨਿਕਲਣਾ ਕੰਮ ਤੇ ਕੰਮ ਤੋਂ ਘਰ ਜਾਣਾ। ਸੱਚਮੁੱਚ ਅਧਿਆਪਕ ਨੂੰ ਇਸ ਫਿਨੋਮੇਨੇ ਚੋਂ ਬਾਹਰ ਨਿਕਲਣਾ ਚਾਹੀਦਾ ਹੈ। ਅੱਜ ਦੇ ਦੌਰ ਦੇ ਵਿੱਚ ਇੱਕ ਚੇਤੰਨ ਤੇ ਸਮਾਜਿਕ ਸਰੋਕਾਰਾਂ ਨਾਲ ਜੁੜਿਆ ਹੋਇਆ ਅਧਿਆਪਕ ਹੀ ਸਰਵਾਈਵ ਕਰ ਸਕੂਗਾ, ਉਹ ਆਪਣੇ ਕਿੱਤੇ ਨੂੰ ਬਚਾ ਸਕੂਗਾ, ਆਪਣੇ ਐਗਜ਼ਿਸਟੈਂਸ ਨੂੰ ਬਚਾ ਸਕੂਗਾ। ਇਹ ਵੱਡੀ ਗੱਲ ਹੈ। ਤੇ ਮੈਂ ਤੁਹਾਨੂੰ ਆਖਰੀ ਸਵਾਲ ਪੁੱਛੂੰਗਾ, ਇਸ ਤੋਂ ਬਾਅਦ ਮੈਂ ਦੋਸਤਾਂ ਨੂੰ ਕਹੂੰਗਾ ਜੋ ਕੋਈ ਸਵਾਲ ਕਰਨਾ ਚਾਹਣਗੇ। ਆਖਰੀ ਸਵਾਲ ਇਹ ਹੈ, ਤੁਸੀਂ ਬਤੌਰ ਅਧਿਆਪਕ ਬਹੁਤ ਕੰਮ ਕੀਤਾ, ਬਤੌਰ ਅਧਿਆਪਕ ਆਗੂ ਵੀ ਬਹੁਤ ਕੰਮ ਕੀਤਾ, ਇਸ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਕਿਹੜੇ ਫਰੰਟ ਨੇ ਜਿੱਥੇ ਤੁਸੀਂ ਕੰਮ ਕਰਨਾ ਚਾਹੋਗੇ? ਕਿ ਅਧਿਆਪਨ ਖਿੱਤੇ ਨਾਲ ਉਸ ਰੂਪ ਦੇ ਵਿੱਚ ਜੁੜਨਾ ਚਾਹੋਗੇ ਜਾਂ ਹੋਰ ਸਰੋਕਾਰਾਂ ਦੇ ਨਾਲ ਜੁੜੋਗੇ? ਦੇਖੋ ਜੀ, ਇੱਕ ਫਰੰਟ ਦੇ ਉੱਤੇ ਤਾਂ ਮੈਂ ਚਲੇ ਹੀ ਗਿਆ ਹੈਗਾ। ਮੈਂ ਅਧਿਆਪਕ ਫਰੰਟ ਨੂੰ 10 ਜਨਵਰੀ 2021 ਨੂੰ ਛੱਡਿਆ। ਜੀ, ਉਸੇ ਦਿਨ ਮੈਂ ਕਿਰਤੀ ਕਿਸਾਨ ਯੂਨੀਅਨ ਦਾ ਜਿਹੜਾ ਝੰਡਾ ਸੀ ਚੱਕਿਆ, ਤੇ ਮੈਂ ਆਪਣੇ ਪੰਜਾਬ ਦੇ ਅੰਦਰ ਜਿੱਥੇ-ਜਿੱਥੇ, ਖਾਸ ਕਰਕੇ ਪਟਿਆਲਾ ਤੇ ਫਤਿਹਗੜ੍ਹ ਜ਼ਿਲ੍ਹਾ ਔਰ ਦਿੱਲੀ ਕਿਸਾਨ ਮੋਰਚੇ ਦੇ ਵਿੱਚ ਜਦੋਂ ਵੀ ਲੋੜ ਹੈ ਤੇ ਜਦੋਂ ਵੀ ਮੇਰੇ ਕੋਲੇ ਸਮਾਂ ਹੈਗਾ, ਤੇ ਮੈਂ ਉੱਥੇ ਜਾ ਕੇ ਸ਼ਮੂਲੀਅਤ ਕਰਦਾ ਜੀ, ਔਰ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਮਿਲਦੇ ਆ, ਉਹਨਾਂ ਨਾਲ ਮੀਟਿੰਗਾਂ ਕਰਦੇ ਆ, ਤੇ ਜਾ ਕੇ ਉਹਨਾਂ ਨੂੰ ਜਥੇਬੰਦ ਕਰਨ ਦਾ ਕੰਮ ਹੈ। ਤੇ ਇਸ ਤੋਂ ਬਿਨਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਕਿਸੇ ਵੀ ਸਕੂਲ 'ਚ ਕਦੇ ਵੀ ਕਿਤੇ ਕੋਈ ਵਿਦਿਆਰਥੀ, ਕਦੇ ਵੀ ਕਿਤੇ ਕੋਈ ਟੀਚਰ ਸਾਹਿਬਾਨ, ਉਹਨਾਂ ਦੇ ਮੁਖੀ ਸਾਹਿਬਾਨ, ਜਦੋਂ ਵੀ ਮੇਰੀਆਂ ਯੋਗ ਸੇਵਾਵਾਂ ਠੀਕ ਸਮਝਣ ਲੈ ਸਕਦੇ ਆ, ਤੇ ਉਹਦੇ ਲਈ ਹਮੇਸ਼ਾ ਤਿਆਰ ਰਹੂੰਗਾ। ਤੇ ਮੈਂ ਸਾਫ਼ ਕਰ ਦਿਆਂ ਕਿ ਮੈਂ ਆਪਣੇ ਘਰ ਨੂੰ ਲਾਇਆ, ਮੈਂ ਆਪਣੇ ਸਮੇਂ ਨੂੰ ਲਾਇਆ, ਮੈਂ ਆਪਣੀ ਸ਼ਕਤੀ ਨੂੰ ਲਾਇਆ, ਤੇ ਮੈਂ ਆਖਰੀ ਸਾਹਾਂ ਤੱਕ ਇਹਦੀ ਪ੍ਰਤੀਬੱਧਤਾ 'ਚ ਰਹੂੰਗਾ। ਮੈਂ ਜਿਹੜਾ ਰਿਟਾਇਰਮੈਂਟ ਤੋਂ ਬਾਅਦ ਵੀ ਸਮਾਂ ਜਿਹੜਾ ਉਹ ਸਿਰਫ ਘਰ ਲਈ ਤੇ ਜਾਂ ਆਪਣੇ ਪਰਿਵਾਰ ਲਈ ਤੇ ਜਾਂ ਆਪਣੇ ਬੱਚਿਆਂ ਲਈ ਨਹੀਂ ਦਿਆਂਗਾ। ਬਹੁਤ ਸਾਫ਼ ਹੈ, ਮੈਂ ਸਪਸ਼ਟ ਹੈ ਇਸ ਮਾਮਲੇ ਦੇ ਵਿੱਚ, ਕਿਉਂਕਿ ਮੈਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੇ ਭਗਤ ਸਿੰਘ ਤੇ ਸਾਡੇ ਦੂਸਰੇ ਸ਼ਹੀਦ ਜਿੰਨੇ ਵੀ ਸਾਰੇ ਦੇ ਸਾਰੇ ਹੈਗੇ ਆ, ਤੇ ਉਹਨਾਂ ਤੋਂ ਥੋੜਾ ਬਹੁਤ ਇਹ ਸਿੱਖਿਆ ਕਿ ਜਿੰਨਾ ਕੋਈ ਸਾਂਝਾ ਕੰਮ ਕੀਤਾ ਜਾ ਸਕੇ, ਸਰਬੱਤ ਦੇ ਲਈ ਖੜਿਆ ਜਾ ਸਕੇ, ਜਿੰਨਾ ਕੋਈ ਤੁਰਿਆ ਜਾ ਸਕੇ, ਉਹਨਾਂ ਥੋੜਾ ਹੈਗਾ। ਤਾਂ ਮੈਂ ਆਪਣੀ ਪ੍ਰਤੀਬੱਧਤਾ ਨੂੰ ਤੁਹਾਡੇ ਨਾਲ ਸਾਂਝਾ ਕਰਦਾ, ਇਸ ਗੱਲ ਦੀ ਤੁਹਾਨੂੰ ਵਚਨ ਦਿੰਦਾ ਕਿ ਇਹਦੇ ਤੇ ਮੈਂ ਕਾਇਮ ਆ ਤੇ ਕਾਇਮ ਰਹਾਂ। ਜੀ, ਬਹੁਤ ਖੂਬਸੂਰਤ ਤੁਸੀਂ ਗੱਲ ਕੀਤੀ ਹੈ ਕਿ ਇਹ ਪ੍ਰਤੀਬੱਧਤਾ ਇਕੱਲੇ ਉਸ ਹੱਦ ਤੱਕ ਨਹੀਂ ਸੀ ਜਦੋਂ ਤੱਕ ਤੁਸੀਂ ਅਧਿਆਪਕ ਆਗੂ ਸੀ। ਅੱਜ ਵੀ ਤੁਸੀਂ ਵੱਖ-ਵੱਖ ਫਰੰਟਾਂ ਤੇ ਸਮਾਜਿਕ ਸਰੋਕਾਰਾਂ ਲਈ ਕੰਮ ਕਰੋਗੇ। ਇਹੀ ਇੱਕ ਇਨਸਾਨ ਦੀ ਪ੍ਰਤੀਬੱਧਤਾ ਹੋਣੀ ਚਾਹੀਦੀ ਹੈ। ਮੈਂ ਸਾਥੀਆਂ ਨੂੰ ਇਨਵਾਈਟ ਕਰਦਾ, ਉਹਨਾਂ 'ਚੋਂ ਕੋਈ ਵੀ ਸਾਥੀ ਜੋ ਕੋਈ ਸਵਾਲ ਕਰਨਾ ਚਾਹੁੰਦਾ ਪੂਨੀਆ ਸਾਹਿਬ ਨੂੰ, ਤਾਂ ਤੁਹਾਡੇ ਲਈ ਮੰਚ ਖੁੱਲ੍ਹਾ ਹੈ। ਹਾਂਜੀ ਦੋਸਤੋ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਅੰਮ੍ਰਿਤਪਾਲ, ਵੈਲਕਮ ਜੀ ਸਰ। ਜੀ। ਸਰ ਬਹੁਤ ਵਧੀਆ ਲੱਗਿਆ ਸਾਨੂੰ ਸੁਣ ਕੇ ਜੀ। ਪੁਨੀਆ ਸਰ, 2 ਸਵਾਲ ਨੇ ਜੀ ਮੇਰੇ। ਇੱਕ ਤਾਂ ਅਸੀਂ ਦੇਖਿਆ ਕਿ ਪਿਛਲੇ ਟਾਈਮ ਤੋਂ ਗੋਦੀ 'ਚ ਬਹਿ ਕੇ ਅਧਿਆਪਨ ਦਿੱਤਾ ਜਾ ਰਿਹਾ ਹੈ। ਬਹੁਤ ਸਾਰੇ ਜਿਹੜਾ ਚੱਲ ਰਿਹਾ ਸਿਸਟਮ ਅਸੀਂ ਦੇਖ ਰਹੇ ਹਾਂ, ਜਿਹੜਾ ਕਿ ਟੀਚਰ ਦੀ ਫਰੀਡਮ ਨੂੰ ਵੱਡਾ ਖਤਰਾ ਹੈ। ਇਹਦਾ ਆਉਣ ਵਾਲੇ ਅਧਿਆਪਨ ਦੇ ਉੱਪਰ ਕੀ ਅਸਰ ਰਹੇਗਾ, ਜਿਹੜਾ ਇਹ ਗੋਦੀ 'ਚ ਬਹਿ ਕੇ ਅਧਿਆਪਨ ਦਿੱਤਾ ਜਾ ਰਿਹਾ ਹੈ ਜਾਂ ਕਰਵਾਇਆ ਜਾ ਰਿਹਾ ਹੈ? ਦੂਜਾ ਮੇਰਾ ਸਵਾਲ ਹੈ ਸਰ ਕਿ ਐਜੂਕੇਸ਼ਨ ਪਾਲਿਸੀ ਦਾ ਆਉਣ ਵਾਲੇ ਸਮੇਂ ਦੇ ਵਿੱਚ ਟੀਚਰ ਦੀ ਉਹਦੇ ਵਿੱਚ ਕੀ ਭੂਮਿਕਾ ਹੋਊਗੀ, ਜਾਂ ਟੀਚਰ ਦੇ ਅਧਿਆਪਨ ਨੂੰ ਜਾਂ ਉਹਦੀ ਫਰੀਡਮ ਨੂੰ ਕੀ ਖਤਰੇ ਹੋਣਗੇ?
ਤੇ ਅਧਿਆਪਕ ਲਹਿਰ ਨੂੰ ਉਹਦੇ ਕੀ ਖਤਰੇ ਹੋਣਗੇ, ਇਸ ਬਾਰੇ ਥੋੜਾ ਜਿਹਾ ਸਰ। ਇਹ ਦੋਨੋਂ ਸਵਾਲ ਤੁਹਾਡੇ ਰਲੇ ਮਿਲੇ ਆ, ਭਾਵੇਂ ਕਿ ਇਹਦੇ ਤੇ ਥੋੜਾ ਮੈਂ ਪਹਿਲਾਂ ਵੀ ਗੱਲ ਕੀਤੀ ਹੈ, ਮੈਂ ਹੋਰ ਸਪਸ਼ਟ ਕਰ ਦੇਣਾ ਕਿ ਜਿਸ ਕਦਰ ਆਨਲਾਈਨ ਜਿਹਨੂੰ ਤੁਸੀਂ ਗੋਦੀ ਸਿੱਖਿਆ ਕਿਹਾ ਹੈ, ਤੇ ਉਹਦੇ ਚ ਅਧਿਆਪਕ ਜਿਹੜਾ ਹੈ ਉਸ ਨੂੰ ਪਾਸੇ ਕੀਤਾ ਜਾ ਰਿਹਾ, ਤੇ ਇਹ ਨੀਤੀਆਂ ਦਾ ਹਿੱਸਾ ਹੈ, ਕੋਈ ਸੁਤੇ ਸਿੱਧ ਨਹੀਂ ਹੈ। ਇਹ ਪੂਰੀ ਦੀ ਪੂਰੀ ਇਹ ਕਾਰਪੋਰੇਟਸ ਦੀ ਪਾਲਿਸੀ ਹੈ, ਤੇ ਜਿਹਨੂੰ ਸਾਡੀਆਂ ਜਿਹੜੀਆਂ ਕੇਂਦਰ ਤੋਂ ਲੈ ਕੇ ਰਾਜ ਸਰਕਾਰਾਂ ਲੈ ਕੇ ਆ ਰਹੀਆਂ ਨੇ। ਤੇ ਇਹਦਾ ਨੁਕਸਾਨ ਮੈਂ ਕਿਹਾ ਕਿ ਉਹ ਸਿੱਖਿਆ ਨੂੰ ਵੀ ਹੋਏਗਾ, ਵਿਦਿਆਰਥੀਆਂ ਨੂੰ ਹੋਏਗਾ, ਸਮਾਜ ਨੂੰ ਹੋਏਗਾ, ਤੇ ਅਧਿਆਪਕ ਦੀ ਹਾਲਤ ਉਹਦੇ ਵਿੱਚ ਜਿਹੜੀ ਆ ਉਹ ਬਹੁਤ ਜਿਹੜੀ ਉਹ ਮਸ਼ੀਨ ਵਾਲੀ ਹੋਏਗੀ। ਤੇ ਜਦੋਂ ਅਸੀਂ ਇਹਨੂੰ ਦੂਸਰੇ ਪਾਸਿਓਂ ਦੇਖਦੇ ਹਾਂ ਕਿ ਜਥੇਬੰਦਕ ਪੱਖ, ਤਾਂ ਜਦੋਂ ਅਧਿਆਪਕ ਜਿਹੜਾ ਕਿਸੇ ਅਧਿਕਾਰਤ ਨਹੀਂ ਹੋਏਗਾ, ਜਦੋਂ ਉਹਦੀ ਕੋਈ ਬਹੁਤ ਜ਼ਰੂਰਤ ਨਹੀਂ ਹੋਏਗੀ, ਜਦੋਂ ਉਹਨੂੰ ਮਸ਼ੀਨ ਦੇ ਰੂਪ ਚ ਲੋੜ ਪੈਣ ਤੇ ਬੁਲਾਇਆ ਜਾਏਗਾ, ਵਰਤਿਆ ਜਾਏਗਾ, ਚਲਾਇਆ ਜਾਏਗਾ, ਤੇ ਉਦੋਂ ਫਿਰ ਜਥੇਬੰਦਕ ਸਥਿਤੀਆਂ ਵੀ ਇਸ ਕਿਸਮ ਦੀਆਂ ਹੋਣਗੀਆਂ ਕਿ ਕਿਸ ਕਿਸਮ ਦਾ ਜਥੇਬੰਦ ਹੋਇਆ ਜਾਵੇ। ਜੀ ਇਸ ਕਰਕੇ ਬਹੁਤ ਵੱਡਾ ਸਵਾਲ ਹੈ, ਤੇ ਇਹਦੇ ਲਈ ਬਹੁਤ ਵੱਡੀ ਜਥੇਬੰਦਕ ਜਿਹੜੀ ਉਸਾਰੀ ਦੀ ਲੋੜ ਹੈ, ਤੇ ਲਹਿਰ ਦੀ ਲੋੜ ਹੈ, ਤੇ ਸਮੁੱਚੇ ਅਧਿਆਪਕ ਵਰਗ ਨੂੰ। ਔਰ ਮੈਂ ਇਹ ਚਾਹੂੰਗਾ ਕਿ ਵਿਦਿਆਰਥੀਆਂ ਨੂੰ, ਕਿਉਂਕਿ ਸਾਡਾ ਜਿਹੜਾ ਸਕੂਲ ਦਾ ਕੁਝ ਹਿੱਸਾ ਮਤਲਬ ਕਿ ਸੈਕੰਡਰੀ, ਮਤਲਬ ਕਿ ਇਹ ਜਿਹੜਾ 9ਵੀਂ ਤੋਂ ਲੈ ਕੇ ਬੱਚਾ ਉਹ ਜਥੇਬੰਦ ਹੋ ਸਕਦਾ ਹੈਗਾ ਵਿਦਿਆਰਥੀ ਫਰੰਟ ਦੇ ਉੱਤੇ, ਸਕੂਲਾਂ ਤੋਂ ਲੈ ਕੇ ਕਾਲਜਾਂ ਦਾ, ਯੂਨੀਵਰਸਿਟੀਆਂ ਦਾ। ਇਸੇ ਤਰ੍ਹਾਂ ਸਾਡੇ ਅਧਿਆਪਕ ਜਿਹੜੇ ਸਕੂਲਾਂ ਦੇ, ਕਾਲਜਾਂ ਦੇ, ਯੂਨੀਵਰਸਿਟੀਆਂ ਦੇ, ਸਮਾਜ ਨੂੰ ਇਹਦੇ ਉੱਤੇ ਸਾਰਿਆਂ ਨੂੰ ਰਲ ਮਿਲ ਕੇ ਜਿਹੜੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ, ਤਾਂ ਕਿ ਅਸੀਂ ਉਹ ਨੀਤੀਆਂ ਜਿਹੜੀਆਂ ਨੇ ਉਹਨਾਂ ਨੂੰ ਟਕਰਾਈਏ, ਤੇ ਉਹ ਨੀਤੀਆਂ ਨੂੰ ਅਸੀਂ ਮੋੜ ਸਕੀਏ। ਫਿਰ ਹੀ ਇਹਦਾ ਕੋਈ ਰਾਹ ਰਸਤਾ ਬਣਦਾ, ਨਹੀਂ ਤਾਂ ਬਹੁਤ ਸਾਰੇ ਜਿਹੜੇ ਖਤਰਨਾਕ ਸੰਕੇਤ ਬਣ ਰਹੇ ਨੇ ਕਿ ਨਾ ਅਧਿਆਪਕ ਰਹਿਣਾ ਹੈ, ਨਾ ਸਿੱਖਿਆ ਰਹਿਣੀ ਹੈ, ਤੇ ਫਿਰ ਜਥੇਬੰਦ ਕਿੰਨੇ ਹੋਣਾ। ਜੀ ਪੁਨੀਆ ਸਾਹਿਬ, ਬਹੁਤ ਇੱਕ ਮਹੱਤਵਪੂਰਨ ਇਸ਼ੂ ਜਿਹੜਾ ਟੱਚ ਕੀਤਾ ਹੈ, ਪਰ ਮੈਨੂੰ ਇੱਕ ਗੱਲ ਜਿਹੜੀ ਲੱਗਦੀ ਹੈ ਇਸ ਮਾਮਲੇ 'ਚ ਕਿ ਅਸੀਂ ਅਜੇ ਤੱਕ ਸਾਡੀ ਸਿੱਖਿਆ ਨੀਤੀ ਨੂੰ ਇਸ ਰੂਪ ਦੇ ਵਿੱਚ ਡੀਕੋਡ ਹੀ ਨਹੀਂ ਕਰ ਸਕੇ ਹੈਗੇ, ਉਹਨੂੰ ਐਨਾਲਾਈਜ਼ ਹੀ ਨਹੀਂ ਕਰ ਸਕੇ ਹੈਗੇ ਬਹੁਤ ਵੱਡੇ ਪੱਧਰ ਤੇ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਇਸ ਪੱਧਰ ਤੇ ਸਿੱਖਿਆ ਨੀਤੀ ਤੇ ਵੀ ਕੁਝ ਚਰਚਾਵਾਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ, ਆਫਲਾਈਨ ਆਨਲਾਈਨ ਕਿਸੇ ਵੀ ਰੂਪ ਦੇ ਵਿੱਚ। ਪਹਿਲਾਂ ਅਸੀਂ ਸਮਝੀਏ ਤਾਂ ਸਹੀ ਕਿ ਸਾਡੀ ਸਿੱਖਿਆ ਨੀਤੀ ਦੇ ਵਿੱਚ ਮਤਲਬ ਬਾਟਮ ਤੇ ਕੀ ਪਿਆ ਹੈ। ਬਾਹਰਲੀਆਂ ਚੀਜ਼ਾਂ ਬਹੁਤ ਕੁਝ ਆ ਜਾਂਦਾ ਸਾਡੇ ਕੋਲੇ, ਸਰਕੂਲਰਾਂ ਦੇ ਰੂਪ ਦੇ ਵਿੱਚ ਆ ਜਾਂਦਾ ਹੈ, ਪਰ ਐਟ ਦਾ ਬਾਟਮ ਸਾਡੀ ਸਿੱਖਿਆ ਨੀਤੀ ਕੀ ਹੈ, ਤੇ ਲੰਮੀ ਚੌੜੀ ਚਰਚਾ ਦੀ ਜ਼ਰੂਰਤ ਹੈ ਤਾਂ ਕਿ ਕਾਮਨ ਮੈਨ ਤੱਕ ਇਹ ਗੱਲ ਜਾ ਸਕੇ। ਸਭ ਇਹ ਠੀਕ ਹੈ ਤੁਹਾਡੀ ਗੱਲ। 2019 ਦੇ ਵਿੱਚ ਰਾਸ਼ਟਰੀ ਸਿੱਖਿਆ ਨੀਤੀ ਦਾ ਖਰੜਾ ਆਇਆ ਜੀ, ਤੇ ਉਹਦੇ ਵਿੱਚ ਚਰਚਾ ਥੋੜੀਆਂ ਬਹੁਤ ਜਿੰਨੀਆਂ ਆਪਣੇ ਫਰੰਟਸ ਤੇ ਹੋ ਸਕੀਆਂ ਕੀਤੀਆਂ, ਲੇਕਿਨ ਹਾਂ ਉਹ ਜਿਹੜੀਆਂ ਨੇ ਉਹ ਥੋੜੀਆਂ ਨੇ, ਹੋਰ ਹੋ ਸਕਦੀਆਂ ਨੇ, ਹੋ ਰਹੀਆਂ ਵੀ ਚਾਹੀਦੇ ਨੇ। ਔਰ ਅਸੀਂ ਰੱਖਿਆ ਵੀ ਸੀ ਕਿ ਸਾਡੇ ਇਹ ਵਿਚਾਰ ਜਿਹੜੇ ਹੈ ਉਹ ਕੇਂਦਰ ਸਰਕਾਰ ਲਵੇ, ਇਹਨਾਂ ਨੂੰ ਵਿਚਾਰੇ, ਪਰ ਉਹ ਕਿਸੇ ਨੂੰ ਸੁਣਿਆ ਨਹੀਂ ਗਿਆ, ਕਿਸੇ ਨੂੰ ਵਿਚਾਰਿਆ ਨਹੀਂ ਗਿਆ, ਸਗੋਂ 2020 ਦੇ ਵਿੱਚ ਉਹ ਪਾਲਿਸੀ ਜਿਹੜੀ ਸੀ ਉਹ ਲਾਗੂ ਕਰ ਦਿੱਤੀ ਗਈ ਆ। ਤੇ ਅੱਜ ਵੀ ਜਦੋਂ ਲਾਗੂ ਹੋ ਗਈ ਹੈ, ਕੋਈ ਗੱਲ ਨਹੀਂ, ਲਾਗੂ ਹੋਈਆਂ ਨੀਤੀਆਂ ਵੀ ਜਿਹੜੀਆਂ ਨੇ ਉਹ ਵਾਪਸ ਹੋ ਜਾਂਦੀਆਂ ਨੇ ਜੇ ਲੋਕ ਵਿਰੋਧ ਹੈਗਾ, ਜੇ ਸੰਗਠਨ ਹੈ, ਜੇ ਅਸੀਂ ਸੰਗਠਿਤ ਰੂਪ ਦੇ ਵਿੱਚ ਉਹਦਾ ਵਿਰੋਧ ਕਰਦੇ ਹਾਂ। ਤੇ ਤੁਹਾਡੇ ਨਾਲ ਸਹਿਮਤੀ ਇਸ ਗੱਲ ਦੀ ਕਿ ਸਾਨੂੰ ਇਹਦੇ ਤੇ ਹੋਰ ਕੰਮ ਕਰਨਾ ਚਾਹੀਦਾ, ਨਿੱਠ ਕੇ ਕਰਨਾ ਚਾਹੀਦਾ। ਤੇ ਮੈਂ ਤਾਂ ਅਧਿਆਪਕ ਵਰਗ ਨੂੰ ਅਪੀਲ ਕਰੂੰਗਾ ਕਿ ਸਮਾਜ ਨੂੰ, ਲੋਕਾਂ ਨੂੰ, ਹੋਰ ਨੂੰ, ਸਾਰਿਆਂ ਨੂੰ, ਜਿੱਥੇ ਸਾਡੀਆਂ ਸਭਾਵਾਂ ਹੋਣਗੀਆਂ ਅਸੀਂ ਵੀ ਹਾਜ਼ਰ ਹੋਵਾਂਗੇ, ਲੇਕਿਨ ਇਹ ਕਰਨ ਵਾਲਾ ਕੰਮ ਹੈਗਾ। ਤੇ ਜੇ ਸਿੱਖਿਆ ਨਹੀਂ ਰਹਿੰਦੀ, ਦੂਸਰੇ ਸ਼ਬਦਾਂ 'ਚ ਮੈਂ ਕਹਿੰਦਾ ਕਿ ਜੇ ਖੇਤ ਨਹੀਂ ਰਹਿੰਦੇ, ਖੇਤੀ ਨਹੀਂ ਰਹਿੰਦੀ, ਫਿਰ ਦੇਸ਼ ਨਹੀਂ ਰਹਿਣਾ, ਤੇ ਜੇ ਸਿੱਖਿਆ ਨਹੀਂ ਰਹਿੰਦੀ ਤਾਂ ਵੀ ਫਿਰ ਦੇਸ਼, ਸਮਾਜ ਨਹੀਂ ਰਹਿਣਾ। ਇਹ ਬਹੁਤ ਘਾਤਕ ਹੈ ਤੇ ਇਸ ਨੂੰ ਬਚਾਉਣ ਦੀ। ਜੀ, ਹੋਰ ਕੋਈ ਸਾਥੀ ਜੇ ਕੋਈ ਸਵਾਲ ਕਰਨਾ ਚਾਹੁੰਦਾ ਤਾਂ ਪਲੀਜ਼। ਕਿਸੇ ਵੀ ਦੋਸਤ ਦੇ ਮਨ ਦੇ ਵਿੱਚ ਕੋਈ ਸਵਾਲ ਹੈ ਤਾਂ ਤੁਸੀਂ ਕਰ ਸਕਦੇ ਹੋ। ਮੈਂ ਇੱਕ ਹੋਰ ਪੁੱਛਣਾ ਸਰ। ਜੀ ਪੁੱਛੋ ਜੀ, ਪੁੱਛੋ। ਜੀ ਸਰ, ਇੱਕ ਜਿਹੜਾ ਅੱਜ ਕੱਲ ਮਤਲਬ ਅਧਿਆਪਕਾਂ ਦੇ ਵਿੱਚ ਸਰਕਾਰੀ ਦਰਬਾਰੀ ਕਲਚਰ ਚੱਲਿਆ ਹੋਇਆ ਹੈ ਵੱਡੇ ਪੱਧਰ ਦੇ ਉੱਪਰ, ਤੁਸੀਂ ਸਰ ਕੀ ਕਾਰਨ ਮੰਨਦੇ ਹੋ ਇਸ ਚੀਜ਼ ਦੇ ਉੱਪਰ ਕਿ ਇੰਨੇ ਵੱਡੇ ਪੱਧਰ ਦੇ ਉੱਪਰ ਸਾਡੇ ਅਧਿਆਪਕ ਜਿਹੜੇ ਦਰਬਾਰੀ ਬਣ ਗਏ ਨੇ, ਤੇ ਕੀ ਇਹ ਸਾਡੀ ਸਿਧਾਂਤਕ ਸਮਝ ਦੀ ਘਾਟ ਰਹੀ ਹੈ, ਜਾਂ ਅਸੀਂ ਸਾਡੀ ਜਥੇਬੰਦੀਆਂ ਦੇ ਵਿੱਚ ਘਾਟ ਰਹੀ ਹੈ ਕਿ ਅਸੀਂ ਉਸ ਨੂੰ ਉਸ ਲੈਵਲ ਤੇ ਸਮਝਾ ਨਹੀਂ ਸਕੇ? ਇਹਦਾ ਸਰ ਤੁਸੀਂ ਕੀ ਸਮਝਦੇ ਹੋ? ਅਸਲ 'ਚ ਰਲਿਆ ਮਿਲਿਆ ਕਾਰਨ, ਮੈਂ ਤੁਹਾਨੂੰ, ਕਿਉਂਕਿ ਹਰ ਚੀਜ਼ ਕਿਸੇ ਸਿਸਟਮ ਦੇ ਕੰਟੈਕਸਟ 'ਚ ਆਉਂਦੀ ਹੈਗੀ ਆ।
ਹੂੰ ਅਧਿਕਾਰੀਆਂ ਨੇ ਆਪਣੇ ਰੁਤਬੇ ਨੂੰ ਇਸ ਲੈਵਲ ਤੇ ਲੈ ਗਏ ਹੈ ਕਿ ਜਿਹੜਾ ਸਾਡੇ ਕੋਲੇ ਆ ਕੇ ਸਾਡੇ ਆਲੇ ਦੁਆਲੇ ਕੁਰਸੀ ਦੇ ਘੁੰਮੇਗਾ ਤੇ ਉਹ ਚੰਗਾ ਹੈ। ਤੇ ਜੇ ਕੋਈ ਆਪਣਾ ਸਾਫ ਸੁਥਰਾ ਕੰਮ ਕਰ ਰਿਹਾ, ਮੈਨੂੰ ਇੱਕ ਉਦਾਹਰਨ ਹੈ, ਜੇ ਸਮਾਂ ਹੈਗਾ ਤਾਂ 1 ਮਿੰਟ ਚ ਦੱਸ ਦਿੰਦਾ। ਜੀ 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 ਮੇਰੇ ਨਾਲ ਦੇ ਪਿੰਡ ਸਰਪੰਚ ਸਾਹਿਬ ਮੇਰੇ ਦੋਸਤ ਸੀਗੇ, ਉਹਨਾਂ ਨੇ ਇੱਕ MLA ਨੂੰ ਬੁਲਾਇਆ ਹੋਇਆ ਸੀ ਨਾਭੇ ਤੋਂ, ਤੇ ਇਹ 2006 ਦੀ ਗੱਲ ਹੈ। ਤੇ ਨਵਾਂ ਜਦੋਂ ਜ਼ਿਲ੍ਹਾ ਪ੍ਰੀਸ਼ਦ ਲਾਗੂ ਹੋਇਆ, ਤੂੰ ਆਪਣੇ ਭਾਸ਼ਣ ਚੋਂ ਬੋਲ ਰਿਹਾ ਸੀ, ਉਹ ਟੂਰਨਾਮੈਂਟ ਸੀ, ਚਲੋ ਅਸੀਂ ਤਾਂ ਕਿਤੇ ਉੱਥੇ ਸੁਣ ਹੀ ਰਹੇ ਸੀ ਬੈਠੇ, ਮੈਂ ਸਰਪੰਚ ਦੇ ਕੇ ਚਲਿਆ ਗਿਆ। ਸਰਪੰਚ ਚੰਗਾ ਆਦਮੀ ਸੀਗਾ, ਉਹ ਬੋਲਿਆ ਸੀਗਾ ਕਿ ਅਸੀਂ ਇਸ ਕਰਕੇ ਜ਼ਿਲ੍ਹਾ ਪ੍ਰੀਸ਼ਦ ਦੇ ਲੈ ਕੇ ਆਏ ਹਾਂ ਕਿ ਇੱਥੋਂ ਦਾ ਅਧਿਆਪਕ ਜਿਹੜਾ ਉਹ ਗੁਰਦਾਸਪੁਰ ਤੁਰਿਆ ਹੁੰਦਾ, ਤੇ ਹੁਣ 5 ਸਰਪੰਚ ਜਾ ਕੇ ਚੈੱਕ ਕਰ ਲੈਣ। ਮੈਂ ਉਹਨੂੰ ਕਿਹਾ, ਮੈਂ ਕਿਹਾ ਤੇਰਾ MLA ਗਲਤ ਬੋਲ ਰਿਹਾ। ਉਹ ਕਹਿੰਦਾ ਜੀ ਤੁਸੀਂ ਥੋੜਾ ਏਦਾਂ ਸਖਤੀ ਕਰੋਗੇ। ਮੈਂ ਨਹੀਂ, ਸਖਤੀ ਦਾ ਸਵਾਲ ਨਹੀਂ, ਵਿਚਾਰਾਂ ਦਾ ਸਵਾਲ ਆ। ਮੇਰੇ ਬੈਠਿਆਂ ਇਹ ਗੱਲ ਹੋ ਗਈ ਹੈ ਤੇ ਮੇਰੀ ਜਵਾਬਦੇਹੀ ਹੋ ਜਾਣੀ ਹੈ ਜੀ, ਮੈਂ ਕੁਝ ਵੀ ਨਹੀਂ ਬੋਲੂੰਗਾ। ਤਾਂ ਮੈਂ ਜਦੋਂ ਉਹਨੂੰ ਕਿਹਾ, ਮੈਂ ਕਿਹਾ ਜੀ ਇਹ ਨੀਤੀਆਂ ਨੇ 73ਵੀਂ 74ਵੀਂ ਸੋਧ ਹੈ ਤੁਹਾਡੀ, ਜਿਹਦੇ ਤਹਿਤ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਨੂੰ, ਜ਼ਿਲ੍ਹਾ ਪੰਚਾਇਤ ਸਮਤੀਆਂ ਨੂੰ ਜਿਹੜੇ ਸਕੂਲ ਦੇ ਰਹੇ ਹੋ। ਮੈਂ ਕਿਹਾ ਇਹ ਚੈੱਕ ਚੁੱਕ ਕਰਨਾ ਨਾ ਕਰਨਾ ਤੇ ਤਾਂ ਮਤਲਬ ਨਹੀਂ ਹੈਗਾ। ਤੇ ਜੇ ਕੋਈ ਗੁਰਦਾਸਪੁਰ ਦਾ ਮੰਤਰੀ ਸੀਗਾ, ਮੈਂ ਕਿਹਾ ਜੇ ਕੋਈ ਇੱਥੋਂ ਦਾ ਅਧਿਆਪਕ ਸਕੂਲ ਦੀ ਬਜਾਏ ਗੁਰਦਾਸਪੁਰ ਤੁਰਿਆ ਫਿਰਦਾ, ਮੇਰਾ ਖਿਆਲ ਜੀ ਹੋ ਸਕਦਾ ਮੈਂ ਤੁਹਾਡੇ ਨੇੜੇ ਹੋਏਗਾ, ਦੂਸਰੇ ਤੀਸਰੇ MLA ਮੰਤਰੀ ਦੇ ਨੇੜੇ ਹੋਏਗਾ, ਜਾਂ ਕਿਸੇ ਅਫਸਰ ਦੇ ਨੇੜੇ ਹੋਏਗਾ। ਆਮ ਅਧਿਆਪਕ ਦੀ ਕੀ ਜ਼ਰੂਰਤ ਹੈ ਕਿ ਮੈਂ ਕਿਹਾ ਉਹਦੀ ਡਿਊਟੀ ਪਟਿਆਲੇ ਜ਼ਿਲ੍ਹੇ 'ਚ ਹੋਵੇ ਤੇ ਉਹ ਜਾ ਕੇ ਗੁਰਦਾਸਪੁਰ ਤੁਰਿਆ ਫਿਰਦਾ ਹੋਵੇ। ਇਸ ਕਰਕੇ ਇਹ ਸਾਰਾ ਕੁਝ ਜਿਹੜਾ ਪਾਲਿਸੀਆਂ ਦਾ ਹਿੱਸਾ ਹੈ, ਇਹ ਸਾਡੇ ਰਾਜ ਤੇ ਰਾਜਿਆਂ ਦੇ ਇਸ ਕਿਸਮ ਦੇ ਬੁਰੇ ਗਲਤ ਕਲਚਰ ਦਾ ਹਿੱਸਾ ਹੈਗਾ। ਉਹਨਾਂ ਨੇ ਇਹੋ ਜਿਹੇ ਲੋਕ ਜਿਹੜੇ ਆ ਉਹਨਾਂ ਨੂੰ ਐਡਜਸਟ ਕੀਤਾ ਹੈ। ਜੇ ਕਿਸੇ ਅਧਿਆਪਕ ਨੂੰ ਸਜ਼ਾ ਹੁੰਦੀ ਹੈ ਤੇ ਫਿਰ ਉਹ ਜਾ ਕੇ ਉਹ ਕੁਰਸੀ ਦੇ ਆਲੇ ਦੁਆਲੇ ਘੁੰਮ ਕੇ ਤੇ ਉਹਨਾਂ ਦੇ ਪੈਰੀਂ ਪੈ ਕੇ ਤੇ ਮੁੜ ਕੇ ਉਹਨਾਂ ਦਾ ਉਹ ਸ਼ੇਰੂ ਬਣਦਾ। ਮੈਂ ਕਹੂੰਗਾ ਕਿ ਉਹਨਾਂ ਦਾ ਟੁੱਕੜ ਬੋਚ ਬਣਦਾ। ਤੇ ਇਹ ਬਹੁਤ ਖਤਰਨਾਕ ਹੈ। ਬਿਨਾਂ ਸ਼ੱਕ ਅਧਿਆਪਕ ਜਥੇਬੰਦੀਆਂ ਨੇ ਵੀ ਇਸ ਦੇ ਉੱਤੇ ਆਪਣਾ ਤਿੱਖਾ ਜਿਹੜਾ ਕਰਨਾ ਸੀ, ਤਾਂ ਇਸ ਕਰਕੇ ਹੋ ਰਿਹਾ ਜੀ। ਇੰਦਰਜੀਤ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਇੰਦਰਜੀਤ ਪਾਲ ਜੀ, ਤੁਹਾਡਾ ਇੱਕ ਮੈਸੇਜ ਸੀ। ਇੰਦਰਜੀਤ ਪਾਲ ਜੀ, ਜੇ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ। ਜੀ ਸਰ। ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਹੀਂ, ਮੈਂ ਸਾਰੀ ਵਾਰਤਾਲਾਪ ਜਿਹੜੀ ਬੜੇ ਧਿਆਨ ਨਾਲ ਸੁਣ ਰਿਹਾ ਸੀਗਾ। ਸੋ ਮੈਂ ਤਾਂ ਹਾਲੇ ਆਪਣੇ ਆਪ ਨੂੰ ਇਸ ਮਾਮਲੇ ਸਿਖਾਂਦਰੂ ਹੀ ਸਮਝਦਾ, ਪਰ ਫਿਰ ਵੀ ਪੂਨੀਆ ਸਾਹਿਬ ਨੇ ਬੜੀ ਸ਼ਿੱਦਤ ਦੇ ਨਾਲ ਜਿਹੜੀਆਂ ਗੱਲਾਂ ਬਿਆਨ ਕੀਤੀਆਂ, ਸੋ ਇਹ ਮੈਨੂੰ ਲੱਗਦਾ ਕਿ ਇਹਨਾਂ ਨੀਤੀਆਂ ਤੇ ਚੱਲਣ ਦੀ ਲੋੜ ਆ ਕਿ ਸਾਨੂੰ, ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਕਿ ਇੱਕ ਸਾਂਝੀ ਮੁਲਾਜ਼ਮ ਜਥੇਬੰਦੀ ਜਿਹੜੀ ਆ ਉਹ ਹੋਣੀ ਚਾਹੀਦੀ, ਜਿਹੜੀ ਦਰਜਾ 4 ਤੋਂ ਲੈ ਕੇ ਪ੍ਰਿੰਸੀਪਲ ਤੱਕ ਦੇ ਜਿਹੜੇ ਉਹਨਾਂ ਦੇ ਹੱਕ ਹੈਗੇ ਉਹਨਾਂ ਤੇ ਪਹਿਰਾ ਦੇਵੇ। ਸੋ ਬੜੀਆਂ ਚੰਗੀਆਂ ਗੱਲਾਂ ਕੀਤੀਆਂ। ਸੋ ਮੇਰਾ ਐਸ ਸੱਚ ਕੋਈ ਸਵਾਲ ਨਹੀਂ ਹੈਗਾ। ਸੋ ਮੈਂ ਤਾਂ ਇਹਨਾਂ ਨੂੰ ਧਿਆਨ ਨਾਲ ਸੁਣ ਰਿਹਾ ਸੀ। ਸੋ ਡਾਕਟਰ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ, ਡਾਕਟਰ ਕੁਲਦੀਪ ਸਿੰਘ ਹੋਣਾ ਦਾ। ਸੋ ਮੈਂ ਇਹਨਾਂ ਦੇ ਪਹਿਲੀ ਵਾਰੀ ਦਰਸ਼ਨ ਕਰ ਰਿਹਾ। ਸੋ ਮੈਂ ਚਾਹਾਂਗਾ ਕਿ ਮੈਂ ਫੇਸਬੁੱਕ ਤੇ ਰਿਕੁਐਸਟ ਵੀ ਭੇਜੀ ਕਿ ਸਰ ਨਾਲ ਅਟੈਚ ਹੋ ਕੇ ਕੁਝ ਹੋਰ ਗੱਲਾਂ ਕਰਾਂ, ਕਿ ਮੇਰਾ ਥੀਏਟਰ ਨਾਲ ਵਾਬਸਤਾ ਹੈਗੇ ਆ ਤੇ ਮੈਂ ਚਾਹੁੰਦਾ ਸੀ ਕਿ ਤੁਹਾਡੇ ਨਾਲ ਕੋਈ ਗੱਲਬਾਤ ਕਰਾਂ। ਸੋ ਮੈਂ ਪਰਸਨਲੀ ਕਰਾਂਗਾ। ਥੈਂਕ ਯੂ ਸਰ। ਜਰੂਰ ਸਰ, ਜਰੂਰ। ਥੈਂਕ ਯੂ। ਪੁਨੀਆ ਸਾਹਿਬ, ਆਪਾਂ ਗੱਲਬਾਤ ਨੂੰ ਸਮੇਟਦੇ ਹੋਏ ਮੈਂ ਚਾਹੁੰਦਾ ਕਿ ਜੋ ਕੁਝ ਤੁਸੀਂ ਕਹਿਣਾ ਚਾਹੁੰਦੇ ਹੋ ਹੁਣ ਕਨਕਲੂਡ ਕਰਦੇ ਹੋਏ ਆਪਣੀ ਗੱਲ ਨੂੰ, ਇੱਕ ਅਧਿਆਪਕ ਦੇ ਤੌਰ ਤੇ, ਅਧਿਆਪਕ ਆਗੂ ਦੇ ਤੌਰ ਤੇ, ਇੱਕ ਚਿੰਤਕ ਦੇ ਤੌਰ ਤੇ ਕੋਈ ਆਖਰੀ ਕਮੈਂਟ ਟਿੱਪਣੀ ਦੇ ਰੂਪ ਦੇ ਵਿੱਚ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਸਵਾਗਤ ਹੈ। ਹਾਂਜੀ, ਮੇਰਾ ਤਾਂ ਇਹੀ ਕਮੈਂਟ ਹੈਗਾ ਤੇ ਇਹੀ ਮੇਰੀਆਂ ਅਧਿਆਪਕਾਂ ਲਈ ਸ਼ੁਭ ਕਾਮਨਾਵਾਂ, ਇੱਛਾਵਾਂ ਨੇ ਕਿ ਇੰਨਾ ਉੱਚਾ ਸੁੱਚਾ ਰੁਤਬਾ ਅਧਿਆਪਕਾਂ ਕੋਲੇ ਹੈ। ਕੋਈ ਗੱਲ ਨਹੀਂ, ਨੀਤੀਆਂ ਸਾਡੇ ਵਿਰੋਧ 'ਚ, ਰਾਜ ਤੇ ਰਾਜੇ ਸਾਡੇ ਵਿਰੋਧ 'ਚ, ਸਾਨੂੰ ਇਹਦੇ ਖਿਲਾਫ ਅੜੀਏ, ਲੜੀਏ ਤੇ ਖੜੀਏ। ਸਾਨੂੰ ਸਾਡੀ ਸਿੱਖਿਆ ਬਚਾਉਣ ਦੇ ਲਈ ਮੇਰਾ ਖਿਆਲ ਹੈ ਕਿ ਇਸ ਤੋਂ ਵੱਡਾ ਉੱਤਮ ਕਾਰਜ ਨਹੀਂ ਹੋ ਸਕਦਾ ਜੇ ਅਸੀਂ ਆਮ ਲੋਕਾਂ ਦੀ, ਗਰੀਬ ਲੋਕਾਂ ਦੀ, ਉਹਨਾਂ ਦੇ ਬੱਚਿਆਂ ਦੀ ਜਨਤਕ ਸਿੱਖਿਆ ਨੂੰ ਬਚਾ ਲੈਂਦੇ ਹਾਂ। ਤੇ ਉਹਦੇ ਲਈ ਯਥਾਯੋਗ ਸ਼ਕਤੀ ਤਹਿਤ ਜਿੰਨਾ ਕੰਮ ਕਰ ਸਕਦੇ ਹਾਂ ਸਾਨੂੰ ਸਿਰ ਸਿੱਟ ਕੇ ਕਰਨਾ ਚਾਹੀਦਾ, ਕਿਉਂਕਿ ਸਿੱਖਿਆ ਬਚੇ, ਖੇਤੀ ਬਚੇ ਤਾਂ ਹੀ ਦੇਸ਼ ਬਚਣਾ, ਤਾਂ ਹੀ ਸਾਡੇ ਘਰ ਬਚਣੇ ਨੇ, ਤੇ ਤਾਂ ਹੀ ਸਾਡੀਆਂ ਰਸੋਈਆਂ ਤੇ ਚੁੱਲ੍ਹੇ ਬਚਣੇ ਨੇ, ਤਾਂ ਹੀ ਸਾਡੇ ਫੁੱਲਾਂ ਵਰਗੇ ਬੱਚੇ ਬਚਣੇ ਆ, ਤੇ ਤਾਂ ਹੀ ਸਾਡੇ ਮਾਂ-ਬਾਪ ਦਾ ਬੁਢਾਪਾ ਜਿਹੜਾ ਚੰਗਾ ਹੋਣਾ, ਸੁਰੱਖਿਅਤ ਹੋਣਾ, ਤੇ ਤਾਂ ਹੀ ਸਾਡੀ ਆਪਣੀ ਜ਼ਿੰਦਗੀ ਤੇ ਆਪਣੇ ਭੈਣਾਂ ਭਰਾਵਾਂ ਦੀ ਜ਼ਿੰਦਗੀ ਤੇ ਸਮਾਜ ਦੀ ਸਿਹਤ ਅੱਛੀ ਹੋਣੀ ਆ। ਤੇ ਇਹ ਸਾਰਾ ਕੁਝ ਮੈਂ ਆਸ ਕਰਦਾ ਕਿ ਨਿੱਤ ਦਿਨ ਪੜ੍ਹੀਏ,
ਨਿਤ ਦਿਨ ਸਿੱਖੀਏ, ਨਿਤ ਦਿਨ ਸਿਖਾਈਏ ਤੇ ਇਹ ਅਸੀਂ ਇਹਦੇ ਚ ਆਨੰਦ ਲਈਏ ਤੇ ਕੁਛ ਪੜ੍ਹੀਏ, ਕੁਛ ਸੁਣੀਏ ਤੇ ਇਹ ਸਾਰਾ ਜਿਹੜਾ ਨਾ ਇਹ ਵਰਤਾਰੇ ਦੇ ਵਿੱਚ ਜੇ ਆ ਜਾਂਦਾ ਹੈ ਤੇ ਆਨੰਦਮਈ ਵੀ ਹੋਏਗਾ, ਇਹ ਖੂਬਸੂਰਤ ਵੀ ਹੋਏਗਾ, ਇਹ ਸੋਹਣਾ ਵੀ ਹੋਏਗਾ, ਪਿਆਰਾ ਵੀ ਹੋਏਗਾ। ਜ਼ਿੰਦਗੀ ਜਿਹੜੀ ਆ ਉਹਦੇ ਚ ਪਿਆਰੇ ਸੋਹਣੇ ਚੰਗੇ ਰਾਸ ਹੋਣਗੇ। ਇਹਨਾਂ ਨੂੰ ਮੰਨਣਾ ਚਾਹੀਦਾ ਹੈ ਤੇ ਸਾਨੂੰ ਸਮਾਜ ਦੇ ਅੰਦਰ ਮਹਿਕਦੇ ਰਹਿਣਾ ਚਾਹੀਦਾ ਹੈ, ਟਹਿਕਦੇ ਰਹਿਣਾ ਚਾਹੀਦਾ ਹੈ। ਸੋ ਮੇਰੀਆਂ ਅਧਿਆਪਕਾਂ ਲਈ, ਵਿਦਿਆਰਥੀਆਂ ਲਈ, ਸਮੁੱਚੇ ਉਹਨਾਂ ਦੇ ਮਾਪੇ, ਸਮਾਜ ਦੇ ਲਈ, ਤੁਹਾਡੇ ਸਭ ਲਈ, ਡਾਕਟਰ ਸਾਹਿਬ ਤੁਹਾਡੇ ਲਈ, ਜਿੰਨੇ ਮਿੱਤਰਾਂ ਨੇ ਸਵਾਲ ਕੀਤੇ ਆ ਅਜ਼ੀਜ਼, ਉਹਨਾਂ ਸਾਰਿਆਂ ਦੀ ਸ਼ੁਭ ਕਾਮਨਾਵਾਂ ਨੇ ਤੇ ਕੁਦਰਤ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੱਚਮੁੱਚ ਤੁਹਾਡਾ ਲਾਸਟ ਕਮੈਂਟ ਬਹੁਤ ਕਮਾਲ ਦਾ ਕਿ ਸਿੱਖਿਆ ਸਰੋਕਾਰਾਂ ਨੂੰ ਬਚਾਉਣ ਲਈ ਅਸੀਂ ਅੜੀਏ, ਖੜੀਏ ਤੇ ਲੜੀਏ। ਇਹੀ ਭਵਿੱਖ ਨੂੰ ਬਚਾਉਣ ਦਾ ਰਾਹ ਹੈ, ਇਹੀ ਸਿੱਖਿਆ ਨੂੰ ਬਚਾਉਣ ਦਾ ਰਾਹ ਹੈ ਤੇ ਅਧਿਆਪਕ ਹੋਣ ਦਾ ਮਤਲਬ ਵੀ ਇਹੀ ਹੈ। ਪੁਨੀਆ ਸਾਹਿਬ, ਤੁਸੀਂ ਬਹੁਤ ਖੂਬਸੂਰਤ ਗੱਲਾਂ ਬਾਤਾਂ ਕੀਤੀਆਂ ਨੇ। ਤੁਹਾਡਾ ਵੀ ਇਸ ਸੰਸਥਾ ਵੱਲੋਂ, ਸਿਰਜਣਾਤਮਕ ਸਿੱਖਿਆ ਸੰਸਾਰ ਵੱਲੋਂ ਬਹੁਤ ਬਹੁਤ ਧੰਨਵਾਦ ਤੇ ਬਹੁਤ ਜਲਦੀ ਇਹ ਤੁਹਾਨੂੰ ਇਹਦਾ ਇੱਕ ਲਿੰਕ ਭੇਜ ਦਿੱਤਾ ਜਾਊਗਾ। ਤੁਸੀਂ ਇਸ ਚਰਚਾ ਨੂੰ ਲਗਭਗ 1 ਘੰਟਾ 7 ਮਿੰਟ ਦੀ ਇਸ ਚਰਚਾ ਨੂੰ ਤੁਸੀਂ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ, ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ।